देख रहे सारे दर्शकों को प्यार भरी सत श्री अकाल आदाब नमस्कार वाहिगुरू जी का खालसा वाहिगुरू जी की फतेह प्रोग्राम लैके हाजिर हाँ भख दे मुद्दे इस अपने नाल पंजाब भारत तो होंगे ने प्रसिद्ध पत्रकार बखतौर सिंह जी ढिल्लों तो प्रोग्राम मंडे टू फ्राइडे होंगे जी। तो अज मंडे है जी, मंडे का पहला शो आ। तो सब तो पहला आप ढिल्लों साहब उन्हों का स्वागत करते हैं, तो उस तो बाद होर गलबात करांगे जी। ढिल्लों साहब स्वागत है तुहाडा, सत श्री अकाल जी। आया धन्यवाद जी, मेहरबानी सारे ही दर्शकों ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। हाँ सत श्री अकाल जी। ढिल्लों साहब सब तो पहला तो आप भाई दलबीर सिंह निज्जर, भाई रेशम सिंह निज्जर, उन्होंने परिवार ਨੂੰ ਉਹਨਾਂ ਦੀ माता इस वीकेंड ਤੇ यानी कि उन्होंने बर्थडे आ गया ਸੀ जी, 101 साल ਦੇ ਹੋ ਗਏ ਆ। ਤੇ ਸਾਰੇ ਪਰਿਵਾਰ ਨੂੰ ਤੇ ਮਾਤਾ ਨੂੰ ਵੀ ਜਨਮਦਿਨ ਦੀਆਂ ਬਹੁਤ ਬਹੁਤ ਵਧਾਈਆਂ। ਪ੍ਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੇ, ਕਿਉਂਕਿ ਜਿਨ੍ਹਾਂ ਦੇ ਘਰੇ ਪੇਰੈਂਟਸ ਜਿਉਂਦੇ ਆ, ਪੇਰੈਂਟਸ ਹੈਗੇ ਆ, ਜੇ ਆਪਾਂ ਉਹਨਾਂ ਦੀ ਸੇਵਾ ਕਰਦੇ ਆ ਤਾਂ ਆਪਾਂ ਨੂੰ ਗੁਰਦੁਆਰੇ ਜਾਣ ਦੀ ਕੋਈ ਲੋੜ ਨਹੀਂ। ਗੁਰੂ ਸਾਹਿਬ ਨੇ ਵੀ ਕਿਹਾ ਵੀ ਸਭ ਤੋਂ ਵੱਡਾ ਤੁਹਾਡਾ ਗੁਰੂ ਜਿਹੜਾ ਆ ਉਹ ਮਾਂ ਤੇ ਪਿਓ ਆ। ਜੇ ਤੁਸੀਂ ਉਹਨਾਂ ਦੀ ਸੇਵਾ ਨਹੀਂ ਕਰਦੇ, ਤੁਹਾਡੇ ਮਾਂ ਪਿਓ ਧੱਕੇ ਖਾਂਦੇ ਹੋਣ, ਤੁਸੀਂ ਲੰਗਰ ਲਾਈ ਛੱਡੋ ਗੁਰਦੁਆਰਿਆਂ 'ਚ ਜਾਂ ਮੰਦਰਾਂ ਮਸਜਿਦਾਂ ਦੇ ਵਿੱਚ ਜਾ ਕੇ ਸੇਵਾ ਕਰਦੇ ਫਿਰ ਉਹਦੀ ਕੋਈ ਵੈਲਿਊ ਨਹੀਂ। ਜੇ ਤੁਹਾਡੇ ਪੇਰੈਂਟਸ ਜਿਹੜੇ ਆ ਉਸ ਖੁਸ਼ ਆ ਤੁਹਾਡੇ ਤੋਂ, ਉਹ ਤੁਹਾਨੂੰ ਲਾਈਕ ਕਰਦੇ ਆ, ਤੁਸੀਂ ਉਹਨਾਂ ਦੀ ਸੇਵਾ ਕਰਦੇ, ਉਹਨਾਂ ਦੀ ਦੇਖਭਾਲ ਕਰਦੇ, ਸਭ ਤੋਂ ਵੱਡਾ ਜਿਹੜਾ ਗੁਰਦੁਆਰਾ ਤੁਹਾਡਾ, ਸਭ ਤੋਂ ਵੱਡਾ ਗੁਰੂ ਜਿਹੜਾ ਤੁਹਾਡੇ ਪੇਰੈਂਟਸ ਆ, ਜਿਨ੍ਹਾਂ ਨੇ ਤੁਹਾਨੂੰ ਜਨਮ ਦਿੱਤਾ, ਇਸ ਧਰਤੀ 'ਤੇ ਲੈ ਕੇ ਆਏ। ਜੇ ਤੁਸੀਂ ਉਹਨਾਂ ਦੀ ਸੇਵਾ ਕਰਦੇ ਹੋ, ਤੁਹਾਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ। ਕਦੀ ਕੋਈ ਤੁਹਾਨੂੰ ਤਾਨਾ ਨਹੀਂ ਮਾਰੂਗਾ ਵੀ ਤੁਸੀਂ ਗੁਰਦੁਆਰੇ ਨਹੀਂ ਜਾਂਦੇ ਜਾਂ ਆਹ ਨਹੀਂ ਕਰਦੇ। ਇੱਕ ਵਾਰੀ ਉਹਨਾਂ ਨੂੰ ਕਹਿ ਦਿਓ ਵੀ ਸਾਡੇ ਬਜ਼ੁਰਗ ਮਾਤਾ ਪਿਤਾ, ਅਸੀਂ ਉਹਨਾਂ ਦੀ ਦੇਖਭਾਲ ਕਰਦੇ ਹਾਂ। ਇਹ ਜਿਹੜੀ ਖੁਸ਼ੀ ਆ ਭਾਈ ਦਲਬੀਰ ਸਿੰਘ ਨਿੱਜਰ ਹੋਣਾ ਦੇ ਭਾਗਾਂ ਦੇ ਵਿੱਚ ਆਈ ਆ। ਇਹਨਾਂ ਦੇ ਧਰਮ ਪਤਨੀ ਭਾਈ ਸਾਹਿਬ ਹੋਣਾ ਦੀ ਅਤੇ ਭਾਈ ਸਾਹਿਬ ਆਪ ਬਹੁਤ ਜ਼ਿਆਦਾ ਸੇਵਾ ਕਰਦੇ ਆ। ਜਿੱਦਾਂ ਭੈਣ ਜੀ ਹੋਣੀ ਵੀ ਇੱਦਾਂ ਹੀ ਸਮਝਦੇ ਮੇਰੀ ਸੱਸ ਨਹੀਂ ਕਿ ਮੇਰੀ ਮਾਂ ਆ। ਅਤੇ ਬੱਚੇ ਵੀ ਜਿਹੜੇ ਉਹਨਾਂ ਦੇ ਬੇਟੇ ਵੀ ਆ, ਤਾਂ ਉਹ ਵੀ ਬਹੁਤ ਜ਼ਿਆਦਾ ਸੇਵਾ ਕਰਦੇ ਆ। ਅਤੇ ਭਾਗਾਂ ਵਾਲੀ ਆ ਮਾਤਾ, ਅਤੇ ਭਾਗਾਂ ਵਾਲੇ ਇਹ ਆ ਜਿਹੜੀ ਮਾਤਾ ਇਹਨਾਂ ਦੇ ਵਿੱਚ ਬੈਠੀ 101 ਸਾਲ ਦੇ ਹੋ ਗਏ ਜੀ। ਜੀ ਕੁਛ ਕਹਿਣਾ ਚਾਹੋਗੇ ਤੁਸੀਂ ਢਿੱਲੋਂ ਸਾਹਿਬ? ਬਿਲਕੁਲ ਜੀ, ਪਹਿਲਾਂ ਤਾਂ ਦਿਲ ਦੀਆਂ ਗਹਿਰਾਈਆਂ ਚੋਂ ਭਾਈ ਦਲਵੀਰ ਸਿੰਘ ਤੇ ਰੇਸ਼ਮ ਸਿੰਘ ਤੇ ਸਮੁੱਚੇ ਨਿੱਜਰ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਜੀ। ਔਰ ਇਸ ਗੱਲ ਦੀ ਖੁਸ਼ੀ ਵੀ ਹੈ ਤੇ ਸੰਤੁਸ਼ਟੀ ਵੀ ਹੈ ਕਿ ਮਾਤਾ ਕੋਤਰ ਸਮਾਂ ਜਿਹੜਾ ਕੋਤਰ ਸਮਾਂ ਆਪਣਾ ਜਨਮ ਜਿਹੜਾ ਹੈਗਾ ਉਹ ਮਨਾ ਰਹੀ ਹੈ। ਬਿਲਕੁਲ ਜੀ। ਇਹ ਸਾਡੇ ਲਈ, ਸਾਡੇ ਸ਼ੁਭਚਿੰਤਕਾਂ ਦੇ ਲਈ ਬਹੁਤ ਖੁਸ਼ੀ ਦੀ ਗੱਲ ਹੈ। ਮੈਂ ਤੁਹਾਡੀ ਗੱਲ ਦੇ ਵਿੱਚ ਪੂਰੀ ਤਰ੍ਹਾਂ ਸ਼ਰੀਕ ਹੁੰਦਾ। ਜਿਵੇਂ ਤੁਸੀਂ ਕਿਹਾ ਕਿ ਸਭ ਤੋਂ ਵੱਡਾ ਇਸ਼ਟ, ਸਭ ਤੋਂ ਵੱਡਾ ਧਰਮ ਵਿਅਕਤੀ ਦਾ, ਮਨੁੱਖ ਦਾ ਇਹੀ ਹੈ ਕਿ ਉਹ ਆਪਣੇ ਮਾਪਿਆਂ ਦੀ ਸੇਵਾ ਕਰੇ। ਅਸੀਂ ਦੇਖਦੇ ਹਾਂ ਇਸ ਵੇਲੇ ਭਾਰਤ ਦੇ ਵਿੱਚ ਵੀ ਤੇ ਦੁਨੀਆ ਦੇ ਬਾਕੀ ਦੇਸ਼ਾਂ ਦੇ ਵਿੱਚ ਕਿ ਬਹੁਤ ਸਾਰੇ ਖਾਂਦੇ ਪੀਂਦੇ ਲੋਕ ਜਿਨ੍ਹਾਂ ਦੇ ਕੋਲ ਕੋਈ ਕਮੀ ਨਹੀਂ ਹੈ, ਕੋਈ ਦੌਲਤ ਦੀ ਕਮੀ ਨਹੀਂ, ਕੋਈ ਸਾਧਨਾਂ ਦੀ ਕਮੀ ਨਹੀਂ, ਤੇ ਉਹ ਆਪਣੇ ਵੱਡੇ ਵਡੇਰਿਆਂ ਨੂੰ ਜਦੋਂ ਬੁਢਾਪਾ ਦਿਵਸ ਆਉਂਦਾ, ਬੁਢਾਪਾ ਦਿਵਸ ਦੇ ਮੌਕੇ ਦੇ ਉੱਤੇ ਅਸੀਂ ਜਾ ਕੇ ਵੱਖ-ਵੱਖ ਆਸ਼ਰਮਾਂ ਦੇ ਵਿੱਚ ਦੇਖਦੇ ਹਾਂ, ਜਿਹੜੇ ਬੁਢਾਪਾ ਆਸ਼ਰਮ ਹੁੰਦੇ ਹੈ, ਵੱਡੇ ਵੱਡੇ ਘਰਾਂ ਦੇ ਲੋਕ ਜਿਹੜੇ ਹੈਗੇ ਆ ਉਹ ਬੁਢਾਪਾ ਆਸ਼ਰਮ ਦੇ ਵਿੱਚ ਛੱਡੇ ਹੁੰਦੇ ਹੈ। ਔਰ ਤੁਸੀਂ ਦੇਖੋ ਕਿ ਉਸ ਵੇਲੇ ਜਿਹੜੀ ਇਕਲਾਪੇ ਦਾ ਉਹਨਾਂ ਨੂੰ ਸੰਤਾਪ ਝੱਲਣਾ ਪੈਂਦਾ ਹੈ। ਉਹ ਸਾਰੀਆਂ ਬਿਮਾਰੀਆਂ ਦੇ ਨਾਲੋਂ ਸਭ ਤੋਂ ਵੱਧ ਜਿਹੜਾ ਹੈਗਾ ਉਹਨਾਂ ਦੇ ਲਈ ਉਹ ਸੰਤਾਪ ਹੁੰਦਾ ਹੈ। ਤੇ ਮੇਰਾ ਖਿਆਲ ਹੈ ਵੀ ਉਹੋ ਜਿਹੇ ਜਿਹੜੇ ਬੱਚੇ ਆ ਉਹ ਆਪਣੇ ਮਾਪਿਆਂ ਦੀ ਸੇਵਾ ਕਰਨ ਦੀ ਬਜਾਏ ਉਹਨਾਂ ਨੂੰ ਸਜ਼ਾਵਾਂ ਦਿੰਦੇ ਹੈ। ਜੇ ਉਹ ਮੰਦਰਾਂ, ਮਸੀਤਾਂ ਜਾਂ ਗੁਰੂ ਘਰਾਂ ਦੇ ਵਿੱਚ ਜਾ ਕੇ ਮੱਥਾ ਟੇਕਣ, ਲੰਗਰ ਲਾਉਣ, ਤਾਂ ਲਾਹਨਤ ਹੈ ਇਹੋ ਜਿਹੇ ਲੰਗਰਾਂ ਦੇ ਜਿਹੜੇ ਆਪਣੇ ਮਾਪਿਆਂ ਨੂੰ ਨਹੀਂ ਸੰਭਾਲਦੇ। ਸੋ ਅਸੀਂ ਸ਼ੁਕਰਗੁਜ਼ਾਰ ਵੀ ਹਾਂ ਤੇ ਮੁਬਾਰਕਬਾਦ ਵੀ ਦਿੰਦੇ ਹਾਂ ਕਿ ਭਾਈ ਸਾਹਿਬ, ਭਾਈ ਦਲਵੀਰ ਸਿੰਘ ਨਿੱਜਰ ਤੇ ਉਹਨਾਂ ਦਾ ਸਮੁੱਚਾ ਪਰਿਵਾਰ ਜਿਸ ਤਰ੍ਹਾਂ ਮਾਤਾ ਜੀ ਦੀ ਸੇਵਾ ਕਰਦੇ ਆ, ਉਹਨਾਂ ਦੀ ਸੇਵਾ ਸੰਭਾਲ ਕਰਦੇ ਆ। ਇਹ ਜਿਹੜਾ ਹੈਗਾ ਇਹ ਹਰ ਬੰਦੇ ਦੇ ਹਿੱਸੇ ਦੇ ਵਿੱਚ ਇੱਕ ਜਿਹੜਾ ਆਉਣਾ ਚਾਹੀਦਾ ਹੈ। ਹਰ ਬੰਦੇ ਨੂੰ ਇੰਨੀ ਕੀ ਸਮਰਥ ਆਵੇ ਕਿ ਉਹ ਆਪਣੇ ਮਾਪਿਆਂ ਦੀ ਸੇਵਾ ਕਰੀਏ। ਬਾਕੀ ਸਭ ਚੀਜ਼ਾਂ ਬਾਅਦ ਦੀਆਂ। ਗੁਰਦਾਸ ਮਾਨ ਵੀ ਕਹਿੰਦਾ ਕਿ ਬਾਕੀ ਸਭ ਕੰਮਾਂ ਪਿੱਛਾਂ ਦੇ ਪਾਸੇ ਛੱਡ ਦਿਓ ਤੇ ਜਿਹੜੇ ਮਾਪੇ ਹੈ, ਮਾਪਿਆਂ ਦੀ ਸੇਵਾ ਸਭ ਤੋਂ ਵੱਡੀ ਗੱਲ ਹੈ। ਮਾਂ, ਜੇ ਅਸੀਂ ਪੰਜਾਬ ਦੇ ਫੋਕ ਸਿੰਗਰ ਕੁਲਦੀਪ ਮਾਨਕ ਦੀ ਗੱਲ ਕਰਦੇ ਹਾਂ ਤਾਂ ਉਹਦੀ ਕਲੀਕ ਯਾਦ ਹੁੰਦੀ ਆ, ਮਾਂ ਹੁੰਦੀ ਆ, ਮਾਂ ਉਹ ਦੁਨੀਆ ਵਾਲੇ, ਇਹ ਕਿਸੇ ਦੇ ਹਿੱਸੇ ਆਉਂਦੀ ਹੈ ਇਹ ਜਿਹੜੀ ਸੇਵਾ ਹੈ। ਤੇ ਸਮੁੱਚੇ ਨਿੱਜਰ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਜੀ। ਹਾਂ ਬਿਲਕੁਲ ਜੀ। ਕਹਿੰਦੇ ਜੀ ਕभी खुशी ਤੇ कभी ਗਮ। ਆਪਾਂ ਹੁਣ ਇੱਕ ਬੰਨੇ ਤਾਂ ਵਧਾਈਆਂ ਦਿੱਤੀਆਂ ਭਾਈ ਦਲਬੀਰ ਸਿੰਘ ਨਿੱਜਰ ਹੋਣਾ ਦੇ ਪਰਿਵਾਰ ਨੂੰ, ਨਿੱਜਰ ਪਰਿਵਾਰ ਨੂੰ, ਤੇ ਦੂਸਰੇ ਬੰਨੇ ਆ ਜੀ ਆਪਣੇ ਬੜੇ ਕਰੀਬੀ ਦੋਸਤ ਆ ਸਰਜੀਤ ਸਿੰਘ ਸੋਢੀ ਹੋਣੀ, ਸਰਜੀਤ ਸਿੰਘ ਸੋਢੀ ਤੇ ਹਰਜੀਤ ਸਿੰਘ ਸੋਢੀ ਤੇ ਗੁਰਮੀਤ ਸਿੰਘ ਸੋਢੀ। ਇਹਨਾਂ ਦੇ ਵੀ ਮਾਤਾ ਜੀ ਪਹਿਲਾਂ ਇੱਥੇ ਕੈਨੇਡਾ ਦੇ ਵਿੱਚ ਰਹਿੰਦੇ ਹੁੰਦੇ ਸੀ, ਇਹਨਾਂ ਦੇ ਪੇਰੈਂਟਸ। ਤੇ ਮੈਨੂੰ ਤਾਂ ਅੱਜ ਹੀ ਪਤਾ ਲੱਗਾ ਜੀ, ਸਾਡੇ ਗੁਆਂਢੀ ਆ ਮੋਗੇ ਤੋਂ ਆ, ਤੇ ਉਹ ਉੱਥੇ ਕਾਲ ਚਲਾਉਣਾ ਕਰ ਗਏ ਆ। ਤੇ ਮਾਤਾ ਜਿਹੜੀ ਆ ਬਖਸ਼ਿੰਦ ਕੌਰ 78 ਸਾਲ ਦੀ ਉਮਰ ਸੀਗੀ, ਹਾਲੇ ਬਿਲਕੁਲ ਸਿਹਤ ਪੱਖੋਂ ਬਹੁਤ ਵਧੀਆ ਸੀਗਾ।
ਤੇ ਸੋਢੀ ਪਰਿਵਾਰ ਜਿਹੜੇ ਪ੍ਰੋਜਨ ਆਟੋ ਕਲੀਜ਼ਨ ਵਾਲੇ ਆ, ਸਾਡੇ ਪ੍ਰਾਊਡ ਸਪਾਂਸਰ ਵੀ ਆ ਢਿੱਲੋਂ ਸਾਹਿਬ। ਇੰਨਾ ਮੇਰਾ ਉਹਨਾਂ ਦੇ ਨਾਲ ਪਿਆਰ ਆ ਤੇ ਅੱਜ ਮੈਨੂੰ ਪਤਾ ਲੱਗਾ ਵੀ ਉਹ ਮੋਗੇ ਤੋਂ ਆ, ਤੇ ਫਿਰ ਮੈਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਆ ਤੇ ਉਹਨਾਂ ਦੀ ਮਾਤਾ ਜਿਹੜੀ ਉਹ ਅਕਾਲ ਚਲਾਣਾ ਕਰ ਗਏ ਆ ਤੇ ਉਹ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ। ਤਾਂ ਅਸੀਂ ਪਰਿਵਾਰ ਦੇ ਨਾਲ ਪੂਰਾ ਸ਼ਰੀਕ ਹੁੰਦੇ ਜੀ ਉਹਨਾਂ ਦੇ ਦੁੱਖ ਦੇ ਵਿੱਚ, ਕਿਉਂਕਿ 78 ਕੁ ਸਾਲ ਦੇ ਸੀ ਤੇ ਉਹਨਾਂ ਨੂੰ ਹਾਰਟ ਅਟੈਕ ਹੋ ਗਿਆ। ਤੇ ਅੱਜ ਹੀ ਮੇਰੀ ਗੱਲਬਾਤ ਹੋਈ ਆ। ਪਰਮਾਤਮਾ ਉਹਨਾਂ ਨੂੰ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਤੇ ਜਿਹੜਾ ਗੁਰਦੁਆਰਾ ਜੀ ਦੇ ਵਿੱਚ ਸ਼ਾਇਦ ਐਤਵਾਰ ਨੂੰ ਸੁਖਮਨੀ ਸਾਹਿਬ ਦੇ ਪਾਠ ਆ 12 ਤੋਂ 2 ਵਜੇ ਤੱਕ। ਬਾਕੀ ਜਿਹੜੀ ਪੂਰੀ ਜਾਣਕਾਰੀ ਅਸੀਂ 1-2 ਦਿਨਾਂ ਦੇ ਵਿੱਚ ਦੇ ਦਾਂਗੇ। ਇਹ ਜਿਹੜਾ ਸੋਢੀ ਪਰਿਵਾਰ ਆ ਜੀ ਪ੍ਰੋਵੀਜ਼ਨ ਆਟੋ ਕਲੀਜ਼ਨ ਵਾਲੇ ਮਾਤਾ ਬਖਸ਼ਿੰਦ ਕੌਰ ਜੀ, ਉਹ ਸਾਨੂੰ ਸਦੀਵੀ ਵਿਛੋੜਾ ਦੇ ਗਏ। ਤੇ ਸੋਢੀ ਪਰਿਵਾਰ ਦੇ ਨਾਲ ਅਸੀਂ ਉਹਨਾਂ ਦੇ ਦੁੱਖ ਦੇ ਵਿੱਚ ਸ਼ਰੀਕ ਹੁੰਦੇ ਹਾਂ ਤੇ ਅਰਦਾਸ ਕਰਦੇ ਪਰਮਾਤਮਾ ਉਹਨਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਚੱਲਦੇ ਜੀ ਆਪਾਂ ਖਬਰਾਂ ਤੇ। ਢਿੱਲੋਂ ਸਾਹਿਬ, ਜਿਸ ਤਰ੍ਹਾਂ ਖਬਰਾਂ ਆ ਰਹੀਆਂ ਜੀ, ਮਹਿੰਦਰ ਟਕੈਤ ਦਾ ਬੇਟਾ ਜੀ ਰਕੇਸ਼ ਟਕੈਤ ਇਸ ਟਾਈਮ ਪੂਰੀ ਚਰਚਾ ਦੇ ਵਿੱਚ ਆ। ਕਿਸਾਨ ਸੰਘਰਸ਼ ਨੂੰ ਉਹਨੇ ਸਾਂਭਿਆ, ਸਾਰਾ ਕੁਝ ਕੀਤਾ ਤੇ ਉਸ ਤੋਂ ਬਾਅਦ ਕਹਿੰਦੇ ਹੁਣ ਉਹਨੇ ਕਿਹਾ ਜੀ, ਕਹਿੰਦਾ ਇਹ ਸ਼ਾਹੀਨ ਬਾਗ ਨਹੀਂ, ਸਰਕਾਰ ਦੇ ਦਿੱਲੀ ਮੁੜਦੇ ਹੀ ਜੁੜਨਗੀਆਂ ਭੀੜਾਂ। ਬਿਲਕੁਲ ਜੀ, ਟਕੈਤ ਸਾਹਿਬ ਨੂੰ ਇਹ ਗੱਲ ਕਹਿਣ ਦੀ ਲੋੜ ਕਿਉਂ ਪਈ? ਇਹਦੇ ਤੇ ਸਾਨੂੰ 2-3 ਜਿਹੜੇ ਹੈਗੇ ਬਿਆਨਾਂ ਨੂੰ ਧਿਆਨ 'ਚ ਰੱਖਣਾ ਪੈਣਾ, ਜਿਹੜੇ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਵੱਲੋਂ ਤੇ ਕੇਂਦਰੀ ਵਜ਼ੀਰਾਂ ਵੱਲੋਂ ਦਿੱਤੇ ਗਏ ਆ ਜੀ। ਪਹਿਲਾ ਬਿਆਨ ਦਿੱਤਾ ਸੀ ਡਾਕਟਰ ਹਰਸ਼ਵਰਧਨ ਨੇ, ਜਿਹੜੇ ਭਾਰਤ ਦੇ ਸਿਹਤ ਮੰਤਰੀ ਹੈ ਜੀ। ਉਹਨਾਂ ਨੇ ਕਿਹਾ ਸੀ ਕਿ ਜਿਹੜੀ ਦਿੱਲੀ ਦੇ ਬਾਰਡਰਾਂ ਦੇ ਉੱਤੇ ਕਿਸਾਨ ਬੈਠੇ ਹੈ ਜੀ, ਇਹਨਾਂ ਦੀ ਵਜ੍ਹਾ ਕਾਰਨ ਜਿਹੜੀ ਐਡੀ ਵੱਡੀ ਭੀੜ ਹੈ, ਇਸ ਭੀੜ ਦੀ ਵਜ੍ਹਾ ਕਾਰਨ ਕੋਰੋਨਾ ਮਹਾਮਾਰੀ ਦਾ ਜਿਹੜਾ ਬੰਬ ਹੈ ਉਹ ਫੁੱਟ ਸਕਦਾ ਹੈ। ਤੇ ਦੂਸਰੀ ਗੱਲ ਜਿਹੜੀ ਉਹਨਾਂ ਨੇ ਕਹੀ ਸੀ ਆਪਣੇ ਤੋਮਰ ਸਾਹਿਬ ਨੇ ਜੀ, ਤੋਮਰ ਸਾਹਿਬ ਨੇ ਕਿਹਾ ਕਿ ਕਿਸਾਨਾਂ ਨੂੰ ਚਾਹੀਦਾ ਉਹ ਆਪੋ ਆਪਣੇ ਘਰਾਂ ਨੂੰ ਚਲੇ ਜਾਣ, ਇੱਕ ਵਾਰੀ ਉਹ ਆਪਣਾ ਸੰਘਰਸ਼ ਮੁਲਤਵੀ ਕਰ ਦੇਣ ਔਰ ਉਹ ਤੋਂ ਬਾਅਦ ਫਿਰ ਬਾਅਦ ਦੇ ਵਿੱਚ ਅਸੀਂ ਦੇਖਾਂਗੇ ਗੱਲਬਾਤ ਕੀਤੀ ਜਾ ਸਕਦੀ ਹੈ। ਭਾਵ ਹੈ ਕਿ ਪਹਿਲਾਂ ਕਿਸਾਨ ਆਪਣਾ ਸੰਘਰਸ਼ ਮੁਲਤਵੀ ਕਰਨ ਤੇ ਫਿਰ ਅਸੀਂ ਉਹਨਾਂ ਦੀ ਕੋਈ ਥੋੜੀ ਬਹੁਤੀ ਸਾਰ ਲਵਾਂਗੇ। ਇਸੇ ਤਰੀਕੇ ਅਨਿਲ ਵਿਜ ਹੈ ਜੀ, ਉਹ ਹਰਿਆਣਾ ਦਾ ਗ੍ਰਹਿ ਮੰਤਰੀ ਵੀ ਹੈ ਤੇ ਸਿਹਤ ਮੰਤਰੀ ਵੀ ਹੈ। ਅਨਿਲ ਵਿਜ ਦੀ ਨਜ਼ਰ ਬੜੇ ਲੰਬੇ ਸਮੇਂ ਤੋਂ ਹਰਿਆਣੇ ਦੇ ਮੁੱਖ ਮੰਤਰੀ ਦੀ ਕੁਰਸੀ ਉੱਤੇ ਟਿਕੀ ਹੋਈ ਸੀ ਜੀ। ਉਹਨੂੰ ਉਮੀਦ ਇਹ ਸੀ ਕਿ ਉਹਨੂੰ ਮੁੱਖ ਮੰਤਰੀ ਬਣਾ ਦਿੱਤਾ ਜਾਊਗਾ। ਤੇ ਜਦੋਂ 10 ਸਾਲ ਪਹਿਲਾਂ ਚੋਣ ਹੋਈ ਹੈ, 10-11 ਸਾਲ ਪਹਿਲਾਂ ਹਰਿਆਣਾ ਵਿਧਾਨ ਸਭਾ ਦੀ, ਉਦੋਂ ਹੋਇਆ ਕੀ ਸੀ ਕਿ ਨਰਿੰਦਰ ਮੋਦੀ ਸਾਹਿਬ ਨੇ RSS ਦੇ ਇੱਕ ਪ੍ਰਚਾਰਕ ਮਨੋਹਰ ਲਾਲ ਖੱਟਰ ਨੂੰ ਲਿਆਂਦਾ ਤੇ ਇਹ ਕਹਿੰਦਾ ਸੀ ਕਿ ਖੱਟਰ ਇੱਥੇ ਦਾ ਮੁੱਖ ਮੰਤਰੀ ਬਣੂਗਾ। ਵਿਜ ਸਾਹਿਬ ਉਦੋਂ ਤੋਂ ਭਾਵੇਂ ਗ੍ਰਹਿ ਮੰਤਰੀ ਵੀ ਹੈਗੇ ਹੈ ਤੇ ਹੈਲਥ ਮਿਨਿਸਟਰ ਵੀ ਹੈ, ਲੇਕਿਨ ਉਹ ਆਪਣੇ ਆਪ ਨੂੰ ਕੱਟੇ ਜੇ ਮਹਿਸੂਸ ਕਰਦੇ ਆ ਕਿ ਮੈਂ ਮੁੱਖ ਮੰਤਰੀ ਹੋਣਾ ਸੀ। ਤੇ ਬੋਲਬਾਣੀ ਦੇ ਲਿਹਾਜ਼ ਦੇ ਨਾਲ ਵੀ ਕਈ ਵਾਰੀ ਉਹ ਕਲੇਸ਼ ਹੀ ਪਾ ਲੈਂਦਾ ਹੈ। ਪਿਛਲੇ ਸਮੇਂ ਦੇ ਵਿੱਚ ਉਹ ਇੱਕ ਜ਼ਿਲ੍ਹੇ ਦੇ ਵਿੱਚ ਗਿਆ ਤੇ ਉੱਥੇ ਮੀਟਿੰਗ ਕਰ ਰਿਹਾ ਸੀ। ਮੀਟਿੰਗ ਕਰਦਾ ਇੱਕ ਲੇਡੀ ਆਫੀਸਰ ਦੇ ਨਾਲ ਥੋੜੀ ਜੀ ਤਲਕ ਕਲਾਮੀ ਹੋਈ ਤੇ ਲੇਡੀ ਆਫੀਸਰ ਨੂੰ ਕਹਿੰਦਾ ਗੈਟ ਆਊਟ, ਤੇ ਉਹਨੇ ਬੜੀ ਤਮੀਜ਼ ਨਾਲ ਬੀਬੀ ਨੇ ਕਿਹਾ ਕਿ ਜੀ ਮੈਂ ਪਬਲਿਕ ਸਰਵੈਂਟ ਹਾਂ, ਮੈਂ ਸਰਕਾਰ ਤੋਂ ਤਨਖਾਹ ਲੈਣੀ ਹੈ, ਨੌਕਰੀ ਕਰਦੀ ਹਾਂ ਤੇ ਮੈਂ ਇਸ ਤਰ੍ਹਾਂ ਕਿਵੇਂ ਚਲੀ ਜਾਵਾਂ ਤੁਹਾਡੇ ਕਹਿਣ ਤੇ? ਮੇਰੀ ਡਿਊਟੀ ਹੈ, ਮੈਂ ਤਾਂ ਆਪਣੀ ਡਿਊਟੀ ਤੇ ਤੈਨਾਤ ਹਾਂ। ਕਹਿੰਦਾ ਫਿਰ ਮੈਂ ਚਲਾ ਜਾਣਾ। ਉਹ ਕਹਿੰਦੀ ਜੀ ਇਹ ਤੁਹਾਡੀ ਮਰਜ਼ੀ ਹੈ ਤੇ ਮੈਂ ਰੋਕਦੀ ਨਹੀਂ। ਤੇ ਫਿਰ ਉਹਦੇ ਵਾਸਤੇ ਕੋਈ ਚਾਰਾ ਨਾ ਰਹੇ ਤੇ ਨੋਟ ਕੇ ਜਾਣਾ ਪੈ ਗਿਆ ਸੀ। ਇਹ ਪਹਿਲੀ ਵਾਰ ਹੋਇਆ ਕਿ ਕੋਈ ਮੰਤਰੀ ਕਿਸੇ ਅਫੀਸਰ ਦੇ ਕਹਿਣ ਤੇ, ਬਿਊਰੋਕਰੇਟ ਦੇ ਕਹਿਣ ਦੇ ਉੱਤੇ ਮੀਟਿੰਗ ਛੱਡਣ ਲਈ ਮਜਬੂਰ ਹੋ ਗਿਆ ਸੀ। ਉਹਨੇ ਵੀ ਇੱਕ ਚਿੱਠੀ ਲਿਖੀ ਹੈ ਨਰਿੰਦਰ ਤੋਮਰ ਨੂੰ, ਔਰ ਉਸ ਚਿੱਠੀ ਦੇ ਵਿੱਚ ਉਹ ਕੀ ਕਹਿੰਦਾ ਹੈ ਕਿ ਕਿਸਾਨਾਂ ਦੇ ਨਾਲ ਗੱਲਬਾਤ ਕਰੋ। ਕਿਸਾਨਾਂ ਨਾਲ ਗੱਲਬਾਤ ਕਰਨੀ ਬਹੁਤ ਜ਼ਰੂਰੀ ਹੈ। ਜੇ ਗੱਲਬਾਤ ਨਾ ਕੀਤੀ ਤੇ ਐਡੀਆਂ ਵੱਡੀਆਂ ਭੀੜਾਂ ਇੱਥੇ ਬੈਠੀਆਂ, ਨਤੀਜਾ ਇਹ ਹੋਊਗਾ ਕਿ ਫਿਰ ਕਰੋਨਾ ਵੱਡੇ ਪੱਧਰ ਤੇ ਫੈਲ ਜੂ। ਇਹ ਜਿਹੜੀਆਂ 3 ਲੀਡਰਾਂ ਦੀਆਂ ਵੱਖ-ਵੱਖ ਸਟੇਟਮੈਂਟਸ ਆਈਆਂ, ਉਹਨਾਂ ਸਟੇਟਮੈਂਟਸ ਦੇ ਸੰਦਰਭ ਦੇ ਵਿੱਚ ਟਕੈਤ ਸਾਹਿਬ ਵੀ ਫਿਰ ਬੋਲ ਪਏ। ਟਕੈਤ ਸਾਹਿਬ ਕਿੱਥੇ ਬੋਲੇ? ਇਹ ਐਤਵਾਰ ਦੀ ਗੱਲ ਹੈ। ਐਤਵਾਰ ਦੇ ਦਿਨ ਇੱਕ ਸਿੰਘੂ ਬਾਰਡਰ ਦੇ ਕੋਲੇ ਇੱਕ ਪਿੰਡ ਹੈ, ਉਸ ਪਿੰਡ ਦੇ ਵਿੱਚ ਇੱਕ ਵੱਡੀ ਮਹਾਪੰਚਾਇਤ ਹੋਈ ਸੀ। ਇਹ ਮਹਾਪੰਚਾਇਤ ਜਿਹੜੀ ਮਜ਼ਦੂਰਾਂ ਤੇ ਕਿਸਾਨਾਂ ਦੀ ਹੋਈ ਸੀ। ਇਸ ਮਹਾਪੰਚਾਇਤ ਦੇ ਹੋਣ ਦਾ ਕਾਰਨ ਵੱਡਾ ਇਹ ਸੀ ਕਿ ਹਰਿਆਣਾ ਦਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਇਹ ਚਾਹੁੰਦਾ ਸੀ ਕਿ ਕੱਲ ਨੂੰ, ਅੱਜ 13 ਅਪ੍ਰੈਲ ਆ ਭਾਰਤ ਦੇ ਵਿੱਚ, ਕੱਲ ਨੂੰ 14 ਅਪ੍ਰੈਲ, ਕੱਲ ਨੂੰ ਸਾਡੇ ਜਿਹੜੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਹੈ ਡਾਕਟਰ VR ਅੰਬੇਦਕਰ, ਉਹਨਾਂ ਦਾ ਜਨਮ ਦਿਹਾੜਾ ਹੈ।
ਕਿਸਾਨਾਂ ਨੇ ਇਸ ਜਨਮ ਦਿਹਾੜੇ ਨੂੰ ਭਾਰਤੀ ਸੰਵਿਧਾਨ ਬਚਾਓ ਦਿਵਸ ਵਜੋਂ ਮਨਾਉਣ ਦਾ ਫੈਸਲਾ ਕੀਤਾ ਹੈ, ਕਿਉਂਕਿ ਭਾਰਤੀ ਸੰਵਿਧਾਨ ਨੂੰ ਜਿੰਨਾ ਖਤਰਾ ਇਸ ਵੇਲੇ ਉਹਨਾਂ ਪਹਿਲਾਂ ਕਦੇ ਵੀ ਨਹੀਂ ਸੀ। ਸੰਵਿਧਾਨ ਨਾਲ ਛੇੜਛਾੜ ਕੀਤੇ ਤੋਂ ਬਗੈਰ ਸੰਵਿਧਾਨ ਦੀ ਆਤਮਾ ਜਿਹੜੀ ਉਹ ਖਤਮ ਕੀਤੀ ਜਾ ਰਹੀ ਹੈ। ਸੰਵਿਧਾਨ ਦੇ ਵਿੱਚ ਜਿਹੜੀਆਂ ਹੈਗੀਆਂ ਤਬਦੀਲੀਆਂ ਕੀਤੇ ਤੋਂ ਬਗੈਰ ਗੈਰ ਸੰਵਿਧਾਨਕ ਕੰਮ ਕੀਤੇ ਜਾ ਰਹੇ ਹੈ। ਇਹਨੂੰ ਲੈ ਕੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਹੈਗਾ ਵਿਆਪਕ ਬੇਚੈਨੀ ਹੈ, ਔਰ ਇਹਨੂੰ ਮੱਦੇਨਜ਼ਰ ਰੱਖਦੇ ਤੇ ਲੋਕਾਂ ਦਾ ਧਿਆਨ ਇਸ ਪਾਸੇ ਖਿੱਚਣ ਵਾਸਤੇ ਕਿਸਾਨਾਂ ਨੇ ਕਿਹਾ ਜੀ ਆਪਾਂ ਭਾਰਤੀ ਸੰਵਿਧਾਨ ਬਚਾਓ ਦਿਵਸ ਮਨਾਉਣਾ ਹੈ। ਤੇ ਨਾਲ ਹੀ ਫਿਰ ਸ਼ਰਾਰਤ ਸੁਝੀ ਮਨੋਹਰ ਲਾਲ ਖੱਟਰ ਨੂੰ, ਉਹਨੇ ਕਹਿ ਦਿੱਤਾ ਜੀ ਸਿੰਘੂ ਬਾਰਡਰ ਦੇ ਲਾਗੇ ਅਸੀਂ ਡਾਕਟਰ BR ਅੰਬੇਦਕਰ ਦਾ ਬੁੱਤ ਸਥਾਪਿਤ ਕਰਨਾ ਸਰਕਾਰੀ ਖਰਚੇ ਤੇ ਕਰਨਾ ਚਾਹੀਦਾ, ਸਾਨੂੰ ਇਸ ਗੱਲ ਦੇ ਉੱਤੇ ਕੋਈ ਇਤਰਾਜ਼ ਨਹੀਂ। ਤੁਸੀਂ ਜੇ ਕਦੇ ਆਏ ਹੋਗੇ ਦੇਖਿਆ ਹੋਣਾ ਹੈ ਕਿ ਮਲੋਟ ਤੋਂ ਜਿਹੜੀ ਡੱਬ ਵਾਲੀ ਨੂੰ ਸੜਕ ਆਉਂਦੀ ਹੈ, ਉਸ ਸੜਕ ਦੇ ਖੱਬੇ ਪਾਸੇ ਸਾਡਾ ਇੱਕ ਪੰਜਾਬ ਦਾ ਪਿੰਡ ਹੈ ਕਿੱਲਿਆਂ ਵਾਲੀ, ਬਿਲਕੁਲ ਹੱਦ ਦੇ ਉੱਤੇ ਹੈ, ਨਾਲ ਦੇ ਡੱਬ ਵਾਲੀ ਦੇ ਵਿੱਚ ਹੀ ਰਲਦਾ ਮਿਲਦਾ ਹੈ। ਔਰ ਕਿੱਲਿਆਂ ਵਾਲੀ ਪਿੰਡ ਦੇ ਵੀ ਜਿਹੜੀ ਦਾਣਾ ਮੰਡੀ ਹੈ, ਉਸ ਦਾਣਾ ਮੰਡੀ ਦੇ ਵਿੱਚ ਬਹੁਤ ਉੱਚਾ ਬੁੱਤ ਲੱਗਿਆ ਹੋਇਆ ਹੈ। ਉਹ ਬੁੱਤ ਕਿਹਦਾ ਜੀ? ਉਹ ਬੁੱਤ ਹੈ ਚੌਧਰੀ ਦੇਵੀ ਲਾਲ ਦਾ। ਉਸ ਚੌਧਰੀ ਦੇਵੀ ਲਾਲ ਦਾ, ਜਿਸ ਚੌਧਰੀ ਦੇਵੀ ਲਾਲ ਨੇ ਪੰਜਾਬ ਦੇ ਖਿਲਾਫ ਵਾਰ-ਵਾਰ ਅੰਦੋਲਨ ਕੀਤੇ ਸੀ ਨਿਆਂ ਯੁੱਧ ਦੇ ਨਾਂ ਤੇ, ਕਿ ਬੇਇਨਸਾਫੀ ਹੋ ਰਹੀ ਹੈ ਹਰਿਆਣੇ ਦੇ ਨਾਲ, ਸਾਨੂੰ ਪਾਣੀ ਨਹੀਂ ਮਿਲਦਾ, ਔਰ ਉਹਨੇ ਅੰਦੋਲਨ ਕੀਤਾ ਸੀ। ਤੇ ਉਹਦਾ ਜਿਹੜਾ ਬੁੱਤ ਸਥਾਪਿਤ ਕਿਹਨੇ ਕੀਤਾ ਜੀ? ਉਹ ਪੰਜਾਬ ਦੇ ਮੁੱਖ ਮੰਤਰੀ ਉਦੋਂ ਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ, ਤੇ ਉਹਦਾ ਉਦਘਾਟਨ ਕੀਤਾ ਸੀ ਦੇਸ਼ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ, ਉਹਦਾ ਪਰਦਾ ਉਠਾਇਆ ਸੀ। ਸੋ ਬੁੱਤ ਆਪਣੀ ਥਾਂ ਦੇ ਉੱਤੇ ਹੁੰਦੇ ਆ, ਸਿਆਸਤ ਆਪਣੀ ਥਾਂ ਦੇ ਉੱਤੇ ਚੱਲਦੀ ਰਹਿੰਦੀ ਹੈ। ਲੇਕਿਨ ਇਹ ਬੁੱਤ ਲਾਉਣ ਦਾ ਮਤਲਬ ਕੀ ਸੀ? ਕਿ ਕਿਸਾਨਾਂ ਦਾ ਤੇ ਮਜ਼ਦੂਰਾਂ ਦਾ ਆਪਸ ਵਿੱਚ ਕਲੇਸ਼ ਪਵਾਇਆ ਜਾਵੇ, ਇਹਨਾਂ ਨੂੰ ਆਪਸ ਵਿੱਚ ਡਾਂਗੋ ਡਾਂਗੀ ਕਰਵਾਇਆ ਜਾਵੇ ਕਿ ਕਿਸਾਨ ਤੁਹਾਡੇ ਖਿਲਾਫ ਹੈ। ਪਰ ਉੱਥੋਂ ਦੇ ਮਜ਼ਦੂਰਾਂ ਨੇ ਤੇ ਉੱਥੋਂ ਦੇ ਆਮ ਲੋਕਾਂ ਨੇ ਇੱਕ ਬਹੁਤ ਵਧੀਆ ਸਿਆਣਪ ਕੀਤੀ। ਉਹਨਾਂ ਨੇ ਜੀ ਫਿਰ ਐਤਵਾਰ ਦੇ ਦਿਨ ਸਰਬ ਖਾਪ ਸਰਬ ਜਾਤ ਇਹ ਪੰਚਾਇਤ ਬਣਾ ਲਈ। ਇਹ ਜਦੋਂ ਪੰਚਾਇਤ ਬੁਲਾਈ ਤੇ ਇਸ ਪੰਚਾਇਤ ਦੇ ਵਿੱਚ ਕਿਸਾਨ ਲੀਡਰਾਂ ਨੂੰ ਵੀ ਬੁਲਾ ਲਿਆ। ਕਿਸਾਨ ਲੀਡਰਾਂ ਦੇ ਵਿੱਚੋਂ ਬਾਕੀ ਸਾਰੇ ਗਏ, ਪੰਜਾਬ ਵਾਲੇ ਵੀ ਗਏ ਤੇ ਟਕੈਤ ਸਾਹਿਬ ਗਏ। ਤੇ ਟਕੈਤ ਸਾਹਿਬ ਨੇ ਉੱਥੇ ਭਾਸ਼ਣ ਵੀ ਕੀਤਾ ਤੇ ਉਹਨੇ ਇੱਕ ਗੱਲ ਕਹਿ ਦਿੱਤੀ ਕਿ ਮਨੋਹਰ ਲਾਲ ਖੱਟਰ ਬਾਜ ਆ ਜਾ, ਇਹ ਮਤ ਸੋਚ ਕੇ ਅਸੀਂ ਉੱਠ ਕੇ ਚਲੇ ਜਾਵਾਂਗੇ। ਇਹ ਮਤ ਸੋਚੇ ਪ੍ਰਧਾਨ ਮੰਤਰੀ ਕਿ ਇਹ ਸ਼ਾਹੀਨ ਬਾਗ ਹੈ, ਔਰ ਕਰੋਨਾ ਦੇ ਨਾਂ ਦੇ ਉੱਤੇ ਸ਼ਾਹੀਨ ਬਾਗ ਦਾ ਅੰਦੋਲਨ ਫੇਲ ਕਰਾ ਦੇਵਾਂਗੇ। ਇਹ ਕਿਸਾਨ ਹੈ, ਕਿਸਾਨ ਆਪਣੀਆਂ ਫਸਲਾਂ ਤੇ ਆਪਣੀਆਂ ਨਸਲਾਂ ਨੂੰ ਬਚਾਉਣ ਵਾਸਤੇ ਇੱਥੇ ਆਏ ਹੈ। ਇਹ ਆਪਣੀ ਖਾਤਰ ਨਹੀਂ ਲੜਾਈ ਲੜ ਰਹੇ, ਇਹਨਾਂ ਨੂੰ ਪਤਾ ਕਿ ਇਹਨਾਂ ਦੀ ਜੋ ਹੋਣੀ ਹੈ ਉਹ ਤਾਂ ਹੋਣੀ ਹੈ, ਆਪਣੀ ਔਲਾਦ ਦੀ ਖਾਤਰ ਆਏ ਹੈ, ਅਗਲੀਆਂ ਪੀੜ੍ਹੀਆਂ ਦੇ ਲਈ ਆਏ ਹੈ। ਇਸ ਲਈ ਇਹਨਾਂ ਨੂੰ ਤੁਸੀਂ ਸ਼ਾਹੀਨ ਬਾਗ ਦਾ ਡਰਾਵਾ ਦੇ ਕੇ, ਜਿਵੇਂ ਉੱਥੇ ਤੁਸੀਂ ਡਾਂਗ ਖੜਕਾਈ ਸੀ, ਉਸ ਡਾਂਗ ਦੇ ਨਾਲ ਘਰਾਂ ਨੂੰ ਨਹੀਂ ਮੋੜ ਸਕਦੇ। ਅਸੀਂ ਓਨੀ ਦੇਰ ਵਾਪਸ ਨਹੀਂ ਹੋਵਾਂਗੇ ਜਿੰਨੀ ਦੇਰ 3 ਕਾਲੇ ਕਾਨੂੰਨਾਂ ਨੂੰ ਵਾਪਸ ਲੈ ਕੇ ਤੇ ਕਾਨੂੰਨੀ ਗਰੰਟੀ ਨਹੀਂ ਦਿੱਤੀ ਜਾਂਦੀ MSP ਦੀ, ਅਸੀਂ ਇੱਥੇ ਬੈਠੇ ਰਹਾਂਗੇ। ਅਗਲੀ ਗੱਲ, ਉਹਨਾਂ ਨੇ ਗੋਦੀ ਮੀਡੀਆ ਦੇ ਮੂੰਹ ਤੇ ਚਪੇੜ ਮਾਰੀ ਹੈ। ਗੋਦੀ ਮੀਡੀਆ ਅੱਜ ਕੱਲ੍ਹ ਬੜਾ ਪ੍ਰਚਾਰ ਕਰ ਰਿਹਾ ਜੀ ਕਿਸਾਨਾਂ ਦੇ ਇਕੱਠ ਘੜ ਕੇ। ਇਹਦਾ ਜਵਾਬ ਬੜਾ ਵਧੀਆ ਦਿੱਤਾ ਟਕੈਤ ਸਾਹਿਬ ਨੇ। ਉਹ ਕਹਿੰਦੇ ਵੀ ਸਰਕਾਰ ਲੜ ਰਹੀ ਹੈ ਚੋਣਾਂ, 5 ਰਾਜਾਂ 'ਚ ਚੋਣਾਂ ਹੋਈ ਹੈ। ਸਰਕਾਰ ਦਾ ਜਿਹੜਾ ਹੈਗਾ ਪ੍ਰਧਾਨ ਮੰਤਰੀ ਉਹ ਬੰਗਾਲ 'ਚ ਜਾ ਕੇ ਡੇਰਾ ਲਾਇਆ ਹੋਇਆ ਉਹਨੇ। ਅਮਿਤ ਸ਼ਾਹ ਜਿਹੜਾ ਗ੍ਰਹਿ ਮੰਤਰੀ ਹੈ ਉਹ ਵੀ ਉੱਥੇ ਬੈਠਾ ਹੈ। ਬਾਕੀ ਵੀ MP ਸ਼ੈਂਪੀ ਇਹਨਾਂ ਦੇ ਸਾਰੇ ਉੱਥੇ ਬੈਠੇ ਹੋਏ ਹੈ। ਜੇ ਉਹ ਆਪਣੀਆਂ ਚੋਣਾਂ ਲੜਦੇ ਤਾਂ ਕਿਸਾਨ ਆਪਣੀਆਂ ਫਸਲਾਂ ਸੰਭਾਲਣ ਵਾਸਤੇ ਆਪੋ ਆਪਣੇ ਘਰਾਂ ਨੂੰ ਗਏ ਹੋਏ ਹੈ। ਹਾਲਾਂਕਿ ਕਿਸਾਨਾਂ ਦੀ ਵੱਡੀ ਤਾਦਾਦ ਜਿਹੜੀ ਹੈਗੀ ਆ, ਉਹ ਸਿੰਘੂ ਵੀ ਬੈਠੀ ਹੈ, ਟਿੱਕਰੀ ਵੀ ਬੈਠੀ ਹੈ, ਪਲਵਲ ਵੀ ਬੈਠੀ ਹੈ, ਗਾਜ਼ੀਪੁਰ ਵੀ ਬੈਠੀ ਹੈ, ਸਾਰੇ ਬਾਰਡਰਾਂ ਤੇ ਬੈਠੀ ਹੈ। ਪਰ ਉਹਨਾਂ ਨੇ ਕਿਹਾ ਕਿ ਕਿਸੇ ਭੁਲੇਖੇ 'ਚ ਨਾ ਰਹੋ। ਜਿੱਦਾਂ ਸਰਕਾਰ ਜੀ ਵਿਹਲੇ ਹੋ ਗਏ ਚੋਣਾਂ ਤੋਂ ਤੇ ਸਰਕਾਰ ਜੀ ਦਿੱਲੀ ਪਹੁੰਚ ਗਈ, ਉਹ ਦਿਨ ਕਹਿੰਦਾ ਭੀੜਾਂ ਤੁਸੀਂ ਦੇਖੋ, ਫਿਰ ਕਿਸਾਨਾਂ ਦੀਆਂ ਭੀੜਾਂ ਕਿੱਡੀ ਵੱਡੀ ਤਾਦਾਦ ਦੇ ਵਿੱਚ ਇੱਥੇ ਆਉਂਦੀਆਂ। ਔਰ ਉਹਦੇ ਨਾਲ ਹੀ ਉਹਨਾਂ ਨੇ ਫਿਰ ਸੱਦਾ ਵੀ ਦੇ ਦਿੱਤਾ ਕਿਸਾਨਾਂ ਨੂੰ ਕਿ ਭਰਾਵੋ ਹੁਣ ਤਕੜੇ ਹੋ ਜਾਓ, ਫਸਲਾਂ ਦੀ ਸਾਂਭ ਸੰਭਾਲ ਜੀ ਜਿੰਨੀ ਹੁੰਦੀ ਹੈ ਉਨੀ ਕਰਕੇ ਤੇ ਦਵਾ ਦਵ ਤੁਸੀਂ ਦਿੱਲੀ ਨੂੰ ਪਹੁੰਚੋ। ਇਹਨੂੰ ਚੰਦੀ ਸਾਹਿਬ ਆਪਾਂ ਜਿਹੜਾ ਕਹੀਏ ਸੰਦੇਸ਼ ਹੈ, ਇਸ ਸੰਦੇਸ਼ ਦਾ ਅਸਰ ਬੜਾ ਜਿਹੜਾ ਹੈਗਾ ਪੋਜ਼ਿਟਿਵ ਹੋਇਆ ਕਿਸਾਨ ਅੰਦੋਲਨ ਨੂੰ ਦੇਖ ਕੇ। ਕਿਉਂਕਿ ਜਿਹੜਾ ਮਨੋਹਰ ਲਾਲ ਖੱਟਰ ਉੱਥੇ ਅੰਬੇਦਕਰ ਸਾਹਿਬ ਦਾ ਬੁੱਤ ਸਥਾਪਿਤ ਕਰਨਾ ਚਾਹੁੰਦਾ ਸੀ, ਔਰ ਉੱਥੇ ਦਲਿਤ ਭਾਈਚਾਰੇ ਦਾ ਇੱਕ ਵੱਡਾ ਇਕੱਠ ਕਰਕੇ ਤੇ ਉਹਨਾਂ ਨੂੰ ਭੜਕਾਉਣਾ ਚਾਹੁੰਦਾ ਸੀ ਕਿਸਾਨਾਂ ਦੇ ਖਿਲਾਫ, ਕਿਸਾਨਾਂ ਦੇ ਅੰਦੋਲਨ ਦੇ ਡਰਦਿਆਂ ਤੇ ਇਹਨਾਂ ਦੀ ਘੁਰਕੀ ਤੋਂ ਡਰਦਿਆਂ ਉਸ ਮਨੋਹਰ ਲਾਲ ਖੱਟਰ ਨੇ ਤੇ ਆਪਣੇ ਸਾਰੇ ਪ੍ਰੋਗਰਾਮ ਮੁਲਤਵੀ ਕਰਤੇ। ਕਿਸਾਨ ਲੀਡਰਾਂ ਨੇ ਇੱਕ ਬੜਾ ਸਿਆਣਪ ਭਰਪੂਰ ਫੈਸਲਾ ਕੀਤਾ ਸੀ। ਉਹਨਾਂ ਨੇ ਕਹਿਤਾ ਕਿ ਡਾਕਟਰ ਅੰਬੇਦਕਰ ਸਾਡੇ ਸਤਿਕਾਰਤ ਹੈ, ਅਗਰ ਉਹਨਾਂ ਦਾ ਕੋਈ ਫੰਕਸ਼ਨ ਕਰਨਾ ਹੈ ਉਸ ਫੰਕਸ਼ਨ ਦੇ ਉੱਤੇ ਹਰਿਆਣੇ ਦਾ ਕੋਈ ਵੱਡਾ ਅਧਿਕਾਰੀ ਆ ਜੇ ਸਾਨੂੰ ਇਤਰਾਜ਼ ਨਹੀਂ,
ਕੋਈ MP MLA ਵਜ਼ੀਰ ਆ ਜੇ ਸਾਨੂੰ ਇਤਰਾਜ਼ ਨਹੀਂ। ਇਤਰਾਜ਼ ਹੈ ਤਾਂ ਸਿਰਫ ਦੋ ਬੰਦਿਆਂ ਤੇ ਹੈ। ਇੱਕ ਤਾਂ ਅਸੀਂ ਮਨੋਹਰ ਲਾਲ ਖੱਟਰ ਨੂੰ ਨਹੀਂ ਉੱਥੇ ਵੜਨ ਦੇਵਾਂਗੇ ਤੇ ਦੂਸਰਾ ਨਹੀਂ ਵੜਨ ਦੇਵਾਂਗੇ ਦੁਸ਼ਯੰਤ ਸਿੰਘ ਚੌਟਾਲਾ ਜੀ। ਤੇ ਫਿਰ ਮਨੋਹਰ ਲਾਲ ਖੱਟਰ ਨੇ ਦੇਖਿਆ ਕਿ ਗੱਲ ਤਾਂ ਆਪਣੀ ਬਣਨੀ ਨਹੀਂ। ਹੁਣ ਇੱਕ ਬਹਾਨਾ ਇਹ ਲਾਇਆ ਕਿ ਜਿਹੜਾ ਕਰੋਨੇ ਦਾ ਇਲਜ਼ਾਮ ਕਿਸਾਨਾਂ ਤੇ ਲਾਇਆ ਸੀ ਉਹੀ ਕਰੋਨਾ ਦਾ ਜਿਹੜਾ ਬਹਾਨਾ ਬਣਾ ਕੇ ਕਹਿੰਦੇ ਜੀ ਕਰੋਨਾ ਦੀ ਮਹਾਮਾਰੀ ਨਾ ਫੈਲੇ, ਇਸ ਕਰਕੇ ਅਸੀਂ ਇਸ ਪ੍ਰੋਗਰਾਮ ਨੂੰ ਮੁਲਤਵੀ ਕਰ ਰਹੇ ਹਾਂ। ਅਸੀਂ ਨਹੀਂ ਇਹਦੇ ਵਿੱਚ ਆਵਾਂਗੇ, ਡਿਜੀਟਲ ਸਿਸਟਮ ਦੇ ਨਾਲ ਹੋਊਗਾ। ਸੋ ਜੇ ਆਪਾਂ ਕਰੋਨਾ ਦੇ ਹਿਸਾਬ ਕਿਤਾਬ ਨਾਲ ਦੇਖੀਏ ਤਾਂ ਕਰੋਨਾ ਦੀ ਹਾਲਤ ਕੀ ਹੈ। ਪ੍ਰਧਾਨ ਮੰਤਰੀ ਇਸ ਵੇਲੇ ਬੰਗਾਲ ਦੇ ਵਿੱਚ ਬੀਬੀ ਮਮਤਾ ਬੈਨਰਜੀ ਨੂੰ ਲਲਕਾਰਦੇ ਫਿਰਦੇ ਹੈ ਔਰ ਪ੍ਰਧਾਨ ਮੰਤਰੀ ਜਿਸ ਵੇਲੇ ਉੱਥੇ ਗਏ ਹੋਏ ਹੈ ਕਿ ਉਹ COVID-19 ਦੀਆਂ ਜਿਹੜੀਆਂ ਗਾਈਡਲਾਈਨਸ ਹੈ ਜਾਂ ਜਿਹੜਾ ਪ੍ਰੋਟੋਕੋਲ ਹੈ ਉਹਦੀ ਪਾਲਣਾ ਕਰਦੇ ਹੈ। ਨਾ ਪ੍ਰਾਈਮ ਮਿਨਿਸਟਰ ਪਾਲਣਾ ਕਰਦੇ ਹੈ, ਨਾ ਗ੍ਰਹਿ ਮੰਤਰੀ ਅਮਿਤ ਸ਼ਾਹ ਪਾਲਣਾ ਕਰਦੇ ਹੈ। ਤੁਸੀਂ ਸਾਰੀਆਂ ਭੀੜਾਂ 'ਚ ਦੇਖ ਲਓ ਕਿ ਲੋਕ ਲੱਖਾਂ ਦੀ ਤਾਦਾਦ ਦੇ ਵਿੱਚ ਬੈਠੇ ਹੈ, ਕੋਈ ਸੋਸ਼ਲ ਡਿਸਟੈਂਸਿੰਗ ਨਹੀਂ ਹੈ, ਕਿਸੇ ਦੇ ਮੂੰਹ ਦੇ ਉੱਤੇ ਮਾਸਕ ਨਹੀਂ ਲਿਆ, ਕਿਸੇ ਨੇ ਮੂੰਹ ਨਹੀਂ ਲਪੇਟਿਆ ਹੁੰਦਾ। ਤੇ ਨਤੀਜਾ ਕੀ ਹੋਇਆ ਜੱਦੀ ਸਾਹਿਬ ਕਿ ਜਿੱਦਾਂ ਦਾ ਚੋਣ ਅਮਲ ਸ਼ੁਰੂ ਹੋਇਆ ਹੈ, ਚੋਣਾਂ ਦਾ ਪ੍ਰਚਾਰ ਸ਼ੁਰੂ ਹੋਇਆ ਹੈ, ਉਦੋਂ ਤੋਂ ਲੈ ਕੇ ਹੁਣ ਤੱਕ ਜਿਹੜੇ ਤਾਜ਼ਾ ਅੰਕੜੇ ਆਏ ਹੈ ਬੰਗਾਲ ਦੇ ਵਿੱਚ 18 ਗੁਣਾ ਜਿਹੜਾ ਹੈਗਾ ਕਰੋਨਾ ਦੇ ਮਾਮਲੇ ਵੱਧ ਗਏ। ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇ ਤਾਂ ਕਿਸਾਨ ਅੰਦੋਲਨ ਲੜ ਰਿਹਾ ਤਾਂ ਕਰੋਨਾ, ਜੇ ਤੁਸੀਂ ਵੱਡੇ ਇਕੱਠ ਕਰਦੇ ਹੋ ਫਿਰ ਕੋਈ ਕਰੋਨਾ ਨਹੀਂ, ਜੇ ਤੁਸੀਂ ਚੋਣਾਂ ਲੜਦੇ ਹੋ ਫਿਰ ਕੋਈ ਕਰੋਨਾ ਨਹੀਂ। ਇਹਦਾ ਮਤਲਬ ਹੈ ਕਿ ਜਿੱਥੇ ਚੋਣਾਂ ਹੁੰਦੀਆਂ ਉੱਥੇ ਕਰੋਨਾ ਜਿਹੜਾ ਹੈਗਾ ਉਹ ਗੈਰ ਸਰਗਰਮ ਹੋ ਜਾਂਦਾ ਹੈ। ਉਹ ਕਿਉਂ ਲੜਨਾ ਬੰਦ ਕਰਨਾ ਹੈ? ਸੋ ਇਹ ਇੱਕ ਬਹੁਤ ਮਕਬੂਲ ਜਵਾਬ ਹੈ ਇਹਨਾਂ ਵਾਸਤੇ। ਤੇ ਕਿਸਾਨਾਂ ਨੇ ਕਹਿਤਾ ਕਿ ਕੋਈ ਖਾਸ ਗੱਲ ਨਹੀਂ। ਕਿਸਾਨਾਂ ਨੇ ਅੰਬੇਦਕਰ ਸਾਹਿਬ ਦਾ ਜਨਮ ਦਿਨ ਜਿਹੜਾ ਹੈਗਾ ਉਹਦਾ ਮਨਾਉਣ ਦਾ ਫੈਸਲਾ ਵੀ ਕੀਤਾ, ਉਹ ਕੱਲ ਨੂੰ ਮਨਾਉਣਗੇ। ਲੇਕਿਨ ਅੱਜ ਜੇ ਅਸੀਂ ਭਾਰਤੀ ਕੈਲੰਡਰ ਦੇ ਮੁਤਾਬਕ ਦੇਖੀ ਤਾਂ ਅੱਜ ਦਾ ਦਿਨ ਜਿਹੜਾ ਹੈਗਾ ਭਾਰਤ ਦਾ ਇਤਿਹਾਸ, ਪੰਜਾਬ ਦੇ ਇਤਿਹਾਸ ਤੇ ਸਿੱਖ ਇਤਿਹਾਸ ਦੇ ਵਿੱਚ ਬਹੁਤ ਮਹੱਤਵਪੂਰਨ ਹੈ। ਕਿਉਂਕਿ ਅੱਜ 13 ਅਪ੍ਰੈਲ ਹੈ। 13 ਅਪ੍ਰੈਲ ਦੀ ਸੰਗਰਾਂਦ ਹੈ ਤੇ ਅੱਜ ਦੇ ਦਿਨ ਹੀ 1699 ਦੇ ਵਿੱਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ। ਸੋ ਵਿਸਾਖੀ ਦਾ ਦਿਹਾੜਾ ਜਿੱਥੇ ਸਾਡੇ ਲਈ ਫਸਲਾਂ ਨੂੰ ਸੰਭਾਲਣ ਦੇ ਲਈ ਇੱਕ ਮਹੱਤਵਪੂਰਨ ਦਿਹਾੜਾ ਹੈ, ਉੱਥੇ ਸਾਡੇ ਇਤਿਹਾਸ ਦੇ ਵਿੱਚ ਜ਼ੁਲਮ ਦੇ ਖਿਲਾਫ ਲੜਾਈ ਲੜਨ ਵਾਲੇ ਖਾਲਸੇ ਦਾ ਜਨਮ ਦਿਹਾੜਾ ਵੀ ਹੈ। ਤੇ ਇਸ ਜਨਮ ਦਿਹਾੜੇ ਨੂੰ ਵੀ ਕਿਸਾਨਾਂ ਨੇ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜਾ ਹੈਗਾ ਸਰਹੱਦਾਂ ਤੇ ਮਨਾਉਣ ਦਾ ਫੈਸਲਾ ਕੀਤਾ ਹੈ। ਉਹ ਖਾਲਸਾ ਪੰਥ ਦਾ ਜਨਮ ਦਿਨ ਵੀ ਮਨਾਉਣਗੇ। ਵਿਸਾਖੀ ਦਾ ਜਿਹੜਾ ਹੈਗਾ ਫਸਲਾਂ ਦੇ ਸੰਦਰਭ ਦੇ ਵਿੱਚ ਜਿਹੜਾ ਉਹਦਾ ਮਹੱਤਵਪੂਰਨ ਉਹਨੂੰ ਵੀ ਮਨਾਉਣਗੇ ਔਰ ਨਾਲ ਫਿਰ ਕੱਲ ਨੂੰ ਉਹ ਸੰਵਿਧਾਨ ਬਚਾਊ ਆਪਣਾ ਜਿਹੜਾ ਹੈਗਾ ਦਿਵਸ ਮਨਾਉਣਗੇ। ਖੱਟਰ ਆਪਣਾ ਪ੍ਰੋਗਰਾਮ ਮੁਲਤਵੀ ਕਰਨ ਵਾਸਤੇ ਮਜਬੂਰ ਹੋ ਗਿਆ, ਲੇਕਿਨ ਕਿਸਾਨ ਆਪਣਾ ਪ੍ਰੋਗਰਾਮ ਕਰਨਗੇ। ਔਰ ਜੋ ਗੱਲ ਟਕੈਤ ਨੇ ਕਹੀ ਸੀ ਕਿ ਇਹ ਕਿਸਾਨ ਅੰਦੋਲਨ ਹੈ, ਇਹਨੂੰ ਸ਼ਾਹੀਨ ਬਾਗ ਨਾ ਸਮਝੋ ਕਿ ਕਰੋਨਾ ਦਾ ਮਾਰ ਕੇ ਦਬਕਾ ਤੇ ਤੁਸੀਂ ਉਠਵਾ ਦਿਓਗੇ, ਕਿਉਂਕਿ ਸ਼ਾਹੀਨ ਬਾਗ ਆਪਾਂ ਨੂੰ ਪਤਾ ਕਿ ਨਾਗਰਿਕਤਾ ਕਾਨੂੰਨ ਦੇ ਖਿਲਾਫ ਅੰਦੋਲਨ ਛਿੜਿਆ ਸੀ ਤੇ ਇਸ ਅੰਦੋਲਨ ਦੀ ਅਗਵਾਈ ਜਿਹੜੀ ਹੈ ਉਹ ਦਾਦੀਆਂ ਤੇ ਨਾਨੀਆਂ ਕੋਲ ਸੀ, ਜਿਨ੍ਹਾਂ ਨੇ ਸ਼ਾਹੀਨ ਬਾਗ ਦੇ ਵਿੱਚ ਇਸ ਮੋਰਚੇ ਦੀ ਅਗਵਾਈ ਕੀਤੀ ਸੀ। ਔਰ ਇਸ ਮੋਰਚੇ ਦੀ ਜਿਹੜੀ ਸਭ ਤੋਂ ਵੱਡੀ ਲੀਡਰ ਸੀ ਦਾਦੀ, ਉਸ ਦਾਦੀ ਦੀ ਤਸਵੀਰ ਟਾਈਮ ਮੈਗਜ਼ੀਨ ਦੇ ਫਰੰਟ ਪੇਜ ਉੱਤੇ ਛਪੀ ਸੀ। 100 ਦੁਨੀਆ ਦੇ ਮਹੱਤਵਪੂਰਨ ਵਿਅਕਤੀਆਂ ਦੇ ਵਿੱਚ ਉਹਦੀ ਚੋਣ ਕੀਤੀ ਗਈ ਸੀਗੀ। ਹੁਣ ਇਸ ਵੇਲੇ ਸਾਡੇ ਕੋਲੇ ਉਹਨਾਂ ਕੋਲੇ ਇੱਕ ਦਾਦੀ ਸੀ ਤੇ ਸਾਡੇ ਕੋਲੇ ਤਾਂ ਪਤਾ ਨਹੀਂ ਕਿੰਨੇ ਕੁ ਦਾਦੇ ਤੇ ਕਿੰਨੇ ਕੁ ਨਾਨੇ ਹੈ। 90 ਸਾਲ ਦੀ ਉਮਰ ਦੇ ਵਿੱਚ, 100 ਸਾਲਾਂ ਦੀ ਉਮਰ ਦੇ ਵਿੱਚ ਉਹ ਮੋਰਚਿਆਂ ਦੇ ਉੱਤੇ ਡਟੇ ਹੋਏ ਹੈ ਔਰ ਉਹ ਆਪਣੀਆਂ ਫਸਲਾਂ ਤੇ ਨਸਲਾਂ ਦੀ ਰਾਖੀ ਵਾਸਤੇ ਪ੍ਰਤੀਬੱਧ ਹੈ ਕਿ ਭਾਵੇਂ ਇੱਥੇ ਹੀ ਸਾਹ ਨਿਕਲ ਜਿੱਥੇ ਹੁਣ ਤੱਕ ਤਾਂ 350 ਵਿਅਕਤੀ ਜਿਹੜੇ ਹੈ ਜੀ ਸਾਡੇ ਸ਼ਹੀਦ ਹੋ ਚੁੱਕੇ ਹੈ। ਕਿਸੇ ਵੀ ਅੰਦੋਲਨ ਦੇ ਵਿੱਚ ਮੇਰਾ ਖਿਆਲ ਹੈ ਵੀ ਇੰਨੀਆਂ ਸ਼ਹਾਦਤਾਂ ਨਹੀਂ ਹੋਈਆਂ ਜਿਹੜਾ ਪੀਸਫੁਲ ਅੰਦੋਲਨ ਹੋਵੇ। ਕਈ ਜਿਹੜੀ ਲੜਾਈਆਂ ਚੱਲਦੀਆਂ ਆਪਸ ਵਿੱਚ ਮੁਕਾਬਲੇ ਹੋ ਜਾਂਦੇ ਆ, ਨਕਸਲੀ ਮੂਵਮੈਂਟ ਦੇਖੀਏ ਆਪਾਂ, ਬੜੀਆਂ ਹੋਰਾਂ ਮੂਵਮੈਂਟਾਂ ਨੂੰ ਵੀ ਦੇਖੀਏ, ਪੰਜਾਬ ਦਾ ਖਾੜਕੂਬਾਦ ਦਾ ਜਿਹੜਾ ਸਾਡਾ ਦੌਰ ਆ ਉਸ ਦੌਰ ਦੇ ਵਿੱਚ ਵੀ ਅਸੀਂ ਦੇਖੇ। ਲੇਕਿਨ ਇਹ ਪੀਸਫੁਲ ਅੰਦੋਲਨ ਔਰ ਪੀਸਫੁਲ ਅੰਦੋਲਨ ਦੇ ਵਿੱਚ ਨੌਜਵਾਨ ਤੋਂ ਲੈ ਕੇ ਬਜ਼ੁਰਗਾਂ ਤੱਕ ਜਿਹੜੇ ਉਹ ਆਪਣੀਆਂ ਸ਼ਹਾਦਤਾਂ ਦੇ ਰਹੇ ਹੈ। ਤੇ ਸ਼ਰਮਨਾਕ ਗੱਲ ਇਹ ਹੈ ਕਿ ਸਾਡੇ ਪ੍ਰਧਾਨ ਮੰਤਰੀ ਹੋਣ, ਸਾਡੇ ਵੱਡੇ ਰਾਸ਼ਟਰਪਤੀ ਸਾਹਿਬ ਹੋਣ, ਕਿਸੇ ਦੇ ਮੂੰਹ ਦੇ ਵਿੱਚੋਂ ਕਦੇ ਇੱਕ ਲਫ਼ਜ਼ ਤੱਕ ਨਹੀਂ ਨਿਕਲਿਆ ਕਿ ਇਹ ਲੋਕ ਜਿਹੜੇ ਹੈਗੇ ਆ ਇਹ ਆਪਣੀ ਜ਼ਿੰਦਗੀ ਦੀ ਬਾਜੀ ਹਾਰ ਰਹੇ ਹੈ, ਇਹਨਾਂ ਪ੍ਰਤੀ ਸਾਨੂੰ ਕੋਈ ਹਮਦਰਦੀ ਹੈ ਜੀ। ਹਾਂ ਬਿਲਕੁਲ ਵਾਕਿਆ ਗੱਲ ਸੀ ਢਿੱਲੋਂ ਸਾਹਿਬ, ਬਿਲਕੁਲ ਹਮਦਰਦੀ ਹੈ ਨਹੀਂ ਕਿ ਭਾਰਤ ਸਰਕਾਰ ਤੇ ਬਿਲਕੁਲ ਹੀ ਨਹੀਂ। ਉਹ ਕਹਿੰਦੇ ਸਾਨੂੰ ਪਤਾ ਹੀ ਨਹੀਂ ਕਿ ਕਿੰਨੇ ਬੰਦੇ ਸ਼ਹੀਦ ਹੋ ਗਏ ਆ। ਬੜੀ ਸ਼ਰਮ ਵਾਲੀ ਗੱਲ ਹੈ ਜੀ। ਉਹਨਾਂ ਦਾ ਵੋਟਾਂ ਲਈ ਧਿਆਨ ਆ, ਕੁਰਸੀ ਵੱਲ ਧਿਆਨ। ਆਪਾਂ ਕਾਲਰ ਜੁੜੇ ਜੀ, ਕਾਲ ਲੈ ਲਈਏ ਫਿਰ ਚੱਲਦੇ ਆਪਾਂ ਨੈਕਸਟ ਕਾਲ ਤੇ। ਹੈਲੋ
ਸਤਿ ਸ਼੍ਰੀ ਅਕਾਲ ਚੰਦੀ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ ਬਿਰਗਾ ਸਾਹਿਬ। ਸਤਿ ਸ਼੍ਰੀ ਅਕਾਲ ਢਿੱਲੋਂ ਸਾਹਿਬ। ਹਾਂ ਸਤਿ ਸ਼੍ਰੀ ਅਕਾਲ ਜੀ। ਮੈਨੂੰ ਲੱਗਦਾ ਸ਼ਾਇਦ ਲਾਈਨ ਉਹਨਾਂ ਨੂੰ ਨਾ ਕੋਈ ਟਰਬਲ ਆ ਜੀ, ਉਹਨਾਂ ਨੂੰ ਆਵਾਜ਼ ਸੁਣਨੀ ਨਹੀਂ। ਮੈਨੂੰ ਕੁਐਸਚਨ ਦੱਸ ਦਿਓ, ਮੈਂ ਪੁੱਛ ਲੈਣਾ ਜੀ ਹਾਂ ਉਹਨਾਂ ਹਾਂ ਨੂੰ। ਜੀ ਹਾਂ, ਪਹਿਲੀ ਤਾਂ ਗੱਲ ਦੇਖੋ ਜੀ, ਖਾਲਸਾ ਦੇ ਜਨਮ ਦਿਨ ਦੀ ਔਰ ਵਿਸਾਖੀ ਦੀਆਂ ਬਹੁਤ ਬਹੁਤ ਵਧਾਈਆਂ। ਜੀ ਤੇ ਦੂਜੀ ਗੱਲ ਜਿਹੜਾ ਢਿੱਲੋਂ ਸਾਹਿਬ ਨੇ ਦੱਸਿਆ ਵੀ ਕਰੋਨਾ ਦੇ ਉੱਪਰ ਸਰਕਾਰਾਂ ਦੇਖੋ ਜੀ ਕਿਸ ਤਰ੍ਹਾਂ ਆਪਣੇ ਉਹਨੂੰ ਢਾਲ ਬਣਾਉਂਦੀਆਂ ਨੇ। ਬਿਲਕੁਲ ਜੀ, ਬਹੁਤ ਅੱਛੀ ਤਰ੍ਹਾਂ ਨਾਲ ਬਹੁਤ ਵਿਸਤਾਰਪੂਰਵਕ ਦੱਸਦਾ ਢਿੱਲੋਂ ਸਾਹਿਬ ਨੇ। ਤੇ ਮੈਂ ਇਹਦਾ ਸਵਾਲ ਇਹ ਹੀ ਪੁੱਛਣਾ ਸੀ ਵੀ ਜਿੱਦਾਂ ਹੁਣ ਕੈਪਟਨ ਸਾਹਿਬ ਨੇ ਬੜੇ ਵਾਅਦੇ ਕੀਤੇ ਸੀ, ਬੜੇ ਅਸ਼ੋਰੈਂਸ ਦਿੱਤੀ ਸੀ ਵੀ ਜਿਹੜੇ ਬੇਅਦਬੀ ਦੇ ਦੋਸ਼ੀ ਹੈ ਕਿ ਉਹਨਾਂ ਨੂੰ ਸਜ਼ਾਵਾਂ ਹੋਣਗੀਆਂ ਜੀ ਔਰ ਵੱਡੇ ਵੱਡੇ ਫੜੇ ਜਾਣਗੇ। ਪਰ ਹੁਣ ਜਿਸ ਤਰ੍ਹਾਂ ਹਾਈ ਕੋਰਟ ਨੇ ਉਹ ਸਿੱਟ ਨੂੰ ਰੱਦ ਕਰ ਦਿੱਤਾ, ਇੱਥੇ ਤੁਹਾਨੂੰ ਕੀ ਲੱਗਦਾ ਕਿੱਥੇ ਪੰਜਾਬ ਜਿਹੜੀ ਸਰਕਾਰ ਪਿੱਛੇ ਰਹਿ ਗਈ ਹੈ? ਜੀ ਇੱਕ ਸਵਾਲ ਤਾਂ ਮੇਰਾ ਇਸ ਤੇ ਹੈ, ਸਿੱਟ ਦੇ ਉੱਤੇ ਉਹ ਰੱਦ ਕੀਤੀ ਹੈ ਤੇ ਇਹ ਤੇ ਕਿੱਥੇ ਕਮੀ ਰਹਿ ਗਈ ਪੰਜਾਬ ਸਰਕਾਰ ਦੀ? ਦੂਜੀ ਜਿਸ ਤਰ੍ਹਾਂ ਮੈਂ ਗੱਲ ਤੋਂ 3 ਮਹੀਨੇ ਪਹਿਲੇ ਵੀ ਗੱਲ ਕੀਤੀ ਸੀ ਵੀ ਦਿੱਲੀ ਦੀ ਪੁਲਿਸ ਆ ਕੇ ਪੰਜਾਬ 'ਚ ਕਿੱਦਾਂ ਫੜ ਕੇ ਲੈ ਕੇ ਜਾ ਰਹੀ ਆ। ਜੀ ਇਹ ਗੱਲ ਮੈਂ 3 ਮਹੀਨੇ ਪਹਿਲੇ ਕੀਤੀ ਸੀ। ਹੁਣ ਵੀ ਜੋ ਪਟਿਆਲੇ ਹੋਇਆ, ਜੋੜ ਲੱਖਾ ਸਿਧਾਣੇ ਦੇ ਕਜ਼ਨ ਨੂੰ ਫੜਿਆ ਗਿਆ, ਉਹ ਪੰਜਾਬ ਦੀ ਬਿਨਾਂ ਜਾਣਕਾਰੀ ਤੋਂ ਕਿਸ ਤਰ੍ਹਾਂ ਫੜਿਆ ਗਿਆ? ਇਹ ਪੰਜਾਬ ਗਵਰਨਮੈਂਟ ਦੀ ਇਹ 'ਚ ਕੀ ਹੈ? ਥੋੜਾ ਜਿਹਾ ਇਹ ਦੋ ਮੁੱਦਿਆਂ ਦੇ ਢਿੱਲੋਂ ਸਾਹਿਬ ਨੂੰ ਜ਼ਰੂਰ ਪੁੱਛਣਾ ਜੀ। ਥੈਂਕ ਯੂ। ਧੰਨਵਾਦ ਜੀ, ਧੰਨਵਾਦ ਜੀ। ਢਿੱਲੋਂ ਸਾਹਿਬ ਕੋਲ ਜਿਹੜੀ ਇਹ ਤਾਂ ਖਬਰ ਹੀ ਹੈਗੀ ਜੀ ਆਪਣੀ ਲੱਖੇ ਸਿਧਾਣੇ ਦੇ ਭਰਾ ਵਾਲੀ, ਤੇ ਦੂਜੀ ਆਪਾਂ ਪੁੱਛਦੇ ਨਾਲ ਹੀ ਉਹ ਵੀ ਕਵਰ ਕਰ ਦਿੰਦੇ। ਧੰਨਵਾਦ ਜੀ ਤੁਹਾਡਾ। ਥੈਂਕ ਯੂ ਜੀ, ਥੈਂਕ ਯੂ ਜੀ। ਬਿਲਕੁਲ ਜੀ, ਆਪਾਂ ਚੱਲਦੇ ਹਾਂ ਨੈਕਸਟ। ਹਾਂਜੀ ਢਿੱਲੋਂ ਸਾਹਿਬ, ਬਿਲਗਾ ਸਾਹਿਬ ਉਹਨਾਂ ਨੇ ਪਹਿਲਾਂ ਤਾਂ ਸਵਾਲ ਕੀਤਾ ਜੀ, ਜਿਹੜਾ ਕੈਪਟਨ ਅਮਰਿੰਦਰ ਸਿੰਘ ਨੇ ਵਾਅਦੇ ਬੜੇ ਕੀਤੇ ਸੀਗੇ ਵੀ ਮੈਂ ਪੰਜਾਬ ਦਾ ਇੰਨਾ ਕੁਛ ਕਰੂੰਗਾ, ਕਰਜ਼ਾ ਮਾਫ ਕਰੂੰਗਾ, ਫਿਰ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਆ ਜਾਂ ਕੁਛ ਕੋਟਕਪੂਰਾ ਜਿਹੜਾ ਬਾਈਬਲ ਕਾਲਾ ਕਾਂਡ ਦੇ ਵਿੱਚ ਹੋਇਆ ਸੀਗਾ, ਮੈਂ ਉਹਦੀ ਇਨਵੈਸਟੀਗੇਸ਼ਨ ਕਰੂੰਗਾ। ਸਾਰਾ ਕੁਝ ਹੋਇਆ, ਪਰ ਹਾਈ ਕੋਰਟ ਦੇ ਵਿੱਚ ਕਿਹੜੀ ਕਮੀ ਰਹਿ ਗਈ ਆ ਪੰਜਾਬ ਸਰਕਾਰ ਵੱਲੋਂ, ਜਿਹੜਾ ਉੱਥੇ ਆਪਣਾ ਸਪਸ਼ਟੀਕਰਨ ਨਹੀਂ ਦੇ ਸਕਦੇ ਤੇ ਜੱਜ ਨੇ ਇੱਕ ਤਰਫਾ ਹੀ ਫੈਸਲਾ ਸੁਣਾ ਦਿੱਤਾ ਆ। ਤੇ ਹੁਣ ਕੈਪਟਨ ਅਮਰਿੰਦਰ ਸਿੰਘ ਕਿੱਥੇ ਖੜੇ ਆ ਜੀ? ਦੇਖੋ, ਕੈਪਟਨ ਅਮਰਿੰਦਰ ਸਿੰਘ ਦੀ ਸਟੇਟਮੈਂਟ ਇਹ ਆ ਗਈ ਹੈ ਕਿ ਮੈਂ SIT ਦੇ ਨਾਲ ਖੜਾ ਸੀ, SIT ਦੇ ਨਾਲ ਖੜਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਜਿਹੜਾ ਮਾਮਲਾ, ਇਸ ਮਾਮਲੇ ਨੂੰ ਸਿਰੇ ਲਾਉਣ ਵਿੱਚ ਅਸੀਂ ਕੋਈ ਕਸਰ ਨਹੀਂ ਛੱਡਾਂਗੇ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਜਿਹੜਾ ਫੈਸਲਾ ਆਇਆ ਹੈ ਉਹ ਸਿੰਗਲ ਜੱਜ ਦਾ ਫੈਸਲਾ ਹੈ। ਜਸਟਿਸ ਰਾਜਵੀਰ ਸਹਿਰਾਵਤ, ਕੁਛ ਇਹੋ ਜਿਹਾ ਨਾਮ ਹੈ ਜੱਜ ਸਾਹਿਬ ਦਾ, ਔਰ ਉਹ ਸਾਡੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਹੀ ਵਕਾਲਤ ਕਰਦੇ ਹੁੰਦੇ ਸੀਗੇ। ਮੂਲ ਰੂਪ ਦੇ ਵਿੱਚ ਉਹ ਹਰਿਆਣਾ ਦੇ ਵਸਨੀਕ ਹੈ ਜੀ। ਉਹਨਾਂ ਨੇ ਇਹ ਫੈਸਲਾ ਕੀਤਾ ਤੇ ਇਹ ਫੈਸਲਾ ਉਹਨਾਂ ਨੇ ਕੀਤਾ ਕੰਵਰ ਵਿਜੇ ਪ੍ਰਤਾਪ ਸਿੰਘ ਦੇ ਸੰਦਰਭ ਦੇ ਵਿੱਚ, ਕਿਉਂਕਿ ਗੁਰਦੀਪ ਸਿੰਘ ਪੰਧੇਰ ਜਿਹੜਾ SHO ਕੋਟਕਪੂਰਾ ਸੀ, ਉਸ ਦਿਨ ਜਿਸ ਦਿਨ ਤੜਕੇ ਵੱਡੇ ਤੜਕੇ ਕੋਟਕਪੂਰੇ ਦੇ ਵਿੱਚ ਸਿੱਖ ਪ੍ਰਚਾਰਕ ਜਦੋਂ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੇ ਸੀ, ਉਹਨਾਂ ਦੇ ਉੱਤੇ ਅਟੈਕ ਕੀਤਾ ਸੀ ਪੁਲਿਸ ਨੇ, ਤੇ ਉਸ ਅਟੈਕ ਦੀ ਅਗਵਾਈ ਪਰਮਰਾਜ ਸਿੰਘ ਉਮਰਾਨਗਲ ਨੂੰ ਦਿੱਤੀ ਸੀ। ਨੋਟ ਕਰਨ ਵਾਲੀ ਗੱਲ ਹੈ ਕਿ ਉਹਨਾਂ ਦਿਨਾਂ ਦੇ ਵਿੱਚ ਬਠਿੰਡਾ ਰੇਂਜ ਜਿਹੜੀ ਬਠਿੰਡਾ ਜ਼ੋਨ ਹੈ, ਜਿਹੜਾ ਬਠਿੰਡਾ ਜ਼ੋਨ ਦਾ IG ਡਾਕਟਰ ਜਤਿੰਦਰ ਜੈਨ ਹੁੰਦੇ ਸੀ। ਤੇ ਡਾਕਟਰ ਜਤਿੰਦਰ ਜੈਨ ਕਿਉਂਕਿ ਉਹ ਸ਼ਰੀਫ ਵਿਅਕਤੀ ਹੈ, ਉਹ ਕਿਸੇ ਕਿਸਮ ਦੀ ਖਾਸ ਕਰਕੇ ਧਾਰਮਿਕ ਮਾਮਲਿਆਂ ਦੇ ਵਿੱਚ ਕੋਈ ਰਿਸਕ ਲੈਣ ਨੂੰ ਤਿਆਰ ਨਹੀਂ। ਮੈਨੂੰ ਨਹੀਂ ਪਤਾ ਕਿ ਉਹਨਾਂ ਨੇ ਸਖਤੀ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਜਾਂ ਉਹਨਾਂ ਦੇ ਸੁਭਾਅ ਦੇ ਮੁਤਾਬਕ ਸਰਕਾਰ ਨੇ ਜਾਂ DGP ਨੇ ਅੰਦਾਜ਼ਾ ਲਾ ਲਿਆ ਸੀ ਕਿ ਇਹਨਾਂ ਨੇ ਸਖਤੀ ਨਹੀਂ ਕਰਨੀ ਤੇ ਇਹ ਕੰਮ ਪਰਮਰਾਜ ਸਿੰਘ ਉਮਰਾਨਗਲ ਕਰ ਸਕਦਾ ਹੈ। ਉਮਰਾਨਗਲ ਨੂੰ ਲੁਧਿਆਣੇ ਤੋਂ ਭੇਜਿਆ ਗਿਆ ਸੀ, ਪਰ ਉਮਰਾਨਗਲ ਜਿਹੜੇ ਅਫਸਰਾਂ ਨੂੰ ਲੈ ਕੇ ਆਇਆ ਸੀ, ਆਪਣੀ ਮਰਜ਼ੀ ਦੇ ਅਫਸਰਾਂ ਨੂੰ ਲੈ ਕੇ ਆਇਆ ਸੀ। ਉਹਨਾਂ ਅਫਸਰਾਂ ਨੇ ਆ ਕੇ ਜਿਵੇਂ ਉੱਥੇ ਆਤੰਕ ਮਚਾਇਆ ਸੀ, ਗੋਲੀਆਂ ਚਲਾਈਆਂ, ਲੋਕਾਂ ਦੀਆਂ ਲੱਤਾਂ ਬਾਹਾਂ ਕੁੱਟੀਆਂ, ਟੁੱਟੀਆਂ ਵੀ ਲੋਕਾਂ ਦੀਆਂ ਲੱਤਾਂ ਬਾਹਾਂ, ਤੇ ਸੀਵਰ ਵਾਲਾ ਪਾਣੀ ਸਾਰਾ ਕੁਝ ਛੱਡਿਆ। ਉਸ ਵੇਲੇ ਜਿਹੜਾ ਵਿਅਕਤੀ ਕੋਟਕਪੂਰੇ ਦਾ SHO ਸੀ, ਉਹਨੇ ਮੁਕੱਦਮਾ ਦਰਜ ਕਰਵਾਇਆ ਸੀ ਕਿ ਜਿਹੜੇ ਆਹ ਪ੍ਰਚਾਰਕ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੇ ਸੀ, ਇਹਨਾਂ ਨੇ ਪੁਲਿਸ ਤੇ ਹਮਲਾ ਕਰਤਾ। ਔਰ ਨਾਲ ਹੀ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ, ਕੁਝ ਪੁਲਿਸ ਵਾਲਿਆਂ ਦੀ ਲਿਸਟ ਦੇ ਦਿੱਤੀ ਸੀ ਜੀ, ਆਹ ਪੁਲਿਸ ਵਾਲੇ ਜ਼ਖਮੀ ਹੋ ਗਏ। ਇੱਕ ਉਹਨਾਂ ਨੇ ਕੇਸ ਰਜਿਸਟਰ ਕਰ ਲਿਆ ਸੀ, ਲੇਕਿਨ ਜਿਹੜੇ ਆਮ ਲੋਕ ਕੁੱਟੇ ਗਏ ਉਹਦਾ ਕੁਝ ਵੀ ਨਹੀਂ ਸੀ ਕੀਤਾ। ਹੁਣ ਆਪਾਂ ਬਾਈਬਲ ਕਲਾਂ ਦੀ ਗੱਲ ਨੂੰ ਪਾਸੇ ਛੱਡ ਦਈਏ, ਬਾਈਬਲ ਕਲਾਂ ਵਾਲਾ ਕੇਸ ਹੋਰ ਹੈ, ਇਹ ਕੇਸ ਹੋਰ ਸੀ। ਇਸ ਸੰਦਰਭ ਦੇ ਵਿੱਚ ਜਿਹੜਾ ਮੁਕੱਦਮਾ ਦਰਜ ਹੋਇਆ, ਉਸ ਮੁਕੱਦਮੇ ਦੇ ਵਿੱਚ SHO ਤੋਂ ਲੈ ਕੇ DGP ਸੁਮੈਤ ਸੈਣੀ ਤੱਕ ਸਭ ਦਾ ਚਲਾਨ ਪੇਸ਼ ਹੋ ਚੁੱਕਾ ਸੀ। ਇਹ ਚਲਾਨ ਪੇਸ਼ ਹੋਣ ਤੋਂ ਬਾਅਦ ਉਸ ਬੰਦੇ ਨੇ ਕੀ ਕੀਤਾ ਜਾ ਕੇ ਇੱਕ ਪਟੀਸ਼ਨ ਦਾਇਰ ਕਰਤੀ ਹਾਈ ਕੋਰਟ ਦੇ ਵਿੱਚ ਕਿ ਜਿਹੜਾ ਕੰਵਰ ਵਿਜੇ ਪ੍ਰਤਾਪ ਸਿੰਘ ਹੈ, ਇਹ ਮੇਰੇ ਪ੍ਰਤੀ ਲਾਗ ਡਾਟ ਰੱਖਦਾ ਹੈ, ਇਹਦੀ ਜਿਹੜੀ ਹੈਗੀ ਹੈ ਇਨਵੈਸਟੀਗੇਸ਼ਨ ਵੈਸਟ ਹੈ, ਇਸ ਲਈ ਕੰਵਰ ਵਿਜੇ ਪ੍ਰਤਾਪ ਸਿੰਘ ਨੂੰ ਇਹਦੇ ਤੋਂ ਲਾਂਭੇ ਕਰ ਦਿੱਤਾ ਜਾਵੇ। ਕੰਵਰ ਵਿਜੇ ਪ੍ਰਤਾਪ ਸਿੰਘ ਕਿਹੋ ਜਿਹਾ ਅਫਸਰ ਹੈ ਮੈਨੂੰ ਦੱਸਣ ਦੀ ਲੋੜ ਨਹੀਂ। ਮੈਂ ਇੱਕੋ ਹੀ ਗੱਲ ਕਹਿਣੀ ਚਾਹੂੰਗਾ ਕਿ ਜਿੰਨੀਆਂ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ, ਚਾਹੇ ਉਹ ਭਾਰਤੀ ਜਨਤਾ ਪਾਰਟੀ ਹੋਵੇ ਜਿਹੜੀ ਸਿਰੇ ਦੀ ਸੱਜੇ ਪੱਖੀ ਪਾਰਟੀ ਹੈ, ਜਿਹੜੀ ਹਿੰਦੂ ਪਾਰਟੀ ਹੈ,
ਉਹ ਵੀ ਕੰਵਰ ਵਿਜੇ ਪ੍ਰਤਾਪ ਸਿੰਘ ਨੂੰ ਇੱਕ ਵਧੀਆ ਅਫਸਰ ਸਮਝਦੀ ਹੈ, ਸ਼ਾਨਦਾਰ ਅਫਸਰ ਸਮਝਦੀ ਹੈ। ਚਾਹੇ ਜਿਹੜੇ ਸਪਲਿੰਟਰ ਅਕਾਲੀ ਦਲ ਹੋਣ, ਉਹ ਟਕਸਾਲੀ ਅਕਾਲੀ ਦਲ ਹੋਵੇ, ਰਣਜੀਤ ਸਿੰਘ ਬਰਮਪੁਰਾ ਵਾਲਾ ਉਹ ਸੁਖਦੇਵ ਸਿੰਘ ਢੀਂਡਸਾ ਦਾ ਅਕਾਲੀ ਦਲ ਹੋਵੇ ਜਿਹਨੂੰ ਅਸੀਂ ਡੈਮੋਕ੍ਰੇਟਿਕ ਅਕਾਲੀ ਦਲ ਕਹਿ ਦਿੰਦੇ ਹਾਂ, ਉਹ ਨਿੱਕੀਆਂ ਨਿੱਕੀਆਂ ਕਮਿਊਨਿਸਟ ਪਾਰਟੀਆਂ ਹੋਣ, ਉਹ ਬਹੁਜਨ ਸਮਾਜ ਪਾਰਟੀ ਹੋਵੇ, ਔਰ ਸਭ ਤੋਂ ਵੱਡੀ ਗੱਲ ਕਿ ਭਾਰਤੀ ਜਨਤਾ ਪਾਰਟੀ ਦੇ ਨਾਲ ਨਾਲ ਸਿਮਰਜੀਤ ਸਿੰਘ ਮਾਨ ਜਿਹੜੇ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਹੈ, ਇਹਨਾਂ ਸਾਰੇ ਲੋਕਾਂ ਦੇ ਬਿਆਨ ਆ ਗਏ ਕਿ ਕੰਵਰ ਵਿਜੇ ਪ੍ਰਤਾਪ ਵਰਗਾ ਇਨਸਾਫ ਪਸੰਦ ਵਿਅਕਤੀ ਕੋਈ ਨਹੀਂ ਪੰਜਾਬ ਦੀ ਪੁਲਿਸ ਦੇ ਵਿੱਚ। ਇਹ ਵਾਹਦ ਇਹ ਕੱਲਾ ਵਿਅਕਤੀ ਅਜਿਹਾ ਹੈ ਜਿਹੜਾ ਕਦੇ ਕਿਸੇ ਦੀ ਟੈ ਨਹੀਂ ਮੰਨਦਾ ਤੇ ਕੋਈ ਸਿਆਸੀ ਦਖਲ ਅੰਦਾਜ਼ੀ ਨਹੀਂ ਮੰਨਦਾ। ਪਿਛਲੇ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਦੇ ਤੁਸੀਂ ਵੀ ਦੇਖਿਆ ਹੋਣਾ, ਕੰਵਰ ਵਿਜੇ ਪ੍ਰਤਾਪ ਸਿੰਘ ਦੀਆਂ ਕਈ ਇੰਟਰਵਿਊਜ਼ ਵੀ ਆਈਆਂ ਸੀ ਤੇ ਉਹਨੇ ਕਿਹਾ ਇੱਕ ਇੰਟਰਵਿਊ ਦੇ ਵਿੱਚ, ਉਹ ਕਹਿੰਦੇ ਕੰਵਰ ਵਿਜੇ ਪ੍ਰਤਾਪ ਸਿੰਘ ਕਿ ਜਦੋਂ ਮੈਂ ਇਨਵੈਸਟੀਗੇਸ਼ਨ ਵਾਸਤੇ ਪ੍ਰਕਾਸ਼ ਸਿੰਘ ਬਾਦਲ ਦੀ ਪੁੱਛਗਿੱਛ ਕਰ ਰਿਹਾ ਸੀ ਤੇ ਬਾਦਲ ਸਾਹਿਬ ਨੇ ਖੜਿਆ ਹੋ ਕੇ ਜੇ ਮੇਰੇ ਮੋਢੇ ਦੇ ਉੱਤੇ ਹੱਥ ਰੱਖ ਕੇ ਕਿਹਾ, ਕਾਕਾ ਸਰਕਾਰਾਂ ਆਉਂਦੀਆਂ ਰਹਿੰਦੀਆਂ ਜਾਂਦੀਆਂ ਰਹਿੰਦੀਆਂ, ਅਫਸਰਾਂ ਨੂੰ ਕਿਸੇ ਕਿਸਮ ਦੀ ਧੱਕੇਸ਼ਾਹੀ ਨਹੀਂ ਕਰਨੀ ਚਾਹੀਦੀ। ਤੇ ਕੰਵਰ ਵਿਜੇ ਪ੍ਰਤਾਪ ਨੇ ਉਲਟਾ ਬਾਦਲ ਸਾਹਿਬ ਨੂੰ ਇੱਕ ਸਵਾਲ ਕੀਤਾ ਸੀ ਕਿ ਬਾਦਲ ਸਾਹਿਬ ਜਦੋਂ ਤੁਸੀਂ ਮੁੱਖ ਮੰਤਰੀ ਹੁੰਦੇ ਸੀ, ਤੁਸੀਂ ਮੈਨੂੰ ਕਈ ਜ਼ਿਲ੍ਹਿਆਂ ਦਾ SSP ਵੀ ਲਾਇਆ ਸੀ, ਤੁਸੀਂ ਮੈਨੂੰ ਕਮਿਸ਼ਨਰ ਵੀ ਲਾਇਆ ਸੀ, ਤੇ ਮੈਨੂੰ ਇਹ ਦੱਸੋ ਕਿ ਤੁਸੀਂ ਮੈਨੂੰ ਕੋਈ ਗਲਤ ਕੰਮ ਕਿਹਾ ਹੋਵੇ ਤੇ ਮੈਂ ਉਹ ਗਲਤ ਕੰਮ ਕੀਤਾ ਹੈ? ਜੇ ਤਾਂ ਮੈਂ ਤੁਹਾਡੇ ਕਹੇ ਤੇ ਕੋਈ ਗਲਤ ਕੰਮ ਕੀਤਾ ਹੋਊਗਾ ਤਾਂ ਮੈਂ ਅਮਰਿੰਦਰ ਦੇ ਕਹੇ ਤੇ ਵੀ ਗਲਤ ਕੰਮ ਕਰੂੰਗਾ। ਹੁਣ ਉਸ ਵਿਅਕਤੀ ਨੂੰ ਤੁਸੀਂ ਇਹ ਦੇਖੋ, ਪਹਿਲੀ ਵਾਰੀ ਹੁਣ ਨਹੀਂ ਹਾਈ ਕੋਰਟ ਨੇ ਹਟਾਇਆ, 2019 ਦੀਆਂ ਚੋਣਾਂ ਹੋਈਆਂ ਸੀ, 2019 ਦੀਆਂ ਚੋਣਾਂ ਵੇਲੇ ਅਕਾਲੀ ਦਲ ਨੇ ਸ਼ਿਕਾਇਤ ਕੀਤੀ ਕਿ ਕੰਵਰ ਵਿਜੇ ਪ੍ਰਤਾਪ ਸਿੰਘ ਜਿਹੜਾ ਹੈਗਾ ਇਹ ਇੱਕ ਤਰਫਾ ਚੱਲਦਾ ਹੈ, ਇਹਨੂੰ SIT ਚੋਂ ਹਟਾ ਦਿੱਤਾ ਜਾਵੇ ਤੇ ਭਾਰਤ ਦੇ ਚੋਣ ਕਮਿਸ਼ਨ ਨੇ ਇਹਨੂੰ SIT ਚੋਂ ਹਟਾਤਾ। ਦੇਖੋ SIT ਦਾ ਚੋਣਾਂ ਨਾਲ ਸੰਬੰਧ ਹੀ ਕੋਈ ਨਹੀਂ, ਚੋਣਾਂ ਨਾਲ ਸੰਬੰਧ ਹੁੰਦਾ ਉਹਨਾਂ ਅਫਸਰਾਂ ਦਾ ਜਿਹੜੇ ਥਾਣਿਆਂ 'ਚ ਲੱਗੇ ਹੁੰਦੇ ਆ, ਜਿਹੜੇ ਸਬ ਡਿਵੀਜ਼ਨਾਂ 'ਚ ਲੱਗੇ ਆ, ਜਿਹੜੇ ਜ਼ਿਲ੍ਹਿਆਂ 'ਚ ਲੱਗੇ, ਜਿਹੜਾ DGP ਹੁੰਦਾ ਹੈ। SIT ਸਪੈਸ਼ਲ ਇਨਵੈਸਟੀਗੇਸ਼ਨ ਟੀਮ ਤਾਂ ਤਫਤੀਸ਼ ਕਰ ਰਹੀ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੀ, ਉਹਨੂੰ ਲਾਂਭੇ ਕਿਉਂ ਹਟਵਾਇਆ? ਕਿਉਂਕਿ ਇਹ ਪਤਾ ਸੀ ਕਿ ਕੰਵਰ ਵਿਜੇ ਪ੍ਰਤਾਪ ਸਿੰਘ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰੂਗਾ। ਜਿਹੜੇ ਵੱਡੇ ਘਰ ਹੈ, ਵੱਡੇ ਘਰਾਂ ਦੇ ਵਿੱਚ ਤਰਥੱਲੀ ਮੱਚੀ ਪਈ ਸੀ, ਸੋ ਉਹਦੇ ਖਿਲਾਫ ਜਿਹੜੀ ਇਹ ਇੱਕ ਜਿਹੜੀ ਹੈ ਪਟੀਸ਼ਨ ਦਾਇਰ ਹੋਈ। ਕੱਲੀ ਇਹੀ ਪਟੀਸ਼ਨ ਨਹੀਂ ਹੋਈ, ਫਿਰ ਕਈ ਪਟੀਸ਼ਨਰ ਹੋਰ ਆ ਗਏ ਨਾਲ, ਔਰ ਇਹਨਾਂ ਪਟੀਸ਼ਨਾਂ ਦੇ ਵਿੱਚ ਤੁਸੀਂ ਵਕੀਲਾਂ ਤੇ ਨਜ਼ਰ ਮਾਰੋ, ਕਿੰਨੇ ਸੀਨੀਅਰ ਵਕੀਲ ਹੈ ਜਿਨ੍ਹਾਂ ਵਕੀਲਾਂ ਦੀ ਫੀਸ ਜਿਹੜੀ ਹੈਗੀ ਹੈ 11-11 ਲੱਖ ਰੁਪਈਆ ਤੱਕ ਹੈ। ਇੱਕ ਸਬ ਇੰਸਪੈਕਟਰ ਲੈਵਲ ਦਾ ਬੰਦਾ ਉਹ 11 ਲੱਖ ਰੁਪਈਏ ਦੀ ਫੀਸ ਵਾਲਾ ਵਕੀਲ ਕਿਵੇਂ ਕਰੂਗਾ? ਮੈਂ ਪਿਛਲੇ ਦਿਨਾਂ ਦੇ ਵਿੱਚ ਇੱਕ ਆਰਟੀਕਲ ਪੜ੍ਹਿਆ ਸੀ ਕਿ ਭਾਰਤ ਦੇ ਵਿੱਚ ਜੇ ਬੰਦਾ ਖਰੀਦਣ ਵਾਲਾ ਹੋਵੇ ਤਾਂ ਇਨਸਾਫ ਖਰੀਦਿਆ ਜਾ ਸਕਦਾ ਹੈ, ਨਿਆਂ ਖਰੀਦਿਆ ਜਾ ਸਕਦਾ ਹੈ। ਇਹ ਨਹੀਂ ਮੈਂ ਇਲਜ਼ਾਮ ਲਾਊਂਗਾ ਕਿ ਇੱਥੇ ਜੱਜਾਂ ਨੂੰ ਖਰੀਦਿਆ ਜਾ ਸਕਦਾ ਜਾਂ ਜੱਜ ਵਿਕਦੇ ਹੈ। ਸਗੋਂ ਗੱਲ ਸਪਸ਼ਟ ਹੈ ਕਿ ਜਿਹੜੇ ਬੰਦੇ ਦੇ ਕੋਲ ਸਾਧਨ ਹੈ, ਜਿਹਦੇ ਕੋਲੇ ਪੈਸੇ ਹੈ, ਉਹ ਬੰਦਾ ਮਹਿੰਗੇ ਤੋਂ ਮਹਿੰਗੇ ਵਕੀਲ ਕਰ ਲੈਂਦਾ ਹੈ। ਤੇ ਮਹਿੰਗੇ ਵਕੀਲ ਜਿਹੜੇ ਹੈਗੇ ਕੇਸਾਂ ਨੂੰ ਲਮਕਾਉਂਦੇ ਕਿਵੇਂ ਹੈ, ਇਹਦੀਆਂ ਮੈਂ ਦੋ ਹੀ ਮਿਸਾਲਾਂ ਦੇਵਾਂਗਾ। ਪਹਿਲੀ ਮਿਸਾਲ ਆ ਸੁਮੈਦ ਸੈਣੀ। ਸੁਮੈਦ ਸੈਣੀ ਦੇ ਖਿਲਾਫ 90 ਦੇ ਦਹਾਕੇ 'ਚ ਲੁਧਿਆਣੇ ਇੱਕ ਪਰਚਾ ਦਰਜ ਹੋਇਆ ਸੀ। ਸੈਣੀ ਮੋਟਰਸ ਵਾਲੇ ਜਿਹੜੇ ਇਹਦੇ ਰਿਸ਼ਤੇਦਾਰ ਸੀ ਕਿ ਉਹਨਾਂ ਦੇ 3 ਵਿਅਕਤੀ ਮਾਰਤੇ। ਉਹ ਪਰਚਾ ਜਿਹੜਾ ਦਰਜ ਹਾਈ ਕੋਰਟ ਨੇ ਕਰਵਾਇਆ ਸੀ, CBI ਨੇ ਮੁਕੱਦਮਾ ਦਰਜ ਕਰਵਾਇਆ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਉਹ ਮੁਕੱਦਮਾ ਚੱਲ ਰਿਹਾ ਤੇ ਚੱਲੀ ਜਾਂਦਾ ਜੇ ਪਤਾ ਨਹੀਂ ਕਿੰਨੀ ਦੇਰ ਤੱਕ ਉਹ ਮੁਕੱਦਮਾ ਹੋਰ ਤੁਰਿਆ ਜਾਊਗਾ। ਉਸ ਮੁਕੱਦਮੇ ਨੂੰ ਲਮਕਾਇਆ ਗਿਆ। ਇਸੇ ਤਰੀਕੇ ਆਪਾਂ ਦੇਖੀਏ ਬਾਦਲਾਂ ਦੇ ਖਿਲਾਫ ਪਰਚਾ ਦਰਜ ਹੋਇਆ ਸੀ। ਕਦੋਂ ਹੋਇਆ ਸੀ? ਜਦੋਂ ਕੈਪਟਨ ਦੀ ਸਰਕਾਰ ਹੁੰਦੀ ਸੀ। ਕਾਹਦਾ ਹੋਇਆ ਸੀ? ਸੋਮਿਆਂ ਤੋਂ ਵੱਧ ਜਾਇਦਾਦ ਬਣਾਉਣ ਦਾ, 3500 ਕਰੋੜ ਰੁਪਏ ਦਾ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ 5 ਸਾਲ ਨਿਕਲ ਗਏ ਸੀ ਤੇ ਬਾਦਲਾਂ ਨੇ ਚਲਾਨ ਪੇਸ਼ ਹੋ ਗਿਆ ਸੀ ਤੇ ਸੁਣਵਾਈ ਨਹੀਂ ਸ਼ੁਰੂ ਹੋਣ ਦਿੱਤੀ ਸੀ। ਵਕੀਲ ਦੇ ਅਰਜ਼ੀਆਂ ਉਹਨੂੰ ਲਮਕਾਈ ਗਏ। 2007 ਦੇ ਵਿੱਚ ਸਰਕਾਰ ਆਪਦੀ ਬਣ ਗਈ ਤੇ ਜਿਨ੍ਹਾਂ ਅਫਸਰਾਂ ਨੇ ਮੁਕੱਦਮੇ ਬਣਾਏ ਸੀ, ਜਿਹੜੇ ਗਵਾਹ ਸੀ, ਸਾਰੇ ਮੁੱਕਰ ਗਏ ਤੇ ਉਹ ਬਰੀ ਹੋ ਗਏ। ਸੇਮ ਪੋਜੀਸ਼ਨ ਜਦੋਂ ਬਾਦਲਾਂ ਦਾ ਰਾਜ ਸੀ, ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਕੇਸ ਰਜਿਸਟਰ ਕਰਵਾਇਆ ਸੀ, ਸਿਟੀ ਸਕੈਮ ਲੁਧਿਆਣੇ ਦਾ ਤੇ ਤੁਹਾਡਾ ਇੰਪਰੂਵਮੈਂਟ ਟਰਸਟ ਅੰਮ੍ਰਿਤਸਰ ਵਾਲਾ। ਤੇ ਕੈਪਟਨ ਅਮਰਿੰਦਰ ਸਿੰਘ ਕੋਲੇ ਕਿਹੜਾ ਸਾਧਨਾਂ ਦੀ ਕਮੀ ਸੀ? ਅਰਜ਼ੀ ਵੱਡੇ ਵਕੀਲ ਉਹਨਾਂ ਨੇ ਕਰ ਲਏ, ਅਰਜ਼ੀਆਂ ਉਹ ਪਾਉਂਦਾ ਰਿਹਾ। ਉਹ ਪਾਉਂਦਿਆਂ ਬਾਦਲਾਂ ਦੀ 10 ਸਾਲਾਂ ਦੀ ਸਰਕਾਰ ਟੱਪ ਗਈ। ਉਧਰ ਤਾਂ 5 ਸਾਲ ਟੱਪੇ ਸੀ, ਬਾਦਲਾਂ ਦੀ 10 ਸਾਲਾਂ ਦੀ ਸਰਕਾਰ ਟੱਪ ਗਈ। ਤੇ ਹੁਣ ਉਹੀ ਵਿਜੀਲੈਂਸ ਹੈ ਤੇ ਉਹੀ ਵਿਜੀਲੈਂਸ ਰਿਪੋਰਟ ਇਹ ਦੇਈ ਜਾਂਦੀ ਹੈ ਜੀ ਇਹ ਝੂਠਾ ਸੀ, ਮੁਕੱਦਮਾ ਸਬੂਤ ਕੋਈ ਹੈ ਨਹੀਂ। ਸੋ ਗੱਲ ਇਹ ਹੈ ਕਿ ਇੱਥੇ ਇਨਸਾਫ ਖਰੀਦਿਆ ਜਾਂਦਾ। ਜਿਹਦੇ ਕੋਲ ਪੈਸੇ ਹੁੰਦੇ ਆ ਉਹ ਇਨਸਾਫ ਨੂੰ ਖਰੀਦ ਲੈਂਦਾ ਵੱਡੇ ਵੱਡੇ ਵਕੀਲ ਕਰਕੇ। ਸਵਾਲ ਇਹ ਪੈਦਾ ਹੁੰਦਾ ਕਿ ਜਿਨ੍ਹਾਂ 2 ਪਰਿਵਾਰਾਂ ਦੇ ਬੰਦੇ ਮਾਰੇ ਗਏ ਮਹਿਬਲ ਕਲਾਂ ਦੇ ਵਿੱਚ, ਹਰ ਭਗਵਾਨ ਸਿੰਘ ਤੇ ਕ੍ਰਿਸ਼ਨ ਭਗਵਾਨ ਸਿੰਘ ਤੇ ਆਪਣਾ ਗੁਰਜੀਤ ਸਿੰਘ, ਉਹਨਾਂ ਕੋਲੇ ਤਾਂ ਵਿਚਾਰਿਆਂ ਕੋਲੇ ਇੰਨੇ ਪੈਸੇ ਨਹੀਂ। ਉਹਨਾਂ ਦੇ ਜਿਹੜੇ ਵਕੀਲ ਮੁਫਤ ਹੋਣ ਵਾਲੇ ਹੈ, ਜਿਹੜਿਆਂ ਨੂੰ ਕੋਈ ਬੜਾ ਮੋਟਾ ਦਰਦ ਹੈ ਮਨੁੱਖਤਾ ਦਾ, ਉਹ ਲੜਾਈ ਲੜਦੇ ਹੈ।
ਸੋ ਇੱਥੇ ਇਹ ਸਾਰਾ ਕੁਝ ਹੋਇਆ ਹੈ। ਪਰ ਗੱਲ ਇਹ ਹੈ ਕਿ ਜਦੋਂ ਤੋਂ ਇਹ ਖਬਰ ਆਈ ਹੈ ਉਦੋਂ ਤੋਂ ਲੈ ਕੇ ਜਿੱਥੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਬੇਚੈਨੀ ਪਈ ਵੀ ਹੈ, ਤੇ ਅੱਜ 13 ਤਾਰੀਖ ਹੈ ਜੀ, ਅੱਜ ਦੁਬਾਰਾ ਫੇਰ ਉਸੇ ਕੋਟਕਪੂਰਾ ਦੇ ਉਸੇ ਚੌਕ ਦੇ ਵਿੱਚ ਜਿੱਥੇ ਤਸ਼ੱਦਦ ਕੀਤਾ ਸੀ ਉੱਥੇ ਲੋਕ ਫੇਰ ਧਰਨਾ ਲਾ ਰਹੇ ਹੈ। ਜੇ ਲੋਕ ਸੜਕਾਂ ਤੇ ਨਿਕਲ ਰਹੇ ਹੈ ਤੇ ਨਾਲ ਜਿਹੜੀ ਹੈਗੀ ਹੈ, ਜੇ ਅਕਾਲੀ ਦਲ ਦੀ ਆਪਾਂ ਦੇਖੀਏ, ਬਿਰਸਾ ਸਿੰਘ ਬਲਟੋਹਾ ਤੋਂ ਲੈ ਕੇ ਸੁਖਬੀਰ ਸਿੰਘ ਬਾਦਲ ਤੱਕ ਸਾਰੇ ਬੰਦੇ ਖੁਸ਼ੀਆਂ ਮਨਾ ਰਹੇ ਹੈ। ਦੇਖੋ ਜੀ, ਕਹਿੰਦੇ ਸਾਨੂੰ ਤਾਂ ਕੈਪਟਨ ਨੇ ਫਸਾਉਣ ਦਾ ਯਤਨ ਕੀਤਾ ਸੀ ਇਹਦੇ ਰਾਹੀਂ, ਕੰਵਰ ਵਿਜੇ ਪ੍ਰਤਾਪ ਦੇ ਰਾਹੀਂ, ਤੇ ਅਸੀਂ ਤਾਂ ਹੁਣ ਬਚ ਗਏ ਜੀ, ਹਾਈ ਕੋਰਟ ਨੇ ਸਾਨੂੰ ਬਚਾਤਾ। ਤੁਸੀਂ ਇਹ ਦੇਖੋ ਕਿ ਸ਼ਰਮ ਆਉਣੀ ਚਾਹੀਦੀ ਹੈ ਸਾਨੂੰ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਸਵਾਲ ਹੋਵੇ ਤੇ ਅਸੀਂ ਖੁਸ਼ੀਆਂ ਮਨਾਈਏ। ਇਹਦਾ ਮਤਲਬ ਇਹ ਪੁਸ਼ਟੀ ਕਰਦੇ ਹੈ ਕਿ ਜਿਹੜਾ ਕੁਝ ਉਸ ਵੇਲੇ ਹੋਇਆ ਸੀ ਉਹਦੀ ਉਹ ਜਿਹੜੀ ਹੈਗੀ ਆ ਉਹਦੇ ਤੇ ਸਾਨੂੰ ਕਿਸੇ ਕਿਸਮ ਦੀ ਕੋਈ ਨਮੋਸ਼ੀ ਨਹੀਂ ਹੈ। ਜਿਹੜੀ ਸਰਕਾਰ ਹੁੰਦੀ ਹੈ, ਜਿਸ ਸਰਕਾਰ ਦੇ ਦੌਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੋਵੇ, ਉਸ ਸਰਕਾਰ ਵਾਸਤੇ ਸਭ ਤੋਂ ਮਤਲਬ ਉਹ ਨਮੋਸ਼ੀ ਦੇ ਪਲ ਹੁੰਦੇ ਹੈ, ਉਹਨੂੰ ਉਹ ਸੋਚਦੇ ਕੁਝ ਨਹੀਂ ਗਏ। ਪਰ ਇਹ ਹੈ ਕਿ ਲੋਕਾਂ ਦਾ ਪ੍ਰੈਸ਼ਰ ਹੈ ਤੇ ਨਾਲ ਜਿਹੜੀ ਹੈਗੀ ਕਮਿਟਮੈਂਟ ਜਿਹੜੀ ਹੈ ਉਹ ਹੈ। ਉਹਦੇ ਤੇ ਹੁਣ ਇਹ ਹੈ ਪੰਜਾਬ ਸਰਕਾਰ ਨੇ ਫੈਸਲਾ ਕਰ ਲਿਆ ਕਿ ਅਸੀਂ ਸੁਪਰੀਮ ਕੋਰਟ ਜਾ ਰਹੇ ਹਾਂ। ਅਜੇ ਤੱਕ ਇਹਦੀ ਨਕਲ ਨਹੀਂ ਆਈ ਕਿਉਂਕਿ ਅਜੇ ਇਹ ਫੈਸਲਾ ਜਿਹੜਾ ਪ੍ਰੋਨਾਂਸ ਕੀਤਾ ਓਪਨ ਕੋਰਟ ਦੇ ਵਿੱਚ, ਫੈਸਲੇ ਦੇ ਵਿੱਚ ਲਿਖਿਆ ਕੀ ਜਿਹੜਾ ਉਹ ਅਜੇ ਨਕਲ ਦਿੱਤੀ ਨਹੀਂ। ਜਦੋਂ ਨਕਲ ਆ ਗਈ ਨਾਲ ਦੀ ਨਾਲ ਹੀ, ਇਹ ਮੈਨੂੰ ਨਹੀਂ ਪਤਾ ਵੀ ਉਹਦੇ ਵਿੱਚ ਹਕੀਕਤ ਕਿੰਨੀ ਹੈ। ਜੋ ਅਖਬਾਰਾਂ 'ਚ ਬਿਆਨ ਆ ਰਹੇ ਹੈ ਕਿ ਵਕੀਲਾਂ ਦੀ ਇੱਕ ਸੀਨੀਅਰ ਵਕੀਲਾਂ ਦੀ ਇੱਕ ਟੀਮ ਤਿਆਰ ਹੈ ਜਿਹੜੀ ਉਹਦਾ ਐਨਾਲਿਸਿਸ ਕਰਕੇ ਨਾਲ ਦੀ ਨਾਲ ਸੁਪਰੀਮ ਕੋਰਟ ਦੇ ਵਿੱਚ ਹਾਈ ਕੋਰਟ ਦੇ ਇਸ ਫੈਸਲੇ ਨੂੰ ਚੁਣੌਤੀ ਦੇਊ। ਇਹ ਗੱਲ ਚੰਦੀ ਸਾਹਿਬ ਸਾਨੂੰ ਮੰਨਣੀ ਪੈਣੀ ਹੈ ਕਿ ਭਾਰਤ ਦੀ ਨਿਆਂ ਪ੍ਰਣਾਲੀ ਦੇ ਵਿੱਚ ਇੰਨੀਆਂ ਚੋਰ ਮੁਰਗੀਆਂ ਹੈਗੀਆਂ ਕਿ ਇੱਥੇ ਜਿਹੜਾ ਗੁਨਾਹਗਾਰ ਹੈ ਤੇ ਉਹਦੇ ਕੋਲ ਪੈਸਾ ਹੋਵੇ, ਉਹ ਗੁਨਾਹਗਾਰ ਨਿਆਂ ਨੂੰ ਲਟਕਾਉਣ ਦੇ ਵਿੱਚ ਕਾਮਯਾਬ ਹੋ ਜਾਂਦਾ ਹੈ। ਤੇ ਐਰਾ ਗੈਰਾ ਨੱਥੂ ਖੈਰਾ ਕੋਈ ਕੰਮ ਮਾਝੇ ਦੀ ਔਲਾਦ ਹੈ, ਜੇ ਝੂਠਾ ਕੇਸ ਪਾ ਦੇਣ ਭੁੱਕੀ ਵਗੈਰਾ ਤਾਂ ਉਹਨੂੰ ਉਮਰ ਕੈਦ ਵੀ ਹੋ ਜਾਂਦੀ ਹੈ ਜੀ। ਹਾਂ ਬਿਲਕੁਲ ਵਾਕਿਆ ਗੱਲ ਸੀ ਢਿੱਲੋਂ ਸਾਹਿਬ, ਜਿਹੜੇ ਨਜਾਇਜ਼ ਬੰਦੇ ਉਹ ਫਸ ਜਾਂਦੇ ਆ ਤੇ ਜਿਹੜੇ ਦੋਸ਼ੀ ਹੁੰਦੇ ਆ ਉਹ ਬਚ ਜਾਂਦੇ ਆ। ਆਪਾਂ ਅਗਲੀ ਖਬਰ ਤੇ ਚੱਲਦੇ ਜੀ। ਜਿਹੜਾ ਬਿਲਗਾ ਸਾਹਿਬ ਉਹਨਾਂ ਨੇ ਪੁੱਛਿਆ ਸੀ ਲੱਖੇ ਸਿਧਾਣੇ ਦਾ, ਕਹਿੰਦੇ ਦਿੱਲੀ ਪੁਲਿਸ ਲੱਖਾ ਸਿਧਾਣਾ ਦੇ ਚਚੇਰੇ ਭਰਾ ਨੂੰ ਤਸ਼ੱਦਦ ਵੀ ਕੀਤਾ ਪਰ ਰੱਦ ਕਰ ਰਹੀ, ਕਹਿੰਦੇ ਤਸ਼ੱਦਦ ਨਹੀਂ ਕੀਤਾ। ਤਾਂ ਪੁੱਛਗਿੱਛ ਦੀ ਪੁਸ਼ਟੀ ਕੀਤੀ ਹੈ ਜੀ ਉਹਨਾਂ ਨੇ। ਦੇਖੋ ਪਹਿਲੀ ਗੱਲ ਤਾਂ ਇਹ ਚੰਦੀ ਸਾਹਿਬ ਕਿ ਇਹ ਇੱਕ ਵਾਲੇ ਗੁਨਾਹ ਹੈ ਜੀ। ਇਹ ਤੋਂ ਪਹਿਲਾਂ ਦਿੱਲੀ ਦੀ ਪੁਲਿਸ ਨੇ ਕਦੇ ਨਹੀਂ ਕਿਹਾ ਕਿ ਅਸੀਂ ਪੰਜਾਬ ਦੇ ਵਿੱਚੋਂ ਕੋਈ ਬੰਦਾ ਚੁੱਕੇ। ਲੱਖੇ ਸਿਧਾਣੇ ਨਾਲ ਕਿਸੇ ਦੇ ਮਤਭੇਦ ਹੋ ਸਕਦੇ ਹੈ, ਕਿਸੇ ਨੂੰ ਉਹ ਹਰਮਨ ਪਿਆਰਾ ਹੋ ਸਕਦਾ, ਉਹ ਇੱਕ ਵੱਖਰੀ ਗੱਲ ਹੈ ਜੀ। ਲੇਕਿਨ ਉਹਦਾ ਜਿਹੜਾ ਕਜ਼ਨ ਹੈ ਗੁਰਦੀਪ ਸਿੰਘ ਮੁੰਡੀ, ਉਹ ਲਾਅ ਦਾ ਸਟੂਡੈਂਟ ਹੈ। ਪਟਿਆਲੇ ਉਹ ਮੁੰਡਾ ਇਮਤਿਹਾਨ ਦੇਣ ਵਾਸਤੇ ਗਿਆ। ਦਿੱਲੀ ਦਾ ਜਿਹੜਾ ਸਪੈਸ਼ਲ ਸੈੱਲ ਹੈ ਦਿੱਲੀ ਪੁਲਿਸ ਦਾ, ਉਹ ਸੈੱਲ ਉਹਨੂੰ ਚੁੱਕਦਾ ਹੈ। ਇਹ ਉਸ ਦਿਨ ਦੀ ਗੱਲ ਹੈ ਜਿਹਦੇ 10 ਤਾਰੀਖ ਦੇ ਪ੍ਰੋਟੈਸਟ ਦੇ ਵਿੱਚ ਭਾਗ ਲੈਣ ਵਾਸਤੇ ਲੱਖਾ ਸਿਧਾਣਾ 9 ਤਾਰੀਖ ਨੂੰ ਪੰਜਾਬ ਦੇ ਵਿੱਚੋਂ ਇੱਕ ਵੱਡੇ ਕਾਫਲੇ ਦੇ ਨਾਲ ਦਿੱਲੀ ਵੱਲ ਨੂੰ ਜਾਂਦਾ ਹੈ। ਰਸਤੇ ਦੇ ਵਿੱਚੋਂ ਹੀ ਉਹ ਮੀਡੀਆ ਨੂੰ ਦੱਸਦਾ ਹੈ ਕਿ ਮੇਰੇ ਕਜ਼ਨ ਨੂੰ, ਮੇਰੇ ਭਰਾ ਨੂੰ ਚੁੱਕ ਕੇ ਲੈ ਗਈ ਹੈ ਪੁਲਿਸ ਔਰ ਉਹਦੇ ਤੇ ਤਸ਼ੱਦਦ ਕੀਤਾ ਜਾ ਰਿਹਾ ਹੈ। ਉਹ ਮੁੰਡਾ ਇਸ ਵੇਲੇ ਸਿਵਲ ਹਸਪਤਾਲ ਬਠਿੰਡਾ ਦੇ ਵਿੱਚ ਦਾਖਲ ਸੀ, ਸ਼ਾਇਦ ਹੁਣ ਉਹਨੂੰ ਲੁਧਿਆਣੇ ਭੇਜਤਾ ਹੋਵੇ। ਜਦੋਂ ਉਹਨੂੰ ਛੱਡਿਆ ਗਿਆ, ਉਹਦੇ ਛੱਡਣ ਤੋਂ ਬਾਅਦ ਪਿੰਡ ਦੇ ਲੋਕਾਂ ਨੇ, ਪਰਿਵਾਰ ਦੇ ਲੋਕਾਂ ਨੇ ਚੱਕ ਕੇ ਉਹਨੂੰ ਬਠਿੰਡੇ ਦਾਖਲ ਕਰਵਾਇਆ। ਬਠਿੰਡੇ ਮੀਡੀਆ ਨੇ ਉਹਦੀ ਇੰਟਰਵਿਊ ਲਈ ਹੈ ਤੇ ਉਹਨੇ ਦੱਸਿਆ ਕਿ ਮੈਨੂੰ ਬਹੁਤ ਬੁਰੀ ਤਰ੍ਹਾਂ ਟੌਰਚਰ ਕੀਤਾ ਹੈ ਔਰ ਮੈਨੂੰ ਵਾਰ-ਵਾਰ ਇਹ ਧਮਕੀ ਦਿੱਤੀ ਜਾ ਰਹੀ ਸੀ ਕਿ ਤੇਰਾ ਐਨਕਾਊਂਟਰ ਕਰ ਦੇਣਾ, ਤੂੰ ਲੱਖੇ ਦੇ ਵੇਅਰ ਅਬਾਊਟਸ ਦੱਸ। ਪਹਿਲੀ ਗੱਲ ਤਾਂ ਇਹ ਹੈ ਕਿ ਉਹਨੂੰ ਚੱਕਣ ਦੀ ਲੋੜ ਕੀ ਪੈ ਗਈ ਸੀ। ਪੁਲਿਸ ਨੇ ਪਹਿਲਾਂ ਤਾਂ ਹੁਣ ਤੱਕ ਜਿੰਨੇ ਕਿਸਾਨ ਅੰਦੋਲਨ ਦੇ ਸੰਬੰਧ ਵਿੱਚ ਬੰਦੇ ਚੁੱਕੇ ਹੈ, ਪੁਲਿਸ ਸਿਰਫ ਗ੍ਰਿਫਤਾਰੀ ਪਾ ਦਿੰਦੀ ਹੈ। ਬਹੁਤ ਸਾਰੇ ਲੋਕਾਂ ਦਾ ਤਾਂ ਰੌਲਾ ਪਈ ਜਾਂਦਾ ਹਾਲੇ ਤੱਕ ਕਿ ਉਹਨਾਂ ਦਾ ਪਤਾ ਨਹੀਂ ਲੱਗਦਾ ਕਿ ਉਹ ਬੰਦੇ ਕਿੱਥੇ ਹੈ। ਲੇਕਿਨ ਇਸ ਮੁੰਡੇ ਨੂੰ ਪਟਿਆਲੇ ਤੋਂ ਚੁੱਕਿਆ ਕਿ ਪਟਿਆਲੇ ਤੋਂ ਚੁੱਕ ਕੇ ਟੌਰਚਰ ਕੀਤਾ। ਟੌਰਚਰ ਕਰਨ ਤੋਂ ਬਾਅਦ ਜਦੋਂ ਰੌਲਾ ਪੈ ਗਿਆ, ਮੀਡੀਆ ਦੇ ਵਿੱਚ ਗੱਲ ਆ ਗਈ, ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਨੇ ਇਸ ਮਾਮਲੇ ਦੇ ਉੱਤੇ ਵੀ ਆਪਣੇ ਪ੍ਰਤੀਕਰਮ ਪ੍ਰਗਟ ਕੀਤੇ ਹੈ। ਨਵਜੋਤ ਸਿੰਘ ਸਿੱਧੂ ਨੇ ਸਖਤ ਪ੍ਰਤੀਕਰਮ ਪ੍ਰਗਟ ਕੀਤਾ ਹੈ, ਈਵਨ ਸੁਖਬੀਰ ਸਿੰਘ ਬਾਦਲ ਨੇ ਵੀ ਸਖਤ ਪ੍ਰਤੀਕਰਮ ਪ੍ਰਗਟ ਕੀਤਾ ਹੈ। ਔਰ ਉਹ ਤੋਂ ਬਾਅਦ ਹੁਣ ਦਿੱਲੀ ਪੁਲਿਸ ਦੀ ਸਟੇਟਮੈਂਟ ਆ ਗਈ। ਦਿੱਲੀ ਪੁਲਿਸ ਕਹਿੰਦੀ ਕਿ ਜੀ ਅਸੀਂ ਜਿਹੜਾ ਹੈਗਾ ਇਸ ਮੁੰਡੇ ਨੂੰ ਪੁੱਛਗਿੱਛ ਕੀਤੀ ਸੀ, ਹੋਰ ਅਸੀਂ ਨੂੰ ਕੁਛ ਨਹੀਂ ਕਿਹਾ ਸੀ, ਇਹਨੂੰ ਟੌਰਚਰ ਨਹੀਂ ਕੀਤਾ। ਇਹ ਇਕਬਾਲ ਤਾਂ ਉਹਨਾਂ ਨੇ ਕਰ ਲੈਣਾ ਕਿ ਅਸੀਂ ਇਸ ਮੁੰਡੇ ਨੂੰ ਚੁੱਕਿਆ ਸੀ। ਸਵਾਲ ਇਹ ਪੈਦਾ ਹੁੰਦਾ ਕਿ ਜੇ ਤੁਸੀਂ ਇਸ ਮੁੰਡੇ ਦੀ ਪੁੱਛਗਿੱਛ ਕੀਤੀ ਹੈ, ਕੀ ਤੁਸੀਂ ਪੁੱਛਗਿੱਛ ਕਰਨ ਵੇਲੇ ਪਟਿਆਲਾ ਪੁਲਿਸ ਨੂੰ ਭਰੋਸੇ ਵਿੱਚ ਲਿਆ ਸੀ? ਨਿਯਮ ਇਹ ਹੈ ਕਿ ਜੇ ਬਾਹਰਲੇ ਸੂਬੇ ਦੀ, ਬਾਹਰਲੇ ਜ਼ਿਲ੍ਹੇ ਦੀ ਪੁਲਿਸ ਜਿਸ ਵੀ ਥਾਣੇ ਚ ਆਉਂਦੀ ਹੈ, ਉਸ ਥਾਣੇ ਦੇ ਵਿੱਚ ਆ ਕੇ ਉਹਨਾਂ ਨੂੰ ਸੰਬੰਧਿਤ ਥਾਣੇ ਕੋਲ ਐਂਟਰੀ ਪਾਉਣੀ ਪੈਂਦੀ ਹੈ। ਉਸ ਪੁਲਿਸ ਦੀ ਉਹਨਾਂ ਨੂੰ ਜਿਹੜੀ ਹੈਗੀ ਹੈ ਇਮਦਾਦ ਲੈਣੀ ਪੈਂਦੀ ਹੈ। ਇਮਦਾਦ ਲੈਣ ਤੋਂ ਬਾਅਦ ਫਿਰ ਉਹਨਾਂ ਨੂੰ ਅਗਲੀ ਕਾਰਵਾਈ ਕਰਨੀ ਪੈਂਦੀ ਹੈ। ਜੇ ਪਟਿਆਲਾ ਪੁਲਿਸ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਤਾਂ ਇਹਦਾ ਮਤਲਬ ਹੈ ਕਿ ਉਹਨਾਂ ਦਾ ਇਹ ਐਕਸ਼ਨ ਗੈਰ ਕਾਨੂੰਨੀ ਹੈ। ਔਰ ਇਹਦੇ ਤੇ ਨਵਜੋਤ ਸਿੱਧੂ ਨੇ ਜਿਹੜੀ ਗੱਲ ਕਹੀ ਹੈ
ਕਿ ਪੰਜਾਬ ਦੀ ਸਰਕਾਰ ਨੂੰ ਇਹਦਾ ਨੋਟਿਸ ਲੈਣਾ ਚਾਹੀਦਾ ਹੈ। ਸਾਨੂੰ ਪੁੱਛੇ ਤੋਂ ਬਗੈਰ ਸਾਡੀ ਜੂਰੀਡਿਕਸ਼ਨ ਦੇ ਵਿੱਚ ਉਹਨਾਂ ਨੇ ਦਖਲਅੰਦਾਜ਼ੀ ਕਿਉਂ ਕੀਤੀ, ਨਿਯਮਾਂ ਦੀ ਪਾਲਣਾ ਕਿਉਂ ਨਹੀਂ ਕੀਤੀ। ਦੂਸਰੀ ਗੱਲ, ਉਹਨਾਂ ਨੇ ਇੱਕ ਬਹਾਨਾ ਇਹ ਲਾਇਆ, ਇੱਕ ਦਲੀਲ ਦਿੱਤੀ ਹੈ ਕਿ ਹੁਣ ਤੱਕ ਅਸੀਂ 160 ਵਿਅਕਤੀ ਜਿਹੜੇ ਹੈਗੇ ਆ ਉਹ ਦਿੱਲੀ ਦਾ ਜਿਹੜਾ 26 ਜਨਵਰੀ ਦੀਆਂ ਘਟਨਾਵਾਂ, ਜਿਹੜੀਆਂ ਹਿੰਸਾ ਦੀਆਂ ਘਟਨਾਵਾਂ ਹੋਈਆਂ, ਉਹਨਾਂ ਦੇ ਵਿੱਚ ਗ੍ਰਿਫਤਾਰ ਕੀਤੀ ਹੈ। ਲੇਕਿਨ ਕਹਿੰਦੇ ਕਿਸੇ ਵੀ ਵਿਅਕਤੀ ਨੇ ਕਦੇ ਇਹ ਇਲਜ਼ਾਮ ਨਹੀਂ ਲਾਇਆ, ਇਹ ਦੋਸ਼ ਨਹੀਂ ਲਾਇਆ ਕਿ ਪੁਲਿਸ ਨੇ ਮੈਨੂੰ ਟੌਰਚਰ ਕੀਤਾ ਹੈ। ਤੇ ਆਹ ਦੋਸ਼ ਗਲਤ ਹੈ ਜੀ, ਅਸੀਂ ਕਿਸੇ ਨੂੰ ਟੌਰਚਰ ਨਹੀਂ ਕੀਤਾ। ਹੁਣ ਚੰਦੀ ਸਾਹਿਬ, ਬਾਕੀ ਗੱਲਾਂ ਤਾਂ ਤੁਸੀਂ ਛੱਡ ਦਿਓ, ਪੁਲਿਸ ਸੱਚ ਕਿੰਨਾ ਕੁ ਬੋਲਦਾ। ਪਹਿਲੀ ਗੱਲ ਤਾਂ ਹੈ ਕਿ ਭਾਰਤ ਦੀ ਪੁਲਿਸ, ਉਹ ਪੰਜਾਬ ਦੀ ਹੋਵੇ, ਉਹ ਦਿੱਲੀ ਦੀ ਹੋਵੇ, ਉਹ ਕੇਰਲਾ ਦੀ ਹੋਵੇ, ਇਸ ਪੁਲਿਸ ਨੂੰ ਆਪਾਂ ਇੰਨੀ ਬੀਬੀ ਰਾਣੀ ਕਿਵੇਂ ਕਹਿ ਦੇਂਗੇ ਕਿ ਪੁੱਛਗਿੱਛ ਕਰਕੇ ਤੇ ਕਹਿੰਦੇ ਜਾਓ ਜੀ ਕਾਕਾ ਜੀ ਤੁਸੀਂ ਆਪਦੇ ਘਰੇ ਜਾਓ, ਜੇ ਲੋੜ ਪਈ ਤਾਂ ਫਿਰ ਤੁਹਾਨੂੰ ਦੁਬਾਰਾ ਬੁਲਾਵਾਂਗੇ, ਤੁਸੀਂ ਆਵਾਂਗੇ। ਸਾਡੀ ਪੁਲਿਸ ਦੀ ਤਾਂ ਸਥਿਤੀ ਇਹ ਹੈ, ਇੱਕ ਵਾਰੀ ਸੁਪਰੀਮ ਕੋਰਟ ਦੇ ਇੱਕ ਜੱਜ ਨੇ ਇਹ ਟਿੱਪਣੀ ਕੀਤੀ ਸੀ ਕਿ ਭਾਰਤ ਦੀ ਪੁਲਿਸ, ਜਿਹੜੀ ਇਹ ਭਾਰਤ ਦੀ ਪੁਲਿਸ ਹੈ, ਅਸਲ ਦੇ ਵਿੱਚ ਵਰਦੀਧਾਰੀਆਂ ਦਾ ਜਥੇਬੰਦਕ, ਵਰਦੀਧਾਰੀ ਅਪਰਾਧੀਆਂ ਦਾ ਜਥੇਬੰਦਕ ਗਰੋਹ ਹੈ। ਇਹ ਸੁਪਰੀਮ ਕੋਰਟ ਦੇ ਇੱਕ ਜੱਜ ਦੀ ਟਿੱਪਣੀ ਹੈ, ਔਰ ਅੱਜ ਤੱਕ ਇਹ ਟਿੱਪਣੀ ਡਿਲੀਟ ਨਹੀਂ ਕੀਤੀ। ਟਿੱਪਣੀ ਸੁਪਰੀਮ ਕੋਰਟ ਦੇ ਵਿੱਚ ਜਿਉਂ ਦੀ ਤਿਉਂ ਪਈ ਹੈ। ਜਿਨ੍ਹਾਂ ਲੋਕਾਂ ਨੇ ਪੰਜਾਬ ਦਾ ਉਹ ਕਾਲਾ ਦੌਰ ਦੇਖਿਆ, ਉਹਨਾਂ ਨੂੰ ਪਤਾ ਹੈ ਕਿ ਸਾਡੀ ਪੁਲਿਸ ਕਿੰਨੀ ਕੁ ਬੀਬੀ ਰਾਣੀ ਹੈ। ਜਿਹੜੇ ਲੋਕ ਛੱਤੀਸਗੜ੍ਹ ਦੇ ਵਿੱਚ, ਝਾਰਖੰਡ ਦੇ ਵਿੱਚ, ਉੜੀਸਾ ਦੇ ਜੰਗਲਾਂ 'ਚ, ਬੰਗਾਲ ਦੇ ਜੰਗਲਾਂ ਦੇ ਵਿੱਚ ਜਿੱਥੇ ਆਦਿਵਾਸੀ ਲੋਕ ਵਸਦੇ ਹੈ, ਜਿਨ੍ਹਾਂ ਲੋਕਾਂ ਨੇ ਉੱਥੇ ਦੇ ਆਪਰੇਸ਼ਨ ਦੇਖਿਆ, ਉਹਨਾਂ ਨੂੰ ਪਤਾ ਕਿ ਇਹ ਬੀਬੀ ਰਾਣੀ ਪੁਲਿਸ ਕਿੰਨੀ ਕੁ ਹੈ। ਜਿਨ੍ਹਾਂ ਲੋਕਾਂ ਨੇ ਦਿੱਲੀ ਦੀ ਹਿੰਸਾ ਦੀਆਂ ਘਟਨਾਵਾਂ ਦੇਖੀਆਂ, ਜਿਹੜੀਆਂ ਪੂਰਬੀ ਦਿੱਲੀ ਦੇ ਵਿੱਚ ਹੋ ਗਈਆਂ ਸੀ ਪਿਛਲੇ ਸਮੇਂ, ਜਦੋਂ ਤਬਲੀਗੀ ਜਮਾਤ ਵਾਲਿਆਂ ਦੀ ਫੜਾਫੜੀ ਹੋਈ ਸੀ ਕਰੋਨਾ ਤੋਂ ਬਾਅਦ, ਜੋ ਨਾਗਰਿਕਤਾ ਕਾਨੂੰਨ ਚੱਲਦਾ ਸੀ, ਉਸ ਤੋਂ ਬਾਅਦ 50 ਦੇ ਕਰੀਬ ਬੰਦੇ ਮਾਰੇ ਗਏ ਸੀ। ਉਹਨਾਂ ਨੂੰ ਵੀ ਪਤਾ ਵੀ ਕੀ ਕੁਛ ਕਰਦੀ ਹੈ। ਜਿਹੜੇ ਲੋਕ ਮਾਰੇ ਗਏ, ਲੁੱਟੇ ਕੁੱਟੇ ਗਏ, ਉਹਨਾਂ ਲੋਕਾਂ ਦੇ ਖਿਲਾਫ ਪਰਚੇ ਦਿੱਤੇ। ਦਿੱਲੀ ਦੀ ਪੁਲਿਸ ਦਾ ਜਾਂ ਸਾਡੇ ਭਾਰਤ ਦੀ ਪੁਲਿਸ ਦਾ ਇੱਕ ਇਤਿਹਾਸ ਹੈ। ਹੁਣ ਪੁਲਿਸ ਕਹਿੰਦੀ ਜੀ 160 ਬੰਦੇ ਅਸੀਂ ਫੜੇ ਸੀ, ਕਿਸੇ ਬੰਦੇ ਨੇ ਵੀ ਇਲਜ਼ਾਮ ਨਹੀਂ ਲਾਇਆ। ਚੰਦੀ ਸਾਹਿਬ, ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਅੱਜ ਕੱਢ ਕੇ ਦੇਖ ਲਓ, ਦਿੱਲੀ ਦੀਆਂ ਜਿਹੜੀਆਂ ਉਹ ਹਿੰਸਾ ਦੀਆਂ ਘਟਨਾਵਾਂ ਹੋਈਆਂ, ਬਟ ਬਜ਼ੁਰਗ ਬੰਦੇ ਜਿਹੜੇ ਉਹਨਾਂ ਦਿਨਾਂ 26 ਜਨਵਰੀ ਵਾਲੇ ਦਿਨ ਆਪਣੇ ਅੱਡੋ ਅੱਡੀ ਥਾਵਾਂ ਦੇ ਉੱਤੇ ਬੈਠੇ ਲੰਗਰ ਪਾਣੀ ਛਕ ਰਹੇ ਸੀ, ਉਹਨਾਂ ਨੂੰ ਧੂਕੜੀ ਇਸਕੇ ਦਾ ਲੈ ਗਏ, ਉਹਨਾਂ ਦਾ ਕੁੱਟ ਕਟਾਪਾ ਕੀਤਾ, ਥਾਣੇ ਦੇ ਵਿੱਚ ਲਿਜਾ ਕੇ ਉਹਨਾਂ ਦੀਆਂ ਇੱਜ਼ਤ, ਉਹਨਾਂ ਦੀਆਂ ਜਿਹੜੀਆਂ ਪੱਗਾਂ ਰੋਲੀਆਂ ਔਰ ਉਹਨਾਂ ਦੇ ਫੜ ਕੇ ਪਰਚੇ ਦੇ ਦਿੱਤੇ। ਉਹ ਸਾਰੀਆਂ ਗੱਲਾਂ ਤਾਂ ਪਈਆਂ ਮੀਡੀਆ ਦੇ ਉੱਤੇ ਆਈਆਂ ਵੀ। ਜਦੋਂ ਉਹਨਾਂ ਦੀਆਂ ਜ਼ਮਾਨਤਾਂ ਹੋਈਆਂ, ਜ਼ਮਾਨਤਾਂ ਆ ਕੇ ਬੀਬੀਆਂ ਦਾੜੀਆਂ ਦੇ ਉੱਤੇ ਪਰਲ ਹੰਝੂ ਵਗਦੇ ਹੈ। ਮੇਰਾ ਖਿਆਲ ਹੈ ਵੀ ਪ੍ਰਤੱਖ ਨੂੰ ਪ੍ਰਮਾਣ ਦੀ ਕੋਈ ਲੋੜ ਨਹੀਂ। ਸੋ ਦਿੱਲੀ ਪੁਲਿਸ ਨੇ ਆਪਣਾ ਗੁਨਾਹ ਮੰਨ ਲਿਆ। ਲੱਖਾ ਨੇ ਜੇ ਕੋਈ ਗੁਨਾਹ ਕੀਤਾ, ਲੱਖੇ ਨੂੰ ਕਾਨੂੰਨ ਮੁਤਾਬਕ ਜੋ ਮਰਜ਼ੀ ਹੈ ਸਜ਼ਾ ਦੇਵੇ, ਕਾਨੂੰਨ ਦੇਵੇ ਸਜ਼ਾ, ਬੰਦਿਆਂ ਨੂੰ ਸਜ਼ਾ ਦੇਣ ਦਾ ਕੋਈ ਹੱਕ ਨਹੀਂ, ਪੁਲਿਸ ਨੂੰ ਸਜ਼ਾ ਦੇਣ ਦਾ ਕੋਈ ਹੱਕ ਨਹੀਂ। ਪਰ ਉਹ ਮੁੰਡੇ ਦਾ ਕਸੂਰ ਕੀ ਹੈ? ਕੀ ਕੋਈ ਕਿਸੇ ਦਾ ਭਤੀਜਾ ਨਹੀਂ ਹੋ ਸਕਦਾ, ਕੋਈ ਕਿਸੇ ਦਾ ਚਾਚਾ ਨਹੀਂ ਹੋ ਸਕਦਾ? ਕੀ ਅਸੀਂ ਸਾਰੇ ਲੋਕ, ਅਸੀਂ ਤਾਂ ਆਪਸ ਵਿੱਚ ਇੱਕ ਦੂਜੇ ਨਾਲ ਰਿਸ਼ਤੇਦਾਰੀਆਂ ਨਾਲ ਜੁੜੇ ਹੋਏ। ਇਹਦਾ ਮਤਲਬ ਇਹ ਹੈ ਕਿ ਇਹ ਤਾਂ ਫਿਰ ਉਹੀ ਕੁਛ ਹੋ ਗਿਆ ਜੋ ਪੰਜਾਬ ਦੇ ਵਿੱਚ ਹੁੰਦਾ ਸੀ ਕਾਲੇ ਦੌਰ ਦੇ ਵਿੱਚ, ਵੀ ਜਿਹਨੂੰ ਮਰਜ਼ੀ ਆ ਫੜੋ ਤੇ ਚੱਕੋ, ਤੁਸੀਂ ਰਿਸ਼ਤੇਦਾਰ ਨੂੰ ਜਿਹੜਾ ਪਾਰ ਬੁਲਾ ਦਿਓ। ਇਹ ਤਾਂ ਖੁਸ਼ਕਿਸਮਤ ਆ ਉਸ ਮੁੰਡੇ ਦੀ, ਗੁਰਦੀਪ ਮੁੰਡੀ ਬਚ ਗਿਆ। ਲੇਕਿਨ ਇਹ ਕੱਲ ਆਪ ਉਹਨਾਂ ਨੇ ਆਪਣਾ ਇਕਬਾਲ ਕਰ ਲਿਆ ਗੁਨਾਹ ਦਾ ਕਿ ਹਾਂ ਸਿਰ ਚੁੱਕਿਆ ਸੀ। ਉਹਨਾਂ ਦੇ ਖਿਲਾਫ ਕਾਰਵਾਈ ਦਿੱਲੀ ਪੁਲਿਸ ਦੇ ਖਿਲਾਫ ਹੋਣੀ ਚਾਹੀਦੀ ਹੈ ਕਿ ਉਹਨਾਂ ਨੇ ਬਗੈਰ ਪੰਜਾਬ ਪੁਲਿਸ ਦੀ ਪ੍ਰਵਾਨਗੀ ਤੋਂ ਜੂਰੀਡਿਕਸ਼ਨ ਦੀ ਉਲੰਘਣਾ ਕੀਤੀ ਤਾਂ ਕਿਉਂ ਕੀਤੀ ਜੀ। ਹਾਂ ਬਿਲਕੁਲ ਜੀ, ਇੱਥੇ ਤਾਂ ਇਹ ਤਾਂ ਕਰਦੀ ਆ, ਪਰ ਆਪਾਂ ਅਦਾਲਤਾਂ ਦੀ ਗੱਲਬਾਤ ਕਰਦੇ, ਆਪਾਂ ਹਾਈ ਕੋਰਟ ਦੀ ਗੱਲਬਾਤ ਕੀਤੀ ਆ, ਤੇ ਹੁਣ ਸੁਪਰੀਮ ਕੋਰਟ ਦੀ ਆ ਜਾਂਦੀ, ਜਿਹੜੇ ਮੁਕੱਦਮੇ ਨੂੰ ਬਿਲਕੁਲ ਇਹਨਾਂ ਨੇ ਖਾਰਜ ਕਰ ਦਿੱਤਾ ਸੀਗਾ, ਪਰ ਇੱਕ ਪੋਰਟਲ ਵੱਲੋਂ, ਇੱਕ ਅਖਬਾਰ ਵੱਲੋਂ ਖਬਰ ਛਪਣ ਤੋਂ ਬਾਅਦ ਪੂਰੀ ਸੁਰਖੀਆਂ ਦੇ ਵਿੱਚ ਆ ਗਿਆ ਜੀ। ਆਪਾਂ ਗੱਲਬਾਤ ਕਰਦੇ ਆ ਰਫੇਲ ਡੀਲ ਦੀ। ਰਫੇਲ ਡੀਲ ਦੇ ਵਿੱਚ ਕਹਿੰਦੇ ਦਲਾਲੀ ਮੋਦੀ ਖਿਲਾਫ ਕੇਸ ਦਰਜ ਕਰਾਉਣ ਲਈ ਸੁਪਰੀਮ ਕੋਰਟ ਦੇ ਵਿੱਚ PIL ਜਿਹੜੀ ਦਾਇਰ ਹੋ ਗਈ ਹੈ ਜੀ। ਬਿਲਕੁਲ ਜੀ, ਇਹ PIL ਜਿਹੜੀ ਦਾਇਰ ਕੀਤੀ ਹੈ, ਇੱਕ ਵਕੀਲ ਹੈ ਜਿਹਦਾ ਨਾਮ ਮਨੋਹਰ ਲਾਲ ਸ਼ਰਮਾ ਹੈ ਜੀ, ਔਰ ਇਹਦੇ ਵਿੱਚ ਜਿਹੜਾ ਉਹਨੇ ਦਲੀਲ ਦਿੱਤੀ ਹੈ ਕਿ ਮੈਂ ਇਹ ਪਟੀਸ਼ਨ ਦਾਇਰ ਕਿਉਂ ਕਰਦਾ, ਉਹਦੇ ਵਿੱਚ ਉਹਨੇ ਕਿਹਾ ਕਿ ਜਿਹੜਾ ਫਰਾਂਸ ਦਾ ਇੱਕ ਨਿਊਜ਼ ਪੋਰਟਲ ਹੈ, ਉਸ ਨਿਊਜ਼ ਪੋਰਟਲ ਨੇ ਇਹ ਇੰਕਸ਼ਾਫ ਕੀਤਾ ਸੀ ਕਿ ਇਸ ਕੇਸ ਦੇ ਵਿੱਚ ਭਾਰਤੀ ਦਲਾਲ ਆ ਸੁਸ਼ੈਨ ਗੁਪਤਾ ਜੀ, ਤੇ ਸੁਸ਼ੈਨ ਗੁਪਤੇ ਨੂੰ 10 ਲੱਖ ਯੂਰੋ ਦਿੱਤਾ ਹੈ। 10 ਲੱਖ ਯੂਰੋ ਜਿਹੜਾ ਹੈਗਾ ਉਸ ਬੰਦੇ ਨੂੰ ਦਿੱਤਾ ਸੀਗਾ ਕਮਿਸ਼ਨ। ਭਾਵੇਂ 10 ਕੰਪਨੀ ਜਿਹੜੀ ਕੰਪਨੀ ਹੈ, ਉਸ ਕੰਪਨੀ ਨੇ ਇਹ ਕਿਹਾ ਸੀ ਕਿ ਅਸੀਂ ਇਹਨੂੰ ਜਿਹੜਾ ਇਹ ਕਮਿਸ਼ਨ ਦਿੱਤਾ ਹੈ, ਇਹ ਕਮਿਸ਼ਨ ਇਸ ਵਾਸਤੇ ਦਿੱਤਾ ਤਾਂ ਕਿ ਉਹ ਰਫੇਲ ਜਹਾਜ਼ ਦੇ ਮਾਡਲ ਤਿਆਰ ਕਰ ਲੇ। ਹੁਣ ਵੱਡੀ ਗੱਲ ਇਹ ਹੈ ਕਿ ਜਿਹੜੀ ਕੰਪਨੀ ਖੁਦ ਜਹਾਜ਼ ਤਿਆਰ ਕਰਦੀ ਹੈ, ਉਹ ਆਪਣੇ ਜਹਾਜ਼ ਦੇ ਮਾਡਲ ਤਿਆਰ ਕਰਵਾਉਣ ਵਾਸਤੇ ਕਿਸੇ ਹੋਰ ਨੂੰ ਪੈਸੇ ਕਿਉਂ ਦੇਊਗੀ? ਜਿਹੜਾ ਮੀਡੀਆ ਪੋਰਟਲ ਹੈ ਜੀ, ਇਹਦਾ ਨਾਂ ਹੈਗਾ ਮੀਡੀਆ ਪਾਰਟ। ਇਹਦਾ ਇਹ ਮੰਨਣਾ ਹੈ ਕਿ ਜਿਹੜੀ ਇਨਫੋਰਸਮੈਂਟ ਡਾਇਰੈਕਟੋਰੇਟ ਹੈ ਭਾਰਤ ਦਾ,
ਇਸ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਸੁਸ਼ੈਨ ਗੁਪਤਾ ਨਾਂ ਦੇ ਦਲਾਲ ਨੂੰ ਦਸਾਂ ਤੇ ਉਹਦੀਆਂ ਜਿਹੜੀਆਂ ਸਹਾਇਕ ਕੰਪਨੀਆਂ ਉਹਨਾਂ ਵੱਲੋਂ ਜਿਹੜੀ ਰਕਮ ਦਿੱਤੀ ਗਈ ਉਹਦੀ ਪੜਤਾਲ ਹੀ ਨਹੀਂ ਕੀਤੀ। ਇਸ ਪੋਰਟਲ ਦਾ ਇਹ ਵੀ ਦਾਅਵਾ ਹੈ ਕਿ ਇਸ ਦਲਾਲ ਨੇ ਭਾਰਤ ਦੀ ਜਿਹੜੀ ਡਿਫੈਂਸ ਮਿਨਿਸਟਰੀ ਹੈ ਉੱਥੋਂ ਮਹੱਤਵਪੂਰਨ ਦਸਤਾਵੇਜ਼ ਹਾਸਲ ਕੀਤੇ ਸੀ ਜੀ। ਇੰਪੋਰਟੈਂਟ ਡਾਕੂਮੈਂਟ ਜਿਹੜੇ ਹੈਗੇ ਆ ਭਾਰਤੀ ਡਿਫੈਂਸ ਮਿਨਿਸਟਰੀ ਤੋਂ ਉਹਨੇ ਹਾਸਲ ਕੀਤੇ ਔਰ ਉਹ ਦਿੱਤੇ ਕਿਹਨੂੰ? ਉਹ ਦਿੱਤੇ ਜੀ ਦਸਾਂ ਕੰਪਨੀ ਨੂੰ ਜਿਹੜੀ ਰਫੇਲ ਬਣਾਉਂਦੀ ਹੈ ਜੀ, ਫਰਾਂਸ ਦੀ ਕੰਪਨੀ। ਤੇ ਇਸ ਕੰਪਨੀ ਨੇ ਫਿਰ ਇਹਨਾਂ ਦਸਤਾਵੇਜ਼ਾਂ ਦਾ ਸਹਾਰਾ ਲਿਆ, ਓਟ ਆਸਰਾ ਲਿਆ, ਕਿਉਂਕਿ ਇਹਨਾਂ ਨੂੰ ਪਤਾ ਲੱਗ ਗਿਆ ਕਿ ਉਹਨਾਂ ਦੀ ਕੀ ਰਿਕੁਆਇਰਮੈਂਟ ਹੈ ਔਰ ਉਹ ਆਸਰਾ ਲੈ ਕੇ ਇਹਨਾਂ ਨੇ ਫਿਰ ਆਪਣੇ ਜਿਹੜੇ ਹੈਗੇ ਆ ਜਹਾਜ਼ ਭਾਰਤ ਨੂੰ ਵੇਚਣ ਦਾ ਸੌਦਾ ਸਿਰੇ ਚੜਾਇਆ ਜੀ। ਇਹਦਾ ਮਤਲਬ ਇਹ ਹੈ ਕਿ ਸਰਕਾਰੀ ਦਸਤਾਵੇਜ਼ ਇੱਕ ਦਲਾਲ, ਉਹ ਦਲਾਲ ਜਾ ਕੇ ਦਿੰਦਾ ਹੈ। ਔਰ ਇਹ ਦਲਾਲ ਹੈ ਕੌਣ? ਇਸ ਦਲਾਲ ਨੂੰ ਜੇ ਆਪਾਂ ਦੇਖੀਏ ਤਾਂ ਇਹ ਦਲਾਲ ਜਿਹੜਾ ਹੈਗਾ, ਇਸ ਦਲਾਲ ਨੂੰ ਪਿੱਛੇ ਜਿਹੜਾ ਹੈਗਾ ਜਦੋਂ UPA ਬਣਦੀ ਸਰਕਾਰ ਗਈ ਹੈ ਤੇ ਇਹ ਸਰਕਾਰ ਆਈ ਹੈ ਨਰਿੰਦਰ ਮੋਦੀ ਦੀ, ਉਦੋਂ ਇਸ ਸਰਕਾਰ ਨੇ ਇਹਨੂੰ ਗ੍ਰਿਫਤਾਰ ਕੀਤਾ ਸੀ। ਇਹਦੇ ਤੇ ਇਲਜ਼ਾਮ ਇਹ ਸੀ, ਈਡੀ ਨੇ ਗ੍ਰਿਫਤਾਰ ਕੀਤਾ ਸੀ ਤੇ ਇਲਜ਼ਾਮ ਇਹ ਸੀ ਕਿ ਜਿਹੜਾ ਹੈਗਾ ਦੁਬਈ ਦੇ ਵਿੱਚ ਰਾਜੀਵ ਸਕਸੈਨਾ ਨਾਂ ਦਾ ਇੱਕ ਵਿਅਕਤੀ ਰਹਿ ਰਿਹਾ ਹੈ, ਉਹਦੇ ਤੋਂ ਇੱਕ ਡੈਰੀ ਬਰਾਮਦ ਹੋਈ ਹੈ। ਜਿਹੜੀ ਉਹਦੀ ਡੈਰੀ ਬਰਾਮਦ ਹੋਈ ਹੈ, ਉਸ ਡੈਰੀ ਦੇ ਵਿੱਚ ਇੱਕ ਟਿੱਪਣੀ ਕੀਤੀ ਹੋਈ ਹੈ, ਇੱਕ ਲਿਖਤ ਹੈ ਜਿਹਦੇ ਵਿੱਚ ਕਿਹਾ ਕਿ ਇਸ ਦਲਾਲ ਨੇ ਸੁਸ਼ੇਨ ਗੁਪਤਾ ਨੇ 50 ਕਰੋੜ ਰੁਪਏ ਦਿੱਤੇ ਇੱਕ ਵਿਅਕਤੀ ਨੂੰ। ਉਹ ਵਿਅਕਤੀ ਦਾ ਪੂਰਾ ਨਾਂ ਨਹੀਂ ਪਾਇਆ, ਉਹ ਵਿਅਕਤੀ ਦਾ ਨਾਂ ਗੋਲ ਚੱਕਰ ਦੇ ਵਿੱਚ ਪਾਇਆ RG। RG ਨੂੰ ਜੇ ਆਪਾਂ ਦੇਖੀਏ ਤਾਂ RG ਦੋ ਬੰਦਿਆਂ ਦੇ ਨਾਂ ਬਣਦੇ ਸੀ, ਜਾਂ ਤਾਂ ਰਾਜੀਵ ਗਾਂਧੀ ਬਣਦਾ ਹੈ, ਰਾਜੀਵ ਗਾਂਧੀ ਤਾਂ ਹੁਣ ਇਸ ਦੁਨੀਆ 'ਚ ਰਿਹਾ ਨਹੀਂ, ਤੇ ਦੂਜਾ ਨਾਂ ਰਾਜੀਵ ਗਾਂਧੀ ਦੇ ਮੁੰਡੇ ਦਾ ਹੈਗਾ ਰਾਹੁਲ ਗਾਂਧੀ। ਰਾਹੁਲ ਗਾਂਧੀ ਦਾ ਸਿੱਧਾ ਨਾਂ ਨਹੀਂ ਪਿਆ, ਕਹਿੰਦੇ 50 ਕਰੋੜ ਰੁਪਏ ਉਹਨੂੰ ਦਿੱਤੇ। ਕਾਹਦੇ 'ਚ ਦਿੱਤੇ ਹੈ? ਆਗਸਟਾ ਵੈਸਟਲੈਂਡ ਜਿਹੜਾ VVIP ਚੌਪਰ ਸੀ, ਹੈਲੀਕਾਪਟਰ ਸੀ, ਆਗਸਟਾ ਵੈਸਟਲੈਂਡ। ਇਹ VVI ਹੈਲੀਕਾਪਟਰ ਬਣਾਉਣ ਦਾ ਮਕਸਦ ਕੀ ਸੀ? ਇਹ ਕਹਿੰਦੇ ਸੀ ਵੀ ਜਦੋਂ ਪ੍ਰਧਾਨ ਮੰਤਰੀ ਜਾਂ ਵੱਡੇ ਲੋਕ ਉਡਾਨ ਭਰਦੇ ਹੈ ਉਸ ਵੇਲੇ ਜਿਹੜੀ ਹੈਗੀ ਆ ਉਹਨਾਂ ਦੀ ਸਿਕਿਉਰਿਟੀ ਨੂੰ ਮੁੱਖ ਰੱਖਦੇ ਆ ਬਹੁਤ ਹੀ ਪਾਵਰਫੁਲ ਹੈਲੀਕਾਪਟਰ ਚਾਹੀਦੇ ਆ ਜਿਹਦੇ ਵਿੱਚ ਹਰ ਕਿਸਮ ਦੇ ਆਧੁਨਿਕ ਜਿਹੜੇ ਹਥਿਆਰ ਲੱਗੇ ਹੋਣ ਤਾਂ ਕਿ ਉਹਨਾਂ ਦੀ ਜਾਨ ਬਚਾਈ ਜਾ ਸਕੇ। ਉਹ ਆਗਸਟਾ ਵੈਸਟਲੈਂਡ ਦੇ ਉੱਤੋਂ ਇਹਨਾਂ ਨੇ ਇਹ ਖਰੀਦੇ ਸੀ ਤੇ ਇਹਦੇ ਤੇ ਸੁਸ਼ੇਨ ਗੁਪਤਾ ਦੇ ਉੱਤੇ ਇਲਜ਼ਾਮ ਇਹ ਹੈ ਕਿ ਇਹਦੇ ਵਿੱਚ ਮੋਟਾ ਕਮਿਸ਼ਨ ਲਿਆ ਸੀ ਜਦੋਂ ਡਾਕਟਰ ਮਨਮੋਹਨ ਸਿੰਘ ਹੋਰਾਂ ਦੀ ਸਰਕਾਰ ਹੁੰਦੀ ਸੀ। ਉਸ ਦੇ ਵਿੱਚ ਗ੍ਰਿਫਤਾਰ ਕੀਤਾ ਸੀ। ਸਵਾਲਾਂ ਦਾ ਸਵਾਲ ਇਹ ਪੈਦਾ ਹੈ ਕਿ ਜਿਸ ਬੰਦੇ ਨੂੰ ਪਹਿਲਾਂ ਦਲਾਲੀ ਖਾਨ ਦੇ ਨਾਂ ਹੇਠ ਗ੍ਰਿਫਤਾਰ ਕੀਤਾ ਹੋਵੇ ਤੇ ਉਹਦੇ ਤੇ ਇਹ ਇਲਜ਼ਾਮ ਹੋਵੇ ਕਿ ਉਹਨੇ ਕਿਸੇ ਵੱਡੇ ਬੰਦੇ ਨੂੰ 50 ਕਰੋੜ ਰੁਪਏ ਦਿੱਤੇ ਹੈ ਤੇ ਉਹੀ ਬੰਦਾ ਮੁੜ ਕੇ ਫੇਰ ਭਾਰਤ ਦੀ ਡਿਫੈਂਸ ਮਿਨਿਸਟਰੀ ਦੇ ਡਾਕੂਮੈਂਟਸ ਤੱਕ ਪਹੁੰਚ ਸਕਦਾ ਹੋਵੇ ਔਰ ਡਿਫੈਂਸ ਮਿਨਿਸਟਰੀ ਦੇ ਵਿੱਚੋਂ ਡਾਕੂਮੈਂਟ ਹਾਸਲ ਕਰ ਲੇ, ਉਹ ਡਾਕੂਮੈਂਟ ਹਾਸਲ ਕਰਕੇ ਉਹ ਫਰਾਂਸ ਦੀ ਕੰਪਨੀ ਨੂੰ ਦੇਵੇ ਤੇ ਫਰਾਂਸ ਦੀ ਕੰਪਨੀ ਸੌਦਾ ਲੈਣ 'ਚ ਕਾਮਯਾਬ ਹੋਏ ਤੇ ਫਿਰ ਜੇ ਉਹਨੇ 10 ਲੱਖ ਯੂਰੋ ਇਹਨੂੰ ਦੇਤਾ ਤੇ ਦਿੱਤੇ ਤਾਂ ਹੈ ਹੀ ਹੈ ਨਾ। ਅਗਲੀ ਗੱਲ ਇਹ ਆਉਂਦੀ ਹੈ ਕਿ ਜਦੋਂ ਇਹ ਫਰਾਂਸ ਵਾਲਾ ਰਫੇਲ ਦਾ ਸਮਝੌਤਾ ਸਿਰੇ ਚੜਿਆ, ਉਹ ਸਮਝੌਤਾ ਸਿੱਧਾ ਪ੍ਰਧਾਨ ਮੰਤਰੀ ਦਫ਼ਤਰ ਨੇ ਕੀਤਾ ਸੀ। ਹਾਲਾਂਕਿ ਉਸ ਵੇਲੇ ਵੀ ਇੱਕ ਇਹਨਾਂ ਨੇ ਕਮੇਟੀ ਬਣਾਈ ਸੀ ਜਿਹੜੀ ਡਿਫੈਂਸ ਦੀ ਕਮੇਟੀ ਸੀ। ਡਿਫੈਂਸ ਦੀ ਕਮੇਟੀ ਜਦੋਂ ਗੱਲਬਾਤ ਕਰਦੀ ਸੀ, ਪੈਰਲਲ ਗੱਲਬਾਤ ਜਿਹੜਾ PMO ਕਰਦਾ ਸੀ ਤੇ ਉਦੋਂ ਇਹ ਟਿੱਪਣੀ ਵੀ ਆ ਗਈ ਸੀ, ਕਿਸੇ ਨੇ ਥੱਲੇ ਨੋਟ ਲਿਖ ਕੇ ਭੇਜਤਾ ਸੀ ਕਿ ਜਦੋਂ ਅਸੀਂ ਗੱਲਬਾਤ ਕਰੀ ਜਾਂਦੇ ਤੇ ਪ੍ਰਾਈਮ ਮਿਨਿਸਟਰ ਨੇ ਵਿੱਚ ਪ੍ਰਾਈਮ ਮਿਨਿਸਟਰ ਆਫਿਸ ਨੇ ਟੰਗ ਕਿਵੇਂ ਅੜਾ ਲਈ ਹੈ, ਪਰ ਉਹਨੂੰ ਦਰਗੁਜ਼ਰ ਕਰਤਾ ਸੀ। ਫਿਰ ਜਿਹੜਾ ਹੈਗਾ ਮੁਕੇਸ਼ ਅੰਬਾਨੀ, ਅਨਿਲ ਅੰਬਾਨੀ ਤੇ ਮੁਕੇਸ਼ ਅੰਬਾਨੀ ਦੋ ਭਰਾ ਹੈ। ਜਿਹੜਾ ਛੋਟਾ ਭਰਾ ਹੈ ਉਸ ਛੋਟੇ ਭਰਾ ਨੂੰ ਫਿਰ ਜਿਹੜਾ ਕਾਰੋਬਾਰ ਦਵਾਇਆ ਸੀਗਾ ਜਹਾਜ਼ਾਂ ਦੇ ਕਲਪੁਰਜੇ ਨਾਲ, ਜਿਹੜਾ ਇੰਡੀਅਨ ਐਰੋਨਿਕਸ ਨੂੰ ਮਿਲਣਾ ਸੀ, ਉਹ ਦਵਾਇਆ ਸੀ। ਉਦੋਂ ਵੀ ਪ੍ਰਧਾਨ ਮੰਤਰੀ ਸਾਹਿਬ ਨੂੰ ਨਾਲ ਲੈ ਕੇ ਗਏ ਸੀ। ਇਹ ਸਾਰੀਆਂ ਗੱਲਾਂ ਆਖਦਾ। ਇਸ ਮਾਮਲੇ ਨੂੰ ਲੈ ਕੇ ਪਹਿਲਾਂ ਵੀ ਇੱਕ ਪਟੀਸ਼ਨ ਦਾਇਰ ਕੀਤੀ ਸੀ ਪ੍ਰਸ਼ਾਂਤ ਭੂਸ਼ਣ ਨੇ ਭਾਰਤ ਦੀ ਸੁਪਰੀਮ ਕੋਰਟ ਦੇ ਵਿੱਚ, ਲੇਕਿਨ ਉਸ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ। ਉਦੋਂ ਦੇ ਵੇਲੇ ਜਿਹੜੇ ਚੀਫ ਜਸਟਿਸ ਸੀ ਰੰਜਨ ਗੋਗੋਈ ਸਾਹਿਬ ਨੇ ਕਹਿਤਾ ਸੀ ਜੀ ਕੋਈ ਖਾਸ ਗੱਲ ਨਹੀਂ, ਇਹਦੀ ਤਾਂ ਪਹਿਲਾਂ ਪੜਤਾਲ ਹੋ ਚੁੱਕੀ ਹੈ। ਪੜਤਾਲ ਕਹਿੰਦੇ ਕਾਹਦੀ ਹੋ ਚੁੱਕੀ ਹੈ? ਕਹਿੰਦੇ ਜੀ ਕੈਗ ਨੇ ਪੜਤਾਲ ਕਰ ਲਈ ਤੇ ਕੈਗ ਦੀ ਪੜਤਾਲ ਤੋਂ ਬਾਅਦ ਫਿਰ ਕਹਿੰਦੇ ਜੀ ਪੜਤਾਲ ਕਰ ਲਈ ਹੈ ਜਿਹੜੀ ਸੰਸਦ ਦੀ ਸਥਾਈ ਕਮੇਟੀ ਹੈ, ਸਟੈਂਡਿੰਗ ਕਮੇਟੀ ਨੇ। ਉਸ ਵੇਲੇ ਸਟੈਂਡਿੰਗ ਕਮੇਟੀ ਦਾ ਚੇਅਰਮੈਨ ਸੀ ਮਲਕ ਅਰਜੁਨ ਖੜਗੇ, ਜਿਹੜਾ ਕਾਂਗਰਸ ਪਾਰਟੀ ਦਾ ਲੀਡਰ ਸੀ। ਤੇ ਜਦੋਂ ਇਹ ਖਬਰ ਆ ਗਈ ਕਿ ਉਹਦੀ ਪਟੀਸ਼ਨ ਜਿਹੜੀ ਹੈਗੀ ਦੇ ਸੰਬੰਧ ਵਿੱਚ ਇਹ ਦਲੀਲ ਦਿੱਤੀ ਹੈ ਭਾਰਤ ਸਰਕਾਰ ਨੇ, ਉਹਨੇ ਖੰਡਨ ਕਰਤਾ। ਉਹ ਕਹਿੰਦਾ ਜੀ ਉਸ ਕਮੇਟੀ ਦੀ ਤਾਂ ਮੈਂ ਮੀਟਿੰਗ ਹੀ ਨਹੀਂ ਬੁਲਾਈ, ਕਦੇ ਮੀਟਿੰਗ ਹੀ ਨਹੀਂ ਹੋਈ ਤੇ ਨਾ ਹੀ ਹਾਲੇ ਤੱਕ ਸਾਡੇ ਕੋਲੇ ਕੈਗ ਦੀ ਰਿਪੋਰਟ ਆਈ ਹੈ,
ਤੇ ਫਿਰ ਬਾਅਦ ਦੇ ਵਿੱਚ ਕਹਿੰਦਾ ਜੀ ਨਹੀਂ ਕਲੈਰੀਕਲ ਮਿਸਟੇਕ ਹੋ ਗਈ ਸੀ ਜੀ, ਇਹ ਕੈਗ ਦੀ ਜਿਹੜੀ ਕੈਗ ਨੇ ਪੜਤਾਲ ਕਰ ਲਈ, ਰਿਪੋਰਟ ਤਿਆਰ ਕੀਤੀ ਨਹੀਂ ਗਈ। ਜਿੱਦਾਂ ਰਿਪੋਰਟ ਤਿਆਰ ਹੋ ਗਈ ਫਿਰ ਅਸੀਂ ਸਟੈਂਡਿੰਗ ਕਮੇਟੀ ਕੋਲੇ ਭੇਜ ਦਿਆਂਗੇ, ਔਰ ਸਟੈਂਡਿੰਗ ਕਮੇਟੀ ਤੋਂ ਜਦੋਂ ਫਿਰ ਪ੍ਰਵਾਨਗੀ ਮਿਲ ਗਈ ਤਾਂ ਫਿਰ ਲੋੜ ਹੀ ਨਹੀਂ। ਤੇ ਰੰਜਨ ਗੋਗੋਈ ਸਾਹਿਬ ਨੇ ਚੁੱਪ ਕਰਕੇ ਕਹਿਤਾ ਜੀ ਇਸ ਦੀ ਪੜਤਾਲ ਕਰਾਉਣ ਦੀ ਕੋਈ ਲੋੜ ਨਹੀਂ, ਮਾਮਲਾ ਠੰਡੇ ਪਾਸੇ ਸੁੱਟਦਾ ਸੀ, ਪਟੀਸ਼ਨ ਡਿਸਮਿਸ ਕਰਤੀ ਸੀ। ਤੇ ਫਿਰ ਆਪਾਂ ਨੂੰ ਪਤਾ ਵੀ ਰੰਜਨ ਗੋਗੋਈ ਸਾਹਿਬ ਨੂੰ ਰਾਜ ਸਭਾ ਦਾ ਮੈਂਬਰ ਨਾਮਜ਼ਦ ਕਰਨ ਦੇ ਉੱਤੇ ਕਿੰਤੂ ਪਰੰਤੂ ਕਿਉਂ ਹੁੰਦੇ। ਹੁਣ ਇਹ ਮਾਮਲਾ ਦੁਬਾਰਾ ਫਿਰ ਖੜਾ ਹੋ ਗਿਆ, ਔਰ ਇਹ ਮਨੋਹਰ ਲਾਲ ਸ਼ਰਮਾ ਨੇ ਜਿਹੜੀ ਹੈ ਪਟੀਸ਼ਨ ਦਾਇਰ ਕੀਤੀ ਹੈ ਤੇ ਉਸ ਪਟੀਸ਼ਨ ਦੇ ਉੱਤੇ ਹੁਣ ਕਹਿੰਦੇ ਆ ਕਿ 2 ਹਫ਼ਤਿਆਂ ਬਾਅਦ ਜਿਹੜੀ ਹੈ ਉਹ ਸੁਪਰੀਮ ਕੋਰਟ ਸੁਣਵਾਈ ਕਰੂਗੀ ਜੀ। ਹਾਂ ਬਿਲਕੁਲ ਜੀ, ਦੇਖੋ ਕੀ ਉਮੀਦ ਤੇ ਬਾਲੀ ਹੈ ਨਹੀਂ ਕਿ ਸੁਪਰੀਮ ਕੋਰਟ ਕੁਛ ਕਰੇ, ਪਰ ਸ਼ਾਇਦ ਕੋਈ ਮਾੜੀ ਮੋਟੀ ਜਾਗਦੀ ਜ਼ਮੀਰ ਹੋਵੇ ਕੋਈ। ਭਾਰਤ ਦੇ ਵਿੱਚ ਕਰੋਨਾ ਹੋਣ ਲੱਗਾ ਬੇਕਾਬੂ, ਸੁਪਰੀਮ ਕੋਰਟ ਦਾ ਅੱਧਾ ਸਟਾਫ ਪੋਜ਼ਿਟਿਵ ਆ ਜੀ। ਹਾਂਜੀ, ਜਿਹੜੇ ਸੁਪਰੀਮ ਕੋਰਟ ਦੇ ਜੱਜ ਸਾਹਿਬਾਨ ਹੈ, ਜੱਜਾਂ ਦੇ ਸਾਹਮਣੇ ਜਿਹੜੇ ਲੋਕ ਫਾਈਲਾਂ ਪੇਸ਼ ਕਰਦੇ ਉਹਨਾਂ ਦੇ ਵਿੱਚੋਂ ਜਿਹੜੀਆਂ ਖਬਰਾਂ ਆ ਰਹੀਆਂ ਕਹਿੰਦੇ ਜੀ ਲਗਭਗ ਅੱਧੇ ਬੰਦੇ ਆ ਜਿਹੜੇ ਉਹ ਕਰੋਨਾ ਤੋਂ ਪ੍ਰਭਾਵਿਤ ਹੋ ਗਏ ਜੀ। ਤੇ ਇਹਦਾ ਨਤੀਜਾ ਇਹ ਹੋਇਆ ਹੈ ਕਿ ਮਾਨਯੋਗ ਜੱਜ ਸਾਹਿਬਾਨ ਨੇ ਕੱਲ 2 ਨੋਟੀਫਿਕੇਸ਼ਨ ਜਾਰੀ ਕਰਤੇ ਸੁਪਰੀਮ ਕੋਰਟ ਦੇ ਜੱਜ ਸਾਹਿਬਾਨਾਂ ਨੇ। ਇੱਕ ਨੋਟੀਫਿਕੇਸ਼ਨ ਤਾਂ ਇਹ ਜਾਰੀ ਕਰਤਾ ਕਿ ਕੋਈ ਵੀ ਜੱਜ ਜਿਹੜਾ ਹੈ ਹੁਣ ਸੁਪਰੀਮ ਕੋਰਟ ਦੇ ਵਿੱਚ ਆ ਕੇ ਕੇਸਾਂ ਦੀ ਸੁਣਵਾਈ ਨਹੀਂ ਕਰੂਗਾ, ਸਗੋਂ ਸਾਰੇ ਜੱਜ ਸਾਹਿਬਾਨ ਆਪੋ ਆਪਣੇ ਘਰਾਂ ਤੋਂ ਸੁਣਵਾਈ ਕਰਨਗੇ ਜੀ। ਅਗਲੀ ਗੱਲ ਇਹ ਕਹਿ ਦਿੱਤੀ ਕਿ ਜਿਹੜੇ ਹੈਗੇ ਆ ਵਕੀਲ ਸਾਹਿਬਾਨ ਉਹ ਵੀ ਸੁਪਰੀਮ ਕੋਰਟ ਦੇ ਵਿੱਚ ਨਾ ਆਉਣ, ਉਹ ਵੀ ਆਪਣੇ ਘਰਾਂ ਤੋਂ ਹੀ ਸਿੱਧਾ ਜਿਹੜਾ ਹੈਗਾ ਡਿਜੀਟਲ ਸਿਸਟਮ ਦੇ ਰਾਹੀਂ ਆਪਣੀਆਂ ਜਿਹੜੀਆਂ ਉਹਨਾਂ ਨੇ ਦਲੀਲਾਂ ਦੇਣੀਆਂ ਉਹ ਦਲੀਲਾਂ ਦੇਣ। ਨਾਲ ਹੀ ਜਿਹੜੀ ਹੈ ਜੀ ਸੁਪਰੀਮ ਕੋਰਟ ਨੂੰ ਇੱਕ ਵਾਰੀ ਬੰਦ ਕਰਕੇ ਉਹਨੂੰ ਪੂਰੀ ਤਰ੍ਹਾਂ ਸੈਨੀਟਾਈਜ਼ ਜਿਹੜਾ ਉਹ ਕਰ ਦਿੱਤਾ ਗਿਆ। ਜੇ ਸੁਪਰੀਮ ਕੋਰਟ ਤੱਕ ਗੱਲ ਪਹੁੰਚ ਗਈ ਤੇ ਫਿਰ ਇਹਨੂੰ ਆਪਾਂ ਨੂੰ ਦੇਖਣਾ ਪੈਣਾ ਕਿ ਕਰੋਨਾ ਨੇ ਕਿੱਡਾ ਭਿਆਨਕ ਰੂਪ ਅਖਤਿਆਰ ਕੀਤਾ ਭਾਰਤ ਦੇ ਵਿੱਚ। ਸਾਡੇ ਕੋਲੇ ਜਿਹੜੀਆਂ ਖਬਰਾਂ ਆ ਰਹੀਆਂ ਜੀ ਉਹ ਇਹ ਹੈ ਕਿ ਇਸ ਵੇਲੇ ਭਾਰਤ ਦੇ ਵਿੱਚ ਸਰਗਰਮ ਕੇਸਾਂ ਦੀ ਗਿਣਤੀ ਹੈ ਜਿਹੜੀ ਉਹ 12 ਲੱਖ ਤੋਂ ਵੱਧ ਹੋ ਗਈ ਹੈ ਤੇ ਕੱਲ ਇੱਕ ਦਿਨ ਦੇ ਵਿੱਚ ਹੀ ਪਿਛਲੇ 24 ਘੰਟਿਆਂ 'ਚ ਆਪਾਂ ਕਹਿ ਸਕਦੇ ਹਾਂ 1,69,912 ਨਵੇਂ ਕੇਸ ਆਏ ਹੈ ਜੀ। ਔਰ ਪੰਜਾਬ ਦੇ ਵਿੱਚ ਕੱਲ ਦੇ ਵਿੱਚ ਹੀ ਮਤਲਬ ਇੱਕ ਦਿਨ ਦੇ ਵਿੱਚ 52 ਮੌਤਾਂ ਹੋਰ ਹੋ ਗਈਆਂ ਜੀ। ਹੁਣ ਤੱਕ ਜੇ ਦੇਖੀਏ ਆਪਾਂ ਪੰਜਾਬ ਦੇ ਵਿੱਚ ਤੇ ਲਗਭਗ ਜਿਹੜੀਆਂ ਹੈਗੀਆਂ 7500 ਤੇ 59 ਜਿਹੜੀਆਂ ਮੌਤਾਂ ਹੋ ਚੁੱਕੀਆਂ ਜੀ। ਬੰਗਾਲ ਦੇ ਵਿੱਚ ਪਹਿਲਾਂ ਹੀ ਆਪਾਂ ਜ਼ਿਕਰ ਕਰ ਚੁੱਕੇ ਹਾਂ ਕਿ 18 ਗੁਣਾ ਜਿਹੜਾ ਵੱਧ ਚੁੱਕਾ ਜੀ, ਕਰੋਨਾ ਦੇ ਕੇਸ ਵੱਧ ਚੁੱਕੇ ਹੈ ਕਿਉਂਕਿ ਉੱਥੇ ਪ੍ਰਧਾਨ ਮੰਤਰੀ ਸਾਹਿਬ ਤੇ ਬਾਕੀ ਲੋਕ ਜਿਹੜੇ ਹੈਗੇ ਚੋਣ ਪ੍ਰਚਾਰ ਕਰਦੇ ਹੈ ਤੇ ਮੇਰਾ ਖਿਆਲ ਹੈ ਵੀ ਉਹ ਜਿਹੜੀਆਂ ਕਰੋਨਾ ਦੀਆਂ ਗਾਈਡਲਾਈਨਸ ਦੀ ਪੂਰੀ ਪਾਲਣਾ ਕਰਦੇ ਹੋਣਗੇ ਤੇ ਉਸ ਪਾਲਣਾ ਦਾ ਨਤੀਜਾ ਹੀ ਹੈ ਕਿ ਉਹ ਉੱਥੇ ਜਿਹੜਾ ਹੈਗਾ ਇਸ ਤਰ੍ਹਾਂ ਦਾ ਵੱਧ ਰਿਹਾ ਹੈ। ਇਹਦੇ ਨਾਲ ਇੱਕ ਹੋਰ ਗੱਲ ਜਿਹੜੀ ਬੜੀ ਖਤਰਨਾਕ ਹੈ ਚੰਦੀ ਸਾਹਿਬ, ਉਹ ਇਹ ਹੈ ਕਿ ਜਦੋਂ ਪਿਛਲੀ ਵਾਰੀ ਕਰੋਨਾ ਵਾਇਰਸ ਆਇਆ ਉਦੋਂ ਤਬਲੀਗੀ ਜਮਾਤ ਦੇ ਖਿਲਾਫ ਤਬਲੀਗੀ ਜਮਾਤ ਵਾਲਿਆਂ ਦਾ ਇੱਕ ਮਰਕਜ਼ ਹੈ ਦਿੱਲੀ ਦੇ ਵਿੱਚ ਨਿਜ਼ਾਮੂਦੀਨ ਦੇ ਇਲਾਕੇ 'ਚ, ਹਰ ਸਾਲ ਉਹ ਉੱਥੇ ਇਕੱਠੇ ਹੁੰਦੇ ਤੇ ਆਪਣੇ ਉਹ ਜਿਹੜੇ ਹੈਗੇ ਉਹਨਾਂ ਦੇ ਸਮਾਜ ਨਾਲ ਸੰਬੰਧਿਤ ਕੋਈ ਮਸਲੇ ਹੁੰਦੇ ਆ, ਕੋਈ ਗੱਲਾਂ ਬਾਤਾਂ ਹੁੰਦੀਆਂ, ਆਪਣੀ ਜਿਹੜੀ ਧਾਰਮਿਕ ਤ੍ਰਿਪਤੀ ਵਾਸਤੇ ਉਹ ਗੱਲਾਂ ਬਾਤਾਂ ਕਰਦੇ ਆ, ਉਹ ਜੁੜਦੇ ਹੁੰਦੇ ਸੀ। ਉਦੋਂ ਕਰੋਨਾ ਕਿਉਂਕਿ ਸਾਰੀ ਦੁਨੀਆ ਦੇ ਵਿੱਚ ਹੀ ਫੈਲਿਆ ਹੋਇਆ ਸੀ, ਸਾਡੇ ਦੇਸ਼ ਦੇ ਵਿੱਚ ਉਦੋਂ ਅਮਰੀਕਨ ਰਾਸ਼ਟਰਪਤੀ ਟਰੰਪ ਸਾਹਿਬ ਆਏ ਹੋਏ ਸੀਗੇ, ਟਰੰਪ ਸਾਹਿਬ ਦੇ ਨਾਲ ਇੱਕ ਵੱਡੀ ਟੀਮ ਵੀ ਆਈ ਸੀਗੀ। ਉਹਦੇ ਤੋਂ ਕਿਸੇ ਨੇ ਇਲਜ਼ਾਮ ਨਹੀਂ ਲਾਇਆ ਸੀ, ਲੇਕਿਨ ਜਦੋਂ ਤਬਲੀਗੀ ਜਮਾਤ ਵਾਲੇ ਕੁਝ ਲੋਕ ਪੋਜ਼ਿਟਿਵ ਪਾਏ ਗਏ ਤੇ ਉਦੋਂ ਇਹ ਇਲਜ਼ਾਮ ਲਾਇਆ ਜੀ ਤਾਂ ਇਹਨਾਂ ਨੇ ਹੀ ਇੱਥੇ ਜਿਹੜਾ ਹੈਗਾ ਕਰੋਨਾ ਬਿਮਾਰੀ ਫੈਲਾਈ ਹੈ। ਤੇ ਤੁਸੀਂ ਦੇਖਿਆ ਹੋਣਾ ਸਾਡੇ ਭਾਰਤੀ ਮੀਡੀਆ ਦੇ ਖਾਸ ਕਰਕੇ ਜਿਹੜਾ ਗੋਦੀ ਮੀਡੀਆ ਹੈ, ਗੋਦੀ ਮੀਡੀਆ ਨੇ ਉਦੋਂ ਇੱਕ ਨਵਾਂ ਸ਼ਬਦ ਈਜਾਦ ਕੀਤਾ ਸੀ, ਕਰੋਨਾ ਜਿਹਾਦ। ਆ ਜਹਾਦ ਹੈ ਜਿਹੜਾ ਪਹਿਲਾਂ ਤਾਂ ਇਸਲਾਮੀ ਜਹਾਦ ਕਦੇ ਕਹਿ ਦਿੰਦੇ, ਕਦੇ ਕੁਛ ਕਹਿ ਦਿੰਦੇ, ਕਦੇ ਕੁਛ ਕਹਿ ਦਿੰਦੇ, ਫਿਰ ਇਹਨਾਂ ਨੇ ਇੱਕ ਲਵ ਜਹਾਦ ਨਾਂ ਦੀ ਇੱਕ ਨਵੀਂ ਆਈਟਮ ਕੱਢ ਲਈ ਸੀ ਤੇ ਲਵ ਜਹਾਦ ਤੋਂ ਬਾਅਦ ਫਿਰ ਇੱਕ ਹੋਰ ਕੱਢ ਲਿਆ ਕਿਉਂਕਿ ਵਿਚਾਰੇ ਮੁਸਲਮਾਨ ਹੈ, ਉਹਦੇ ਨਾਲ ਮੁਸਲਮਾਨ ਘੱਟ ਗਿਣਤੀ ਦੇ ਵਿੱਚ ਹੈ ਕਿ ਜੀ ਕਰੋਨਾ ਦੇ ਜਰੀਏ ਇਹਨਾਂ ਨੇ ਇੱਕ ਜਹਾਦ ਸ਼ੁਰੂ ਕਰਤਾ ਤੇ ਸਾਡੇ ਖਿਲਾਫ ਉਹ ਜਹਾਦ ਕੀਤਾ ਗਿਆ। ਹੁਣ ਇਸ ਵੇਲੇ ਭਾਰਤ ਦੇ ਵਿੱਚ ਮਹਾਕੁੰਭ ਹੈ ਔਰ ਉਹ ਮਹਾਕੁੰਭ ਕਿੱਥੇ ਹੈ ਜੀ? ਉਹ ਹਰਿਦੁਆਰ ਹਰ ਕੀ ਪੌੜੀ ਤੇ ਸੋਮਵਾਰ ਤੋਂ ਲੈ ਕੇ ਹੁਣ ਤੱਕ ਉੱਥੇ ਲੱਖਾਂ ਲੋਕ ਜਿਹੜੇ ਹੈਗੇ ਆ ਗਏ ਹੈ। ਭਾਰਤ ਸਰਕਾਰ ਨੇ ਤੇ ਜਿਹੜੀ ਉੱਥੇ ਦੀ ਸਰਕਾਰ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਅਸੀਂ ਇਹ ਹਦਾਇਤਾਂ ਕੀਤੀਆਂ ਹੋਈਆਂ ਹੈ ਕਿ ਨੈਗੇਟਿਵ ਰਿਪੋਰਟ ਜਿਹਨੂੰ ਮਿਲ ਜੇ ਕਰੋਨਾ ਦੀ ਉਹ ਹੀ ਇੱਥੇ ਆ ਕੇ ਸ਼ਾਮਲ ਹੋਣ, ਲੇਕਿਨ ਕੋਈ ਟੈਸਟ ਹੀ ਨਹੀਂ ਕਰਵਾ ਰਿਹਾ। ਤਬਲੀਗੀ ਜਮਾਤ ਵਾਲਿਆਂ ਦੇ ਖਿਲਾਫ ਲਵ ਜਿਹਾਦ ਤੇ ਇੱਧਰ ਜਿਹੜਾ ਹੈਗਾ ਜੀ ਇਹਨੂੰ ਪੂਰੀ ਤਰ੍ਹਾਂ ਨਜ਼ਰ ਅੰਦਾਜ਼ ਕੀਤਾ ਹੋਇਆ ਹੈ ਕਿਉਂਕਿ ਇਹ ਹੋਰ ਭਾਈਚਾਰੇ ਦਾ ਹਿੰਦੂ ਭਾਈਚਾਰਾ ਜਿਹਨਾਂ ਦਾ ਰਾਜ ਭਾਗ ਹੈ ਉਹਨਾਂ ਦਾ।
ਸੋ ਕੁੱਲ ਮਿਲਾ ਕੇ ਆਪਾਂ ਇਸ ਵੇਲੇ ਦੇਖੀਏ ਜੀ ਬਹੁਤ ਬੁਰੀ ਹਾਲਤ ਹੈ। ਔਰ ਬਦਕਿਸਮਤੀ ਇਹ ਹੈ ਕਿ ਜਿਹੜੀ ਸਾਡੀ ਵੈਕਸੀਨੇਸ਼ਨ ਹੈ, ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਖੁੱਲ੍ਹਦਿਲੀ ਦਿਖਾਉਂਦਿਆਂ ਹੋਇਆ ਵੈਕਸੀਨੇਸ਼ਨ ਜਿਹੜੀ ਵੈਕਸੀਨ ਸੀਗੀ ਉਹ ਬਾਹਰਲੇ ਦੇਸ਼ਾਂ ਨੂੰ ਭੇਜਣੀ ਸ਼ੁਰੂ ਕਰਤੀ, ਤੇ ਆਪਣੇ ਦੇਸ਼ ਦੇ ਵਿੱਚ ਜਿਹੜੀ ਹੈਗੀ ਇਸ ਵੇਲੇ ਵੈਕਸੀਨ ਹੈ ਨਹੀਂ, ਕਿ ਲੋਕ ਮਰ ਰਹੇ ਹੈ, ਡਿੱਗ ਰਹੇ ਹੈ। ਇੱਥੋਂ ਤੱਕ ਕਿ ਸ਼ਾਇਦ ਝਾਰਖੰਡ ਦੀ ਤੁਸੀਂ ਦੇਖੀ ਹੋਣੀ ਹੈ ਕੱਲ ਇੱਕ ਸੋਸ਼ਲ ਮੀਡੀਆ ਦੇ ਉੱਤੇ ਤਸਵੀਰ, ਇੰਨੇ ਲੋਕਾਂ ਦੀ ਡੈਥ ਹੋ ਗਈ ਹੈ ਕਿ ਉਹਨਾਂ ਨੂੰ ਆਪਣੇ ਜਿਹੜੇ ਹੈਗੇ ਹੈ ਮੁਰਦਿਆਂ ਦੇ ਸੰਸਕਾਰ ਦੇ ਲਈ ਜਿਹੜੀ ਹੈਗੀ ਹੈ ਪ੍ਰੋਬਲਮ ਹੋ ਰਹੀ ਹੈ। ਡੈਡ ਬੋਡੀ ਦੇ ਲਈ ਲੋਕ ਕਈ ਘੰਟੇ ਜਿਹੜੇ ਲਾਈਨਾਂ 'ਚ ਲੱਗੇ ਖੜੋਤੇ ਹੈ, ਜਗ੍ਹਾ ਮਿਲਦੀ ਨਹੀਂ। ਹੁਣ ਹਾਲਤ ਇਹ ਬਣੀ ਦੀ ਹੈ ਵੀ ਜਿੱਥੇ ਕਿਸੇ ਨੂੰ ਕੋਈ ਜਗ੍ਹਾ ਮਿਲਦੀ ਹੈ ਉੱਥੇ ਚੁੱਪ ਕਰਕੇ ਸੰਸਕਾਰ ਕਰਕੇ ਆਪਣੇ ਘਰ ਨੂੰ ਤੁਰ ਜਾਂਦਾ ਹੈ। ਐਡੀ ਭਿਆਨਕ ਹਾਲਤ ਬਣੀ ਵੀ ਹੈ। ਔਰ ਹੁਣ ਇਹ ਜਿਹੜੀ ਰੂਸ ਦੀ ਦਵਾਈ ਹੈ ਸਪੂਤਨਿਕ, ਕੱਲ ਉਹਦੀ ਪ੍ਰਵਾਨਗੀ ਦਿੱਤੀ ਹੈ ਜੀ ਵੀ ਐਮਰਜੈਂਸੀ ਹਾਲਾਤ ਦੇ ਵਿੱਚ ਉਹਨੂੰ ਵੀ ਮੰਗਵਾ ਲਓ ਤੇ ਉਹਨੂੰ ਲਾ ਦਈਏ। ਸੋ ਇਸ ਵੇਲੇ ਸਭ ਤੋਂ ਵੱਡਾ ਜਿਹੜਾ ਹੈਗਾ ਜੀ ਇਹਦੇ ਵਿੱਚ ਬਚਾਅ ਇਹੀ ਹੈ ਕਿ ਇਹਤਿਆਤ ਰੱਖੋ, ਸਰਕਾਰਾਂ ਤੋਂ ਨਾ ਹੁਣ ਕੋਈ ਝਾਕ ਰੱਖੋ। ਹੁਣ ਤਾਂ ਆਪਣਾ ਪ੍ਰਬੰਧ ਆਪੇ ਕਰ ਲਓ, ਆਪਣੇ ਜਿਹੜੇ ਹੈਗੇ ਤੁਸੀਂ ਮਾਸਕ ਵਗੈਰਾ ਲਾਓ, ਜੇ ਬਿਲਕੁਲ ਨਹੀਂ ਸਰਦਾ ਤਾਂ ਆਪਣੇ ਘਰਾਂ ਚੋਂ ਬਾਹਰ ਨਿਕਲੋ, ਨਹੀਂ ਤਾਂ ਇਹ ਮਹਾਮਾਰੀ ਜਿਹੜੀ ਹੈਗੀ ਬੜਾ ਭਿਆਨਕ ਰੂਪ ਅਖਤਿਆਰ ਕਰ ਲਿਆ ਨੇ ਭਾਰਤ 'ਚ ਜੀ। ਹਾਂ ਬਿਲਕੁਲ ਜੀ, ਪਹਿਲਾਂ ਭਾਰਤ ਤੀਜੇ ਨੰਬਰ ਤੇ ਸੀ, ਹੁਣ ਦੂਜੇ ਨੰਬਰ ਤੇ ਆ ਗਿਆ ਜੀ ਕਰੋਨਾ ਦੇ ਵਿੱਚ। ਅਮਰੀਕਾ ਤੋਂ ਬਾਅਦ ਦੂਜਾ ਨੰਬਰ ਆ। ਤੇ ਨਾਲ ਹੀ ਆਪਾਂ ਜਿਹੜਾ ਇਹਨਾਂ ਦਾ ਗੁਜਰਾਤ ਆ ਜੀ, ਅਹਿਮਦਾਬਾਦ ਦੇ ਵਿੱਚ ਗੁਜਰਾਤ ਦੇ ਵਿੱਚ ਇੰਨਾ ਜ਼ਿਆਦਾ ਕਹਿਰ ਆ ਜੀ, ਉੱਥੇ 3 ਸ਼ਮਸ਼ਾਨ ਘਾਟ ਆ, ਭੱਠੀਆਂ ਬਣੀਆਂ ਅੰਤਿਮ ਸੰਸਕਾਰ ਲਈ। ਚਿਖਾ ਦੀ ਭੱਠੀ ਵੀ ਪਿੰਗਲ ਗਈ, ਉਹ ਲਗਾਤਾਰ 24 ਘੰਟੇ ਚੱਲ ਰਹੀ ਹੈ, 8-10 ਦਿਨ ਤੋਂ ਲਗਾਤਾਰ ਖਬਰ ਆ ਰਹੀ ਹੈ ਜੀ। 3 ਪ੍ਰਮੁੱਖ ਸ਼ਮਸ਼ਾਨ ਘਾਟ ਹੈ ਜੀ, ਰਾਮ ਘਾਟ, ਘੇਲਾ, ਅਸ਼ਵਨੀ ਕੁਮਾਰ ਤੇ ਜਹਾਂਗੀਰਪੁਰਾ ਸ਼ਮਸ਼ਾਨ ਘਾਟ। ਤਿੰਨਾਂ 'ਚ 24 ਘੰਟੇ ਲਾਸ਼ਾਂ ਦਾ ਅੰਤਿਮ ਸੰਸਕਾਰ ਹੋ ਰਿਹਾ ਇਸ ਟਾਈਮ। ਤੇ ਇਹ ਹਾਲਾਤ ਬਣੀ ਰਹੀ ਹੈ ਵੀ ਚਿਖਾ ਦੀ ਭੱਠੀ ਜਿਹੜੀ ਪਿੰਗਲ ਗਈ। 8-10 ਦਿਨਾਂ ਤੋਂ ਲਗਾਤਾਰ ਹੀ ਜਿਹੜੀਆਂ ਭੱਠੀਆਂ ਚੱਲ ਰਹੀਆਂ, ਤੇ ਲਾਸ਼ਾਂ ਲਿਆਉਣ ਵਾਲੀ ਗੱਡੀ ਵੀ ਖਾਲੀ ਨਹੀਂ ਹੁੰਦੀ। ਲੋਕ ਜਿਹੜੀ ਪ੍ਰਾਈਵੇਟ ਗੱਡੀਆਂ ਦੇ ਵਿੱਚ ਇਸ ਟਾਈਮ ਲਾਸ਼ਾਂ ਲਿਆ ਰਹੇ ਆ। ਤੇ ਖਬਰ ਹੈ ਜੀ ਕਹਿੰਦੇ ਪੂਰੇ ਜ਼ਿਲ੍ਹੇ ਦੇ ਵਿੱਚ ਸ਼ਮਸ਼ਾਨ ਘਾਟਾਂ ਤੇ ਲਾਸ਼ਾਂ ਦੇ ਢੇਰ ਲੱਗੇ ਹੋਏ ਆ ਗੁਜਰਾਤ ਦੇ ਵਿੱਚ। ਅੰਤਿਮ ਸੰਸਕਾਰ ਕਈ ਆਧੁਨਿਕ ਤੌਰ ਤਰੀਕੇ ਅਪਣਾਉਣੇ ਪੈ ਰਹੇ ਆ। ਹੈਰਾਨੀ ਦੀ ਗੱਲ ਆ ਵੀ 24 ਘੰਟੇ ਸ਼ਮਸ਼ਾਨ ਘਾਟ ਤੇ ਅੰਤਿਮ ਸੰਸਕਾਰ ਕਰਨ ਵਾਲੀਆਂ ਗੈਸ ਦੀਆਂ ਭੱਠੀਆਂ ਉਹ ਬਿਲਕੁਲ ਚੱਲ ਰਹੀਆਂ, ਬੰਦ ਨਹੀਂ ਹੋ ਰਹੀਆਂ, ਤਾਂ ਪਿੰਗਲ ਰਹੀਆਂ, ਕਿਉਂਕਿ ਲੋਹਾ ਹੀ ਆ, ਪਿੰਗਲ ਸਕਦਾ ਜੀ ਜਦੋਂ ਲਗਾਤਾਰ ਹੀ ਆ। ਤੇ ਸੂਰਤ ਦੇ ਸਾਰੇ 3 ਸ਼ਮਸ਼ਾਨ ਘਾਟ ਦੀ ਗੈਸ ਭੱਠੀ ਉਹ ਗਰੇਲਾ ਪਿੰਗਲ ਰਹੀ ਹੈ ਜੀ ਇਸ ਟਾਈਮ। ਤੇ ਇਹ ਹਾਲਾਤ ਆ ਜੀ ਗੁਜਰਾਤ ਦੇ। ਇਹ ਨਾ ਕਹੋ ਵੀ ਬਹੁਤ ਜ਼ਿਆਦਾ ਕਰੋਨਾ ਆ, ਨਹੀਂ ਪਤਾ ਲੱਗਦਾ, ਨਹੀਂ ਦੱਸਦੇ ਤਾਂ ਗੱਲ ਵੱਖਰੀ ਆ। ਧੰਨਵਾਦ ਢਿੱਲੋਂ ਸਾਹਿਬ ਇੰਨੀ ਭਰਪੂਰ ਜਾਣਕਾਰੀ ਦੇਣ ਵਾਸਤੇ। ਮਿਹਰਬਾਨੀ ਜੀ, ਸ਼ੁਕਰੀਆ। ਸਾਰੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਦੋਸਤੋ, ਆਪਾਂ ਸਵੇਰੇ ਫਿਰ ਮਿਲਦੇ ਹਾਂ 9 ਵਜੇ ਤੋਂ ਲੈ ਕੇ 11 ਵਜੇ ਤੱਕ PTN 24 ਤੇ ਰੇਡੀਓ 1690 AM ਤੇ। ਮੈਨੂੰ ਦਿਓ ਇੱਥੇ ਇਜਾਜ਼ਤ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸਤਿ ਸ਼੍ਰੀ ਅਕਾਲ ਜੀ ਢਿੱਲੋਂ ਸਾਹਿਬ। ਹਾਂਜੀ ਹੁਣੇ ਖਬਰ ਆ ਜੀ ਜਗਬਾਣੀ ਤੇ